ਦਲੀਪ ਕੌਰ ਟਿਵਾਣਾ ਦਾ ਨਾਵਲ ਦੂਸਰੀ ਸੀਤਾ। ਜ਼ਿਲ੍ਹਾ ਲੁਧਿਆਣਾ ਬੜੇ ਪੁਰਾਣੇ ਥੇ ਉੱਤੇ ਵਸਿਆ ਪਿੰਡ ਦੇ ਪਰਲੇ ਪਾਸੇ ਕਰਮੂ ਲੋਹਾਰ ਦੇ ਘਰ ਕੋਲ ਸੰਤੇ ਨਾਈ ਦੀ ਹੱਟੀ ਕਾਹਦੀ ਕੋਠੜੀ, ਜਿਹਨੂੰ ਨਾ ਕੋਈ ਖਿੜਕੀ ਹੈ ਤੇ ਨਾ ਰੋਸ਼ਨਦਾਨ, ਬਸ ਇੱਕ ਨਿੱਕਾ ਜਿਹਾ ਬਾਰ। ਨਿੱਕੇ ਕੱਦ ਦਾ ਹੋਣ ਕਰਕੇ ਸੰਤਾ ਤਾਂ ਬਾਹਰ ਵਿੱਚ ਹੀ ਲੰਘ ਜਾਂਦਾ ਹੈ, ਪਰ ਨਾਥ ਨੂੰ ਸਿਰ ਨੀਵਾਂ ਕਰਕੇ ਲੰਘਣਾ ਪੈਂਦਾ ਹੈ। ਹੱਟੀ 'ਚ 4-5 ਪੁਰਾਣੇ ਮੋਟੇ ਅੱਖਰਾਂ ਦੇ ਗ੍ਰੰਥ, 10-15 ਦਵਾਈਆਂ ਦੀਆਂ ਸ਼ੀਸ਼ੀਆਂ, ਇੱਕ ਪਾਣੀ ਦਾ ਘੜਾ, ਇੱਕ ਪੱਖੀ, ਸੱਫ, ਇੱਕ ਪੀਪੇ ਵਿੱਚ ਸੰਤੇ ਦੇ 1-2 ਲੀੜੇ, ਆਲੇ ਵਿੱਚ ਦੀਵਾ, ਇਹੀ ਸਾਰਾ ਸਮਾਨ ਸੀ। ਹਾਂ, ਇੱਕ ਕੁੱਜੇ 'ਚ ਵੇਲ ਬੂਟੀਆਂ ਵਾਲੀਆਂ ਠੀਕਰੀਆਂ, ਚਾਂਦੀ ਦੇ 1-2 ਗਹਿਣੇ ਤੇ ਕੁਝ ਸਿੱਕੇ ਜੋ ਪਿਛਲੇ ਵਰ੍ਹੇ ਅੰਦਰਲੇ ਘਰ ਦੀ ਕੰਧ ਦੀ ਨੀਂਹ ਪੁੱਟਦਿਆਂ ਲੱਭੇ ਸੀ। ਸੰਤੇ ਨੇ ਸਾਂਭ ਕੇ ਰੱਖ ਛੱਡੇ ਸਨ। ਕਦੇ ਕਦੇ ਕੁੱਜੇ ਵਿੱਚੋਂ ਕੱਢ ਧਿਆਨ ਨਾਲ ਵੇਖਦਾ ਉਹਨਾਂ ਲੋਕਾਂ ਨੂੰ ਚਿਤਵਦਾ ਜੋ ਕਦੇ ਇੱਥੇ ਵਸਦੇ ਸਨ। ਦਿਨ ਦਾ ਛਿਪਾ ਭੱਠੀ ਵਾਲੇ ਖੂਹ ਵੱਲੋਂ ਸੋਧਾਂ ਕੱਖਾਂ ਦੀ ਪੰਡ ਲਈ ਆ ਰਹੀ ਸੀ। ਹੱਟੀ ਮੂਹਰਿਓਂ ਲੰਘਦਿਆਂ ਉਹਨੇ ਘੁੰਡ ਕੱਢ ਲਿਆ। ਇਸ ਲੜਕੀ ਨੇ ਵੀ ਕੋਈ ਪਿਛਲੇ ਜਨਮ ਦਾ ਕਰਜ਼ਾ ਦੇਣਾ ਇਸ ਘਰ ਦਾ ਲੇਖੂ। ਸੰਤਾ ਘੜੇ 'ਚੋਂ ਪਾਣੀ ਨਾਲ ਹੱਥ ਧੋ ਕੇ ਪਰਨੇ ਨਾਲ ਪੂੰਝਦਾ ਬੋਲਿਆ। ਤਾਂ ਹੀ ਤਾਂ ਲਾਂਘਾ ਲੰਘੀ ਜਾਂਦਾ ਸੰਤਾ ਸਿਆਂ। ਲੇਖੂ ਬਾਣੀਏ ਨੇ ਹੱਟੀ 'ਚ ਭੂੰਜੇ ਸੱਫ 'ਤੇ ਬੈਠੇ ਨੇ ਆਪਣੇ ਰੋਡੇ ਸਿਰ 'ਤੇ ਹੱਥ ਫੇਰ ਕੇ ਕਿਹਾ। ਕਰੁੱਤੇ ਹੀ ਬੱਦਲ ਹੋਏ ਖੜੇ ਐ। ਸੰਤੇ ਨੇ ਮੱਥੇ ਉੱਤੇ ਹੱਥ ਧਰ ਕੇ ਅਸਮਾਨ ਵੱਲ ਝਾਕਦਿਆਂ ਕਿਹਾ। ਹੁਣ ਤਾਂ ਸਮਾਂ ਹੀ ਬਦਲ ਗਿਆ ਸੰਤਾ ਸਿਆਂ। ਕਣਕ ਜਿਹੜੀ ਰੁਪਈਏ ਦੀ ਮਣ ਹੁੰਦੀ ਸੀ, ਸੇਰਾਂ ਦੇ ਭਾਅ ਵਿਕਣ ਲੱਗ ਗਈ। ਫਾਰਮੀ ਘਿਓ ਨੂੰ ਕੋਈ ਜਾਣਦਾ ਨਹੀਂ ਸੀ ਹੁੰਦਾ। ਐਸ ਚਾਹ ਨੇ ਤਾਂ ਊਂ ਲੋਕਾਂ ਦੇ ਕਾਲਜੇ ਫੂਕਤੇ। ਤਾਂ ਹੀ ਤਾਂ ਇੰਨੇ ਹਰਖ ਵੱਧ ਗਏ। ਵਧਾਵੇ ਕੇ ਕੰਜਰ ਮਲਕੀਤੇ ਨੇ ਅਖੇ ਪਿਓ ਨੂੰ ਹੀ ਗਾਲਾਂ ਕੱਢੀਆਂ। ਅਖੇ ਕੁੜੀ ਨੂੰ ਜੇ ਜ਼ਮੀਨ 'ਚੋਂ ਹਿੱਸਾ ਦੇਣਾ ਫਿਰ ਵਿਆਹ 'ਤੇ ਖਰਚ ਕਾਹਨੂੰ ਕਰਨਾ। ਦੇਖਣਾ ਲੇਖੂ, ਕਲੇਸ਼ ਤਾਂ ਆਪੇ ਪੈਣਾ ਹੋਇਆ। ਬਈ ਹੁਣ ਉਹ ਭੈਣ ਥੋੜ੍ਹਾ ਰਹਿ ਗਈ, ਸ਼ਰੀਕਣੀ ਹੋ ਗਈ। ਪਰ ਸੰਤਾ ਸਿਆਮ, ਬੰਦੇ ਨੂੰ ਬਹੁਤੀ ਤਮਾ ਨਹੀਂ ਵਧਾਉਣੀ ਚਾਹੀਦੀ। ਬਹੁਤੀ ਮਾਇਆ ਤਾਂ ਨਰਕ ਦਾ ਸਮਾਨ ਹੁੰਦਾ ਹੈ। ਦੇਖਿਆ ਨਹੀਂ ਰੌਣ ਦਾ ਹਾਲ। ਅਖੇ ਸੋਨੇ ਦੀ ਲੰਕਾ ਸੀ ਤੇ ਜੈਲਦਾਰਾਂ ਦੇ ਦੇਖ ਲੈ। ਜੈਲਦਾਰ ਆਪ ਤਾਂ ਐਡਾ ਮਾੜਾ ਨਹੀਂ ਸੀ। ਬਲਦੇਵ ਸਿੰਘ ਜਿੱਦਣ ਦਾ ਉੱਠਿਆ ਫੇਰ ਵੀ ਕਿਸੇ ਸਾਈਂ ਲੋਕ ਨੇ ਮੋੜੀ ਗੱਡੀ ਸੀ ਇਸ ਪਿੰਡ ਦੀ, ਤਾਂ ਹੀ ਕਦੇ ਕੋਈ ਵਿਘਨ ਨਾ ਹੋਇਆ। ਅੱਜ ਥਾਈਂ ਪਿੰਡ 'ਚ ਨਾ ਕਦੇ ਖੂਨ ਹੋਇਆ, ਨਾ ਕਿਸੇ ਦੀ ਧੀ ਭੈਣ ਨੇ ਕਲੰਕ ਖੱਟਿਆ, ਨਾ ਕਿਸੇ ਦੇ ਡਾਕਾ ਪਿਆ, ਨਾ ਕੋਈ ਗਲ ਫਰਾਹ ਲੈ ਕੇ ਮਰਿਆ, ਨਾ ਕਿਸੇ ਨੇ ਧੀ ਦੇ ਪੈਸੇ ਲਏ ਨੇ ਲੇਖੂ। ਪਰ ਸੋਭੂ ਵਾਲੇ ਖੂਹ 'ਚ ਸੋਭੂ ਡਿੱਗ ਕੇ ਮਰਿਆ ਹੀ ਹੈ ਨਾ। ਹੁਣ ਸਿਖਰ ਦੁਪਹਿਰੇ ਹੜ ਬੋਲਦਾ, ਪਰ ਉਹ ਕਿਹੜਾ ਜਾਣ ਕੇ ਡਿੱਗਿਆ ਸੀ ਜਾਂ ਕਿਸੇ ਨੇ ਡਿੱਗਿਆ ਸੀ। ਮਿਰਗੀ ਉੱਠੀ, ਨਾ ਪਤਾ ਰਿਹਾ। ਇਉਂ ਤੇ ਫਿਰ ਰਾਮ ਸਿਉਂ ਦੀ ਬਗੀਚੀ 'ਚ ਜਿਹੜੀ ਸ਼ਹੀਦਾਂ ਦੀ ਮਿੱਟੀ ਹੈ, ਉੱਥੇ ਵੀ ਕਿਸੇ ਮੌਕੇ ਕੋਈ ਸ਼ਹੀਦ ਹੋਇਆ ਹੀ ਹੋਊ। ਇਉਂ ਤਾਂ ਇਹ ਪਿੰਡ ਬਈ ਕਿਸੇ ਕਾਰਨੇ ਥੇ ਹੋਇਆ ਹੋਊ। ਹੁਣ ਭਾਵੇਂ ਆਖੀ ਜਾਂਦੇ ਨੇ ਆਖੇ ਦਿਓ ਨੇ ਢਾਇਆ ਸੀ। ਚੱਲ ਛੱਡ ਸੰਤਾ ਸਿਆਂ, ਗੀਤਾ 'ਚੋਂ ਸੁਣਾ ਕੁਛ, ਕਿਸੇ ਲੇਖੇ ਲੱਗਣ 2 ਪਲ। ਆਹੋ, ਆਖ ਸੰਤੇ ਨੇ ਖੀਸੇ 'ਚੋਂ ਸੀਖਾਂ ਦੀ ਡੱਬੀ ਕੱਢੀ ਤੇ ਦੀਵਾ ਡੰਗਿਆ। ਡੱਬੀ ਖੀਸੇ 'ਚ ਪਾ, ਹੱਥ ਜੋੜ, ਅੱਖਾਂ ਮੀਟ, ਅੱਖਾਂ ਵਿੱਚ ਕੁਝ ਆਖ ਦੀਵੇ ਦੀ ਲੋ ਨੂੰ ਪ੍ਰਣਾਮ ਕੀਤਾ। ਅਲਮਾਰੀ ਵਿੱਚੋਂ ਗੀਤਾ ਚੁੱਕੀ, ਉੱਪਰੋਂ ਰੁਮਾਲਾ ਲਾਇਆ। ਕੱਲ੍ਹ ਜਿੱਥੇ ਹੱਦ ਦੇ ਕੇ ਛੱਡੀ ਸੀ ਉੱਥੋਂ ਪੜ੍ਹਨੀ ਸ਼ੁਰੂ ਕੀਤੀ। ਤਬ ਕ੍ਰਿਸ਼ਨ ਭਗਵਾਨ ਬੋਲੇ, ਹੇ ਅਰਜਨ, ਪੱਕਾ ਫਲ ਟਾਹਣੀ ਨਾਲੋਂ ਟੁੱਟ ਪੈਂਦਾ ਹੈ ਤਾਂ ਜੋ ਹੋਰ ਕਿਧਰੇ ਜਾ ਕੇ ਆਪਣੀ ਯਾਤਰਾ ਪੂਰੀ ਕਰੇ। 9 ਮਹੀਨੇ ਮਾਂ ਬੱਚੇ ਨੂੰ ਆਪਣੇ ਗਰਭ 'ਚ ਰੱਖਦੀ ਹੈ ਤੇ ਅਖੀਰ ਤਿਆਗ ਦਿੰਦੀ ਹੈ, ਆਪਣੀ ਤੇ ਬੱਚੇ ਦੀ ਭਲਾਈ ਲਈ। ਸੰਨਿਆਸ ਤੇ ਤਿਆਗ ਦਾ ਭਾਵ ਇਹੀ ਹੈ। ਪਰਮਾਤਮਾ ਤੱਕ ਪਹੁੰਚਣ ਲਈ ਸੰਸਾਰ ਦਾ ਤਿਆਗ ਕੁਝ ਇਹੋ ਜਿਹੀ ਗੱਲ ਹੈ ਜੋ ਅਸੀਂ ਸਮਝਦੇ ਨਹੀਂ। ਤੇ ਦੂਰੋਂ ਸੰਤੇ ਨੇ ਰੱਖੀ ਨੂੰ ਆਉਂਦੀ ਨੂੰ ਦੇਖਿਆ, ਸਮਝ ਗਿਆ ਘਰ ਕੋਈ ਜ਼ਰੂਰੀ ਕੰਮ ਹੈ। ਹੱਦ ਦੇ ਕੇ ਗੀਤਾ ਬੰਦ ਕਰ ਦਿੱਤੀ, ਮੱਥਾ ਟੇਕਿਆ ਤੇ ਰੁਮਾਲੇ ਵਿੱਚ ਵਲੇਟਣ ਲੱਗ ਪਿਆ। ਤੂੰ ਚੱਲ, ਮੈਂ ਆਉਣਾ। ਉਹਨੇ ਰੱਖੀ ਨੂੰ ਬਾਹਰ ਅੱਗੇ ਖੜੀ ਵੇਖ ਕੇ ਕਿਹਾ। ਰੱਖੀ ਮੁੜ ਗਈ।
ਅੱਛਾ ਸੰਤਾ ਸਿਆਂ, ਇੱਕ ਪੁੜੀ ਰਾਤ ਨੂੰ ਗਰਮ ਦੁੱਧ ਨਾਲ ਲੈ ਲਾਂ ਅਤੇ ਇੱਕ ਸਵੇਰੇ ਦੁੱਧ ਨਾਲ। ਲੇਖੂ ਨੇ ਪੁੜੀਆਂ ਸਾਫੀ ਦੇ ਲੜ ਨਾਲ ਬੰਨ੍ਹਦਿਆਂ ਸੰਤੇ ਦੀ ਆਖੀ ਗੱਲ ਨੂੰ ਹੀ ਦੁਹਰਾ ਕੇ ਪੁੱਛਿਆ। ਆਹੋ ਬਸ, ਖੱਟੀ ਤਲੀ ਹੋਈ ਕੋਈ ਚੀਜ਼ ਨਾ ਖਾਈ, ਹੋਰ ਜੋ ਮਰਜ਼ੀ ਖਾ ਲਈ। ਸੰਤੇ ਨੇ ਘੜੀ ਵਿੱਚੋਂ ਗੜਵੀ ਵਿੱਚ ਪਾਣੀ ਪਾ ਓਕ ਨਾਲ ਪੀ ਮੁੜ ਹੱਟੀ ਦੇ ਅੰਦਰ ਆਉਂਦਿਆਂ ਦੱਸਿਆ। ਹੱਟੀ ਨੂੰ ਜੰਦਰਾ ਮਾਰ ਕੇ ਉਹ ਤੁਰਨ ਹੀ ਲੱਗਿਆ ਸੀ ਕਿ ਯਾਦ ਆਇਆ, ਲੰਘਦੇ ਨੂੰ ਸਰ ਦੀ ਬੁੜੀ ਪੁੜੀਆਂ ਫੇਰ ਪੁੱਛੂ ਅਤੇ ਦਵਾਈ ਅਜੇ ਰਗੜੀ ਨਹੀਂ। ਜੰਦਰਾ ਖੋਲ੍ਹ ਉਹਨੇ ਅਲਮਾਰੀ ਵਿੱਚੋਂ ਹਮਾਮ ਦਸਤਾ ਕੱਢਿਆ ਅਤੇ ਜੜੀ ਬੂਟੀਆਂ ਕੁੱਟਣ ਬੈਠ ਗਿਆ। ਸੋਚਿਆ ਰੱਖੀ ਖਬਰ ਨਹੀਂ ਕਾਹਤੋਂ ਸੱਦਣ ਆਈ ਸੀ। ਬੱਦਲ ਘੋਰਿਆ, ਕੋਈ ਕਣੀ ਡਿੱਗੀ। ਅੰਦਰਲੇ ਘਰ ਰੱਖੀ ਮੋਗਾ ਢੱਕਣ ਕੋਠੇ 'ਤੇ ਚੜ੍ਹੀ। ਮੋਗਾ ਢੱਕ ਕੇ ਲੱਕੜ ਦੀ ਡੰਡਿਆਂ ਵਾਲੀ ਪੌੜੀ ਉਤਰਦੀ ਉਹ ਬੁੜਬੁੜਾਈ। ਨਿੱਝ ਹੋਈ ਹੁਣ ਥਾਈ ਨਹੀਂ ਮੁੜੀ। ਬਾਹਰ ਕੰਨੀ ਗਈ, ਵੀ ਤੂੰ ਛੇਤੀ ਘਰ ਨੂੰ ਆ, ਹਨੇਰਾ ਹੋ ਗਿਆ, ਉੱਤੋਂ ਬੱਦਲ ਚੜ੍ਹਿਆ ਹੁੰਦਾ। ਵੇ ਤੂੰ ਕਾਹਤੋਂ ਰੀ ਨਹੀਂ ਲਾਈ ਐ ਦਿਆਲ, ਟੁੱਕ ਦਿਆਂ। ਆਖਦੀ ਰੱਖੀ ਨੇ ਹਾਰੇ 'ਚੋਂ ਦਾਲ ਦੀ ਤੌੜੀ ਕੱਢੀ, ਛੰਨੇ 'ਚ ਪਾਣੀ ਨਿਤਾਰਿਆ ਅਤੇ ਘੋਟਣ ਲੱਗ ਪਈ। ਮੈਂ ਤਾਂ ਗੁੜ ਨਾਲ ਖਾਊਂਗਾ ਰੋਟੀ। ਦਿਆਲ ਨੇ ਝੱਗੇ 'ਚ ਹੋਈ ਮੋਰੀ ਵਿੱਚ ਉਂਗਲੀ ਪਾਉਂਦਿਆਂ ਕਿਹਾ। ਗੁੜ ਨਾਲ ਖਾਏਂਗਾ, ਅੱਖਾਂ ਵੀ ਦੁਖਣੀਆਂ ਆ ਜਾਣਗੀਆਂ। ਵੇ ਨਾ ਪਾੜ ਝੱਗਾ, ਬੀਹ 'ਚ ਦੇਖ ਤੇਰੀ ਬੀਬੀ ਆਉਂਦੀ ਆ ਕਿਤੇ। ਰੱਖੀ ਨੇ ਛੋਲਿਆਂ ਦੀ ਦਾਲ ਘੋਟ ਛੰਨੇ ਵਾਲਾ ਪਾਣੀ ਤੌੜੀ 'ਚ ਪਾ ਕੇ ਹਿਲਾਉਂਦਿਆਂ ਕਿਹਾ, ਮੈਂ ਨਹੀਂ ਦੇਖਦਾ। ਦਿਆਲ ਤੜਿੰਗ ਹੋ ਕੇ ਬੋਲਿਆ, ਚੰਗਾ ਦਿਉਂਗੀ ਗੁੜ ਨਾਲ ਰੋਟੀ, ਪਹਿਲਾਂ ਦੇਖਿਆ। ਭੱਜਾ ਦਿਆਲ ਦੇਖਣ ਗਿਆ। ਰੱਖੀ ਨੇ ਗਊ ਦੀ ਧਾਰ ਚੋਈ, ਦੁੱਧ ਪੀੜੇ 'ਚ ਰੱਖਿਆ। ਗਿੱਲੇ ਗੋਹਿਆਂ ਨਾਲ ਛਟੀਆਂ ਦਾ ਰੁੱਗ ਲਾ ਕੇ ਫੂਕਾਂ ਮਾਰਦੀ ਉਹ ਫਿਰ ਬੁੜਬੁੜਾਈ। ਇਸ ਬਹੂ ਦਾ ਜਮਾ ਹੀ ਡਰ ਭੌ ਲੱਥਿਆ। ਜੋਤੇ ਦੀ ਗਈ ਹੈ, ਖਬਰ ਨਹੀਂ ਕਾਹਨੇ ਫੜ ਲਈ। ਮੰਜੇ ਕੋਠੇ ਤੋਂ ਲਾਹੁਣ ਵਾਲੇ ਪਏ ਨੇ, ਘੜਾ ਭਰ ਕੇ ਲਿਆਉਣਾ। ਨਹੀਂ ਬੇਬੇ ਕਿਤੇ ਨਹੀਂ ਆਉਂਦੀ। ਜਦੋਂ ਦਿਆਲ ਨੇ ਆ ਕੇ ਦੱਸਿਆ, ਰੱਖੀ ਨੇ ਚੱਕਲੇ ਉੱਪਰਲੀ ਰੋਟੀ ਮੁੜ ਪਰਾਤ 'ਚ ਸੁੱਟਤੀ। ਚੁੱਲ੍ਹੇ ਵਿੱਚੋਂ ਅੱਗ ਬਾਹਰ ਖਿੱਚ ਦਿੱਤੀ। ਆਟੇ ਉੱਤੇ ਛਾਬਾ ਮੂਧਾ ਮਾਰ ਕੇ ਉਹ ਖੜੀ ਹੋਈ। ਕਾਹਲੀ ਨਾਲ ਕੋਠੀ ਵਿੱਚੋਂ ਗੁੜ ਦੀ ਡਲੀ ਕੱਢ ਰੋਟੀ ਉੱਤੇ ਧਰ ਦਿਆਲ ਨੂੰ ਫੜਾ ਕੇ ਉਹਨੇ ਪੀੜੇ ਵਿੱਚੋਂ ਚੁੱਕ ਕੇ ਦੁਧੌੜੀ ਵਿੱਚ ਪਾ ਕੇ ਉੱਤੇ ਕੁੰਡਾ ਮੂਧਾ ਮਾਰ ਦਿੱਤਾ। ਦਿਆਲ ਦਾ ਹੱਥ ਫੜੀ ਉਹ ਬਾਹਰ ਨੂੰ ਤੁਰ ਪਈ। 10 ਕੁ ਕਦਮ ਜਾ ਕੇ ਯਾਦ ਆਇਆ, ਬਾਰ ਤਾਂ ਖੁੱਲ੍ਹਾ ਹੀ ਛੱਡ ਆਈ ਆ। ਮੁੜ ਕੇ ਆ ਕੇ ਬਾਰ ਭੇੜਿਆ, ਕੁੰਡਾ ਡਾਇਆ। ਤੂੰ ਦਿਆਲ ਪੁੱਤ, ਧਨਕੁਰ ਦੇ ਪਿੱਲੇ ਨਾਲ ਚੌਂਕੜੀਆਂ 'ਤੇ ਖੇਡ, ਮੈਂ ਹੁਣੇ ਆਈ। ਆ ਜਾਵੇ ਪਿੱਲਿਆ, ਭਲਕੇ ਕੌਡੀਆਂ ਦੇਊਂਗੀ ਤੈਨੂੰ, ਆ ਕੇ ਦਿਆਲ ਨਾਲ ਖੇਡ। ਬੀਹੀ 'ਚ ਤੁਰੀ ਜਾਂਦੀ ਰੱਖੀ ਦਾ ਪੈਰ ਅੜਕਿਆ। ਖਬਰ ਨਹੀਂ ਕਿਹੜੇ ਨਪੁੱਤੇ ਇੱਟਾਂ ਰੋੜੇ ਰਾਹ 'ਚ ਖਡਾ ਦਿੰਦੇ ਨੇ। ਰੱਖੀ ਨੇ ਮਨ 'ਚ ਆਖਿਆ ਤੇ ਅੱਧੀ ਸਾਰੀ ਇੱਟ ਰਾਹ 'ਚ ਚੁੱਕ ਕੇ ਚਰਨੇ ਦੇ ਓਟੇ ਕੋਲ ਧਰਦੀ ਬੋਲੀ, ਕੁੜੇ ਚਰਨੋਂ, ਇੱਧਰ ਸਾਡੀ ਸੀਤਾ ਤਾਂ ਨਹੀਂ ਖੜੀ ਕਿਸੇ ਕੋਲ, ਪੈਰ ਦੀ ਗਈ ਆ ਬਾਹਰ ਕੰਨੀ। ਨਾ ਬੇਬੇ ਮੈਂ ਤਾਂ ਦੇਖੀ ਨਹੀਂ। ਆਖ ਚਰਨੋਂ ਪਾਥੀਆਂ ਦਾ ਟੋਕਰਾ ਚੁੱਕੀ ਅੰਦਰ ਵੜ ਗਈ। ਰੱਖੀ ਗਾਹਾਂ ਗਈ ਭੱਠੀ ਵਾਲੇ ਖੂਹ ਤੱਕ। ਇਹਨੂੰ ਅੱਜ ਪੈਰ ਕੀ ਗਿਆ। ਮੱਥੇ 'ਤੇ ਹੱਥ ਧਰ ਕੇ ਹਨੇਰੇ 'ਚ ਦੂਰ ਤੀਕ ਝਾਕਦੀ ਉਹ ਬੋਲੀ। ਖੂਹ ਤੋਂ ਅੱਗੇ ਅੜਾ ਖੋੜ ਲੰਘ ਕੇ ਗਿਆਨਦਾਸ ਦੇ ਡੇਰੇ ਨੂੰ ਜਾਂਦੀ ਡੰਡੀ ਉੱਤੇ ਵੀ ਉਹਨੂੰ ਕੋਈ ਆਉਂਦਾ ਜਾਂਦਾ ਨਾ ਦਿਸਿਆ। ਖਬਰ ਨਹੀਂ ਡੱਡਲੀ ਕੰਨੀਓਂ ਗਈ ਹੋਵੇ ਤੇ ਘਰ ਆ ਵੀ ਗਈ ਹੋਵੇ, ਸੋਚਦੀ ਉਹ ਪਰਤ ਪਈ। ਪਰ ਬਾਹਰ ਉਸੇ ਤਰ੍ਹਾਂ ਬੰਦ ਸੀ। ਦਿਆਲ ਤੇ ਪਿੱਲੂ ਚੌਂਕੜੀ 'ਤੇ ਬੈਠੇ ਕਿਸੇ ਗੱਲੋਂ ਹੱਸ ਰਹੇ ਸੀ। ਦਿਆਲ ਆਈ ਨਹੀਂ ਤੇਰੀ ਬੀਬੀ। ਦਿਆਲ ਨੇ ਨਾਂਹ ਵਿੱਚ ਸਿਰ ਮਾਰਿਆ। ਜਕੋ ਤਕੋ ਕਰਦੀ ਉਹ ਬਚਨੇ ਦੇ ਮੂਹਰਲੇ ਘਰ ਵੱਲ ਤੁਰ ਪਈ। ਉਹ ਤਾਂ ਕਦੇ ਇੰਨਾ ਚਿਰ ਲਾਉਂਦੀ ਨਹੀਂ ਹੁੰਦੀ, ਰੱਖੀ ਨੇ ਫਿਕਰਮੰਦ ਹੋ ਕੇ ਸੋਚਿਆ। ਸਰਦੀ ਬੁੜੀ ਦੀ ਦੇਹਲੀ 'ਤੇ ਬੈਠਾ ਡੱਬੂ ਭੌਂਕਿਆ, ਪਰ ਰੱਖੀ ਨੂੰ ਸਿਆਣ ਆਪੇ ਚੁੱਪ ਕਰ ਗਿਆ। ਗਬਲੀ ਬੀਹੀ ਲੰਘਦੀ ਦਾ ਉਹਦਾ ਪੈਰ ਗਾਰੇ 'ਚ ਪੈ ਗਿਆ। ਜਾਏ ਖਾਣੇ ਦਾ ਕੁਛ ਦੀਂਦਾ ਕਿਹੜਾ ਹਨੇਰੇ 'ਚ। ਬਚਨੇ ਦੇ ਬਾਹਰਲੇ ਘਰ ਦੇ ਵਾਗਲੇ ਦਾ ਫਿੜਕਾ ਧੱਕ ਕੇ ਕੋਈ ਅੰਦਰ ਲੰਘਿਆ। ਗੱਲਾਂ ਕਰਨ ਵਾਲੇ ਚੌਂਕੇ, ਪਰ ਇਹ ਤਾਂ ਨਾਥ ਦੀ ਬੇਬੇ ਰੱਖੀ ਸੀ। ਬਚਨਾ ਵਾਂਢਿਓਂ ਆਏ 2-3 ਬੰਦਿਆਂ ਨਾਲ ਮੰਜੇ ਉੱਤੇ ਬੈਠਾ ਗੱਲਾਂ ਕਰ ਰਿਹਾ ਸੀ ਤੇ ਨਾਥ ਇੱਕ ਪਾਸੇ ਇੱਟਾਂ ਧਰ ਕੇ ਚਾਹ ਬਣਾ ਰਿਹਾ ਸੀ। ਨਾਥ ਘਰ ਨੂੰ ਆਈ ਛੇਤੀ। ਆਖ ਰੱਖੀ ਮੁੜਨ ਹੀ ਲੱਗੀ ਸੀ ਕਿ ਬਚਨੇ ਨੇ ਕਿਹਾ, ਕੀ ਗੱਲ ਆ ਤਾਈ? ਰੱਖੀ ਤੂੰ ਤਾਂ ਇਉਂ ਘਬਰਾਈ ਫਿਰਦੀ ਆ ਜਿਵੇਂ ਨਾਥ ਦੀ ਬਹੂ ਨੂੰ ਚੋਰ ਲੈ ਗਏ ਹੁੰਦੇ ਆ।
ਰੱਖੀ ਨੇ ਕੋਈ ਉੱਤਰ ਨਾ ਦਿੱਤਾ। ਉਹਨੀ ਪੈਰੀ ਮੁੜ ਆਈ। ਨਾਥ ਜਦੋਂ ਚਾਹ ਚੂਹ ਪਿਲਾ ਕੇ ਘਰ ਮੁੜਿਆ ਤਾਂ ਰੱਖੀ ਬਾਹਰ ਵਿੱਚ ਖੜੀ ਉਡੀਕ ਰਹੀ ਸੀ। ਕੀ ਗੱਲ ਬੇਬੇ? ਨਾਥ ਨੇ ਅੰਦਰ ਲੰਘਦਿਆਂ ਪੁੱਛਿਆ। ਵੇ ਨਾਥ ਕੀ ਦੱਸਾਂ, ਸੀਤਾ ਆਥਣੇ ਜੇ ਬਾਹਰ ਕੰਨੀ ਗਈ ਸੀ, ਹੁਣ ਥਾਈ ਨਹੀਂ ਮੁੜੀ। ਮੈਂ ਭੱਠੀ ਵਾਲੇ ਖੂਹ ਤਾਈਂ ਦੇਖ ਆਈ ਹਾਂ, ਕਿਤੇ ਨਹੀਂ ਦਿਸੀ। ਨਿੱਜ ਹੋਈ ਨੂੰ ਖਾਨੀ ਕੀ ਪੈਰ ਗਿਆ। ਆ ਜਾਂਦੀ ਆ, ਖੜ ਗਈ ਹੋਊ ਕਿਸੇ ਕੋਲ। ਤੈਂ ਭੋਲੀ ਦੇ ਘਰੋਂ ਪਤਾ ਕੀਤਾ? ਨਾਥ ਨੇ ਗਾੜੇ ਹਨੇਰੇ ਕੰਨੀ ਝਾਕਦਿਆਂ ਕਿਹਾ। ਭੋਲੀ ਤਾਂ ਹੁਣ ਮੈਥੋਂ ਜਾਗ ਲੈ ਕੇ ਗਈ ਹੈ। ਗਈ ਕਦੋਂ ਕਦੀ ਹੈ? ਮੈਂ ਕਰਦਾ ਪਤਾ। ਨਾਥ ਨੇ ਪਰਨਾ ਝਾੜ ਕੇ ਮੁੜ ਮੋਢੇ 'ਤੇ ਰੱਖਦਿਆਂ ਕਿਹਾ। ਜੋਤਾ ਹੋ ਗਿਆ ਗਈ ਨੂੰ, ਅਜੇ ਦਿਨ ਦੀ ਲਿਸ਼ਕੋਰ ਸੀ ਜਦੋਂ ਦੀ ਗਈ ਹੈ। ਪਿੱਛੋਂ ਮੈਂ ਹੱਥ ਸਾਰਾ ਖੇਸ ਸਿਉਣਾ ਰਹਿੰਦਾ ਸੀ। ਪਹਿਲਾਂ ਉਹ ਸਿਉਂਤਾ, ਫਿਰ ਚੁੱਲ੍ਹੇ ਨੂੰ ਮਿੱਟੀ ਲਾਈ, ਧਾਰ ਕੱਢੀ, ਦਾਲ ਘੋਟੀ, ਹੱਟੀ ਤੇਰੇ ਬਾਪੂ ਤਾਈਂ ਗਈ। ਪਰ ਉਹ ਤਾਂ ਚੰਦਰੀ ਕਿਤੇ ਬਿੰਦ ਨਹੀਂ ਸੀ ਅਟਕਦੀ। ਮੈਨੂੰ ਤਾਂ ਬਲਾਂ ਹੀ ਸੰਸਾ ਹੋ ਗਿਆ। ਇਉਂ ਕਰ, ਤੂੰ ਭੱਠੀ ਵਾਲੇ ਖੂਹ ਕੰਨੀ ਦੀ ਜਾ ਕੇ ਟੋਭੇ ਪਹੇ ਦੀ ਹੋ ਕੇ ਡਡਲੀ ਦੇਖ ਕੇ ਆ। ਮੈਂ ਤੇਰੇ ਬਾਪੂ ਨੂੰ ਲਿਆਉਣੀ ਆ ਸੱਦ ਕੇ। ਨਾਥ ਨੇ ਦੇਹਲੀਓਂ ਬਾਹਰ ਪੈਰ ਰੱਖਿਆ ਹੀ ਸੀ ਕਿ ਬੀਹੀ 'ਚ ਕਿਸੇ ਨੇ ਛਿੱਕਿਆ। ਮਖਾ ਨਾਥ, ਪੈਰ ਮਲ ਲੈ ਝੱਟ, ਛਿੱਕ ਵੱਜੀ ਆ ਮਗਰੋਂ। ਇਉਂ ਕਰ, ਪਾਣੀ ਦੀ ਘੁੱਟ ਪੀ ਲੈ। ਨਾਥ ਨੇ ਮੁੜ ਕੇ ਰੱਖੀ ਵੱਲ ਵੇਖਿਆ। ਕੀ ਕਮਲੀਆਂ ਗੱਲਾਂ ਕਰਦੀਆਂ ਬੇਬੇ? ਕਹਿੰਦਾ ਚੱਕਵੇਂ ਪੈਰੀਂ ਅਗਾਂਹ ਲੰਘ ਗਿਆ। ਚੰਗਾ ਭਲਾ ਮੈਂ ਆਖ ਕੇ ਆਈ ਹਾਂ ਵੀ ਘਰ ਨੂੰ ਆਈ, ਉੱਥੇ ਹੀ ਬੈਠਾ। ਰੱਖੀ ਬੁੜਬੁੜ ਕਰਦੀ ਜਾ ਰਹੀ ਸੀ ਜਦੋਂ ਸੰਤਾ ਉਹਨੂੰ ਅੱਗਿਓਂ ਆਉਂਦਾ ਮਿਲ ਪਿਆ। ਕੀ ਗੱਲ ਆ ਨਾਥ ਦੀ ਬੇਬੇ? ਕੀ ਦੱਸਾਂ, ਸੀਤਾ ਆਥਣ ਦੀ ਬਾਹਰ ਕੰਨੀ ਗਈ, ਮੁੜੀਓ ਹੀ ਨਹੀਂ। ਕੱਲੀਓ ਗਈ ਸੀ? ਆਹੋ ਤੇ ਹੋਰ ਕੀ, ਕੱਲੀ ਨੂੰ ਕਾਹਨੂੰ ਜਾਣ ਦਿੰਦੀ ਹੁੰਦੀ ਹੈ? ਤੈਨੂੰ ਪਤਾ ਅਗਲੇ ਤਾਂ ਹੁਣ ਵੇਲੇ ਹੀ ਨਹੀਂ ਰਹੇ। ਲੈ ਹੈ ਕੀ ਗੱਲਾਂ ਕਰਦਾ, ਐਉਂ ਜਾਣੀ ਨੇਰ ਪਿਆ ਹੋਇਆ। ਨਾਲੇ ਬਾਹਰ ਅੰਦਰ ਗਏ ਬਿਨਾਂ ਕਿਵੇਂ ਸਰਦਾ? ਘਰ ਪਹੁੰਚੇ ਅੱਗੇ ਨਾਥ ਡਿਊਟੀ 'ਚ ਹੀ ਖੜਾ ਸੀ। ਨਾਥ ਹੈ? ਰੱਖੀ ਨੇ ਪੁੱਛਿਆ। ਆਹੋ ਬੇਬੇ, ਮੈਂ ਤਾਂ ਸਾਰਾ ਦੇਖ ਆਇਆ, ਜੀਤੋ ਤੋਂ ਵੀ ਪੁੱਛ ਆਇਆ। ਹੈ ਵੀ ਕਿੱਧਰ ਨੂੰ ਜਾਈਏ? ਲੋੜਾ ਕੀ ਪੈ ਗਿਆ? ਲੋਕ ਸੁਣਨਗੇ ਤਾਂ ਕੀ ਆਖਣਗੇ ਵੀ ਇਹਨਾਂ ਦੀ ਬਹੂ ਖਾਣੀ ਕਿੱਧਰ ਨੂੰ ਬਾਗੀ? ਰੱਖੀ ਨੇ ਮੱਥੇ 'ਤੇ ਦੁਹੱਥੜ ਮਾਰ ਕੇ ਕਿਹਾ। ਬੇਬੇ ਮੰਜੀ ਡਾਹ ਦੇ, ਸੋਣਾ। ਦਿਆਲ ਨੇ ਅੱਖਾਂ ਮਲਦੇ ਨੇ ਕਿਹਾ। ਰੱਖੀ ਨੇ ਮੰਜੀ ਡਾਹਤੀ, ਉੱਤੇ ਕੰਧੋਲੀ ਵਿਛਾਤੀ। ਦਿਆਲ ਪੈ ਗਿਆ ਤੇ ਪੈਂਦਾ ਹੀ ਸੌਂ ਗਿਆ। ਸੰਤਾ ਉਖੜਿਆ ਜਿਹਾ ਸਿਰ ਫੜ ਕੇ ਦਿਆਲ ਦੀ ਪੈਨ 'ਤੇ ਬੈਠ ਗਿਆ। ਨਾਥ ਜਕੋ ਤਕੋ 'ਚ ਖੜਾ ਸੀ। ਰੱਖੀ ਨੇ ਗਊ ਨੂੰ ਕੱਖ ਪਾਏ, ਦੁੱਧ ਨੂੰ ਜਾਗ ਲਾਈ, ਫਿਰ ਭੁੰਜੇ ਬੋਰੀ ਦਾ ਪੱਲੜ ਸੁੱਟ ਕੇ ਦਿਆਲ ਦੀ ਮੰਜੀ ਕੋਲ ਬੈਠ ਗਈ। ਜ਼ੋਰ ਦੀ ਬੱਦਲ ਗਰਜਿਆ। ਹਾਂ ਤਾਂ ਕਿਤੇ ਬਿਜਲੀ ਡਿੱਗੀ ਲੱਗਦੀ ਹੈ। ਹੇ ਰਾਮ, ਸੁੱਖ ਰੱਖੀ ਰੱਬਾ। ਰੱਖੀ ਨੇ ਸਿਰ ਉੱਪਰਲਾ ਲੀੜਾ ਠੀਕ ਕਰਦੀ ਨੇ ਕਿਹਾ। ਮੈਂ ਬਚਨੇ ਕੋਲ ਚੱਲਿਆ, ਆਖਦਾ ਨਾਥ ਘਰੋਂ ਬਾਹਰ ਹੋ ਗਿਆ। ਕੀ ਕਰੀਏ? ਸੰਤੇ ਨੇ ਆਪਣੀ ਪੱਗ ਲਾ ਕੇ ਮੁੜ ਲਪੇਟਦਿਆਂ ਰੱਖੀ ਦੀ ਥਾਂ ਬਹੁਤਾ ਆਪਣੇ ਆਪ ਨੂੰ ਆਖਿਆ। ਫਿਰ ਕੁਝ ਸੋਚ ਕੇ ਉੱਠ ਖੜਾ ਹੋਇਆ। ਮੈਂ ਬਦਰੇ ਚੌਕੀਦਾਰ ਕੋਲ ਚੱਲਿਆ। ਆਖ ਉਹਨੇ ਜੁੱਤੀ ਲਾ ਕੇ ਝਾੜ ਕੇ ਪਾਈ, ਸਾਫੀ ਨਾਲ ਮੱਥਾ ਪੂੰਝਿਆ, ਸ਼ਾਇਦ ਪਸੀਨਾ ਆ ਗਿਆ ਸੀ ਤੇ ਚਲਾ ਗਿਆ। ਰੱਖੀ ਨੇ ਬੌਂਦਲੀ ਜਿਹੀ ਨੇ ਉੱਠ ਕੇ ਦੀਵਾ ਟੰਗਿਆ, ਹਮੇਸ਼ਾ ਵਾਂਗ ਦੀਵੇ ਦੀ ਲੋ ਨੂੰ ਸਿਰ ਝੁਕਾਇਆ, ਤੱਥੇ ਨੂੰ ਦੀਵੇ ਨਾਲ ਲਾ ਕੇ ਚੁੱਲ੍ਹੇ 'ਚ ਅੱਗ ਬਾਲੀ, ਤਵਾ ਧਰਿਆ, ਆਟੇ ਨੂੰ ਮੁੱਕੀ ਦੇਣ ਲੱਗੀ। ਕੁੜੇ ਘਰੇ ਆ ਰੱਖੀ? ਬਾਹਰੋਂ ਚੰਦ ਕੌਰ ਨੇ ਆਵਾਜ਼ ਦਿੱਤੀ। ਆਹੋ ਬੇਬੇ, ਮੱਥਾ ਟੇਕਦੀਆਂ ਆ ਜਾ। ਰੱਖੀ ਨੇ ਝੋਕਾ ਚੁੱਲ੍ਹੇ 'ਚੋਂ ਬਾਹਰ ਖਿੱਚ ਕੇ ਆਟੇ 'ਤੇ ਪੌਣਾ ਦੇ ਕੇ ਹੱਥ ਧੋਤੇ ਤੇ ਓਟ ਕੋਲੇ ਪੀੜੀ ਚੁੱਕ ਕੇ ਚੰਦ ਕੌਰ ਦੇ ਬੈਠਣ ਲਈ ਦਿੱਤੀ। ਕਿਵੇਂ ਆਈ ਬੇਬੇ ਐਸ ਵੇਲੇ? ਰੱਖੀ ਨੇ ਪੁੱਛਿਆ। ਜਿਉਂਦੀ ਵਸਦੀ ਰਹੋ ਕੁੜੇ। ਕਾਹਦੀ ਆਈ ਆਂ? ਮੈਂ ਤਾਂ ਇੱਕ ਕੰਮ ਆਈ ਆਂ ਸੰਤੇ ਕੋਲ, ਬਈ ਭਲਕੇ ਸੀਬੋ ਕੋਲ ਜਾ ਆਵੇ। ਆਥਣੇ ਕਿਸੇ ਤੋਂ ਉੜਦੀ ਜੀ ਸੋ ਸੁਣੀ ਐ, ਆਖੇ ਲੜਾਈ ਹੋ ਪਈ, ਸੱਟਾਂ ਲੱਗੀਆਂ ਪ੍ਰਾਹੁਣੇ ਦੇ। ਮੇਰੇ ਤਾਂ ਜਾਣੀ ਉਦੋਂ ਦੀ ਪਾਣੀ ਦਾ ਘੁੱਟ ਕਿਹੜਾ ਲੰਘਦਾ ਹੈ। ਡਰਦੀ ਨੇ ਮੁੰਡਿਆਂ ਕੋਲ ਨਹੀਂ ਗੱਲ ਕੀਤੀ ਵੀ ਅੱਗ ਹੱਥਿਆਂ ਨੇ ਉਦੋਂ ਹੀ ਤੁਰ ਜਾਣਾ ਗੰਡਾਸੇ ਲੈ ਕੇ। ਕੋਈ ਕਾਰਾ ਕਰ ਬੈਠਣਗੇ ਵੀ ਸਾਡੇ ਜਿਉਂਦਿਆਂ ਕੋਈ ਪ੍ਰਾਹੁਣੇ ਕੋਲ ਕੰਨੀ ਝਾਕ ਜੇ। ਆ ਜਾਂਦਾ ਹੁਣੇ ਆਖ ਦੂੰਗੀ। ਤੂੰ ਕਿਵੇਂ ਢਿੱਲੀ ਜੀ ਬੋਲਦੀ ਐ? ਚਿੱਤ ਤਾਂ ਰਾਜੀ ਹੈ? ਆਹੋ ਰਾਜੀ ਹੈ ਬੇਬੇ। ਸੀਤਾ ਨਹੀਂ ਦਿੰਦੀ ਕਿਧਰੇ? ਤੈਨੂੰ ਕੀ ਦੱਸਾਂ ਬੇਬੇ, ਆਥਣੇ ਜੇ ਬਾਹਰ ਕੰਨੀ ਗਈ ਸੀ, ਮੁੜੀ ਹੋਈ ਨਹੀਂ। ਮੇਰੀ ਤਾਂ ਜਾਣੀ ਜਾਨ ਮੁੱਠੀ 'ਚ ਆਈ ਹੋਈ ਹੈ। ਕੁੜੇ, ਪਤਾ ਸਤਾ ਕਰੋ ਜਾ ਕੇ।
ਉੱਤੋਂ ਰਾਤ ਤੁਰੀ ਆਉਂਦੀ ਹੈ, ਹੋਰ ਨਾ ਕੋਈ ਕਾਰਾ ਹੋ ਜੇ। ਮੈਂ ਭੇਜਦੀ ਹਾਂ ਹਰਚੰਦ ਦੇ ਬਾਪੂ ਨੂੰ। ਸੰਤਾ ਕਿੱਥੇ ਆ? ਬਦਰੇ ਕੋਲ ਗਿਆ ਤੇ ਨਾਥ ਬਚਨੇ ਨੂੰ ਸੱਦਣ। ਤੂੰ ਚੁੱਪ ਕਰੀ ਕਾਹਨੂੰ ਬੈਠੀ ਐ? ਦੁਹਾਈ ਦੇ ਕੇ ਲੋਕ ਇਕੱਠੇ ਕਰੋ, ਟੋਲ ਭਾਲ ਕਰੋ, ਰਾਹ ਰੋਕੋ। ਹੈ ਮੈਂ ਮਰ ਗਈ? ਪਲੋ ਪਲੀ 'ਚ ਕਿੰਨੇ ਹੀ ਲੋਕ ਇਕੱਠੇ ਹੋ ਗਏ। ਲਾਲਠਨਾਂ ਲੈ ਕੇ ਡਾਂਗਾਂ ਚੁੱਕੀ, ਕੁਝ ਰਾਹ ਰੋਕਣ ਨੂੰ ਭੱਜੇ, ਕੁਝ ਟੋਲਣ ਚੜ੍ਹੇ। ਤੀਵੀਆਂ ਨਾਲ ਘਰ ਭਰ ਗਿਆ। ਕੋਈ ਆਖੇ ਖੇਤ 'ਚ ਕੁਛ ਲੜ ਲੁੜੀ ਨਾ ਗਿਆ ਹੋਵੇ, ਕੋਈ ਕਹੇ ਮੜੀਆਂ ਕੰਨੀ ਤਾਂ ਨਹੀਂ ਗਈ, ਹੋਰ ਛਾਇਆ ਹੋ ਗਈ ਹੋਵੇ ਤੇ ਦੰਦਲ ਪਈ ਡਿੱਗੀ ਪਈ ਹੋਵੇ। ਕੋਈ ਆਖੇ ਭਾਈ ਖੂਹ ਖਾਤੇ ਹੀ ਦੇਖ ਲਓ, ਬੰਦੇ ਦੇ ਜੀ ਦਾ ਕੁਛ ਨਹੀਂ ਪਤਾ ਹੁੰਦਾ, ਹਰਖ ਦਾ ਮਾਰਿਆ ਨਰਕ 'ਚ ਜਾ ਡਿੱਗਦਾ। ਸਰਦੀ ਬੁੜੀ ਆਖ ਰਹੀ ਸੀ, ਮੈਂ ਆਪ ਆਥਣੇ ਚੰਗੀ ਭਲੀ ਜਾਂਦੀ ਦੇਖੀ ਐ, ਮੈਨੂੰ ਮੱਥਾ ਟੇਕ ਕੇ ਲੰਘੀ ਐ। ਮੈਂ ਦਰਾਂ ਮੂਹਰੇ ਬੈਠੀ ਗਲੋਟੇ ਢੇਰਦੀ ਸੀ। ਬਚਨੀ ਨੇ ਦੱਸਿਆ, ਦੁਪਹਿਰੇ ਅਜੇ ਮੇਰੀ ਲੋਹ ਤੋਂ ਰੋਟੀਆਂ ਲਾ ਕੇ ਲਿਆਈ ਐ। ਕੁੜੇ ਬੇਬੇ ਰੱਖੀ ਪੇਕੀ ਨਾ ਉੱਠ ਗਈ ਹੋਵੇ, ਪਤਾ ਮੰਗਾ ਲਓ। ਜੀਤੇ ਨੂੰ ਜਦੋਂ ਦਾ ਪਤਾ ਲੱਗਿਆ ਸੀ ਰੋਈ ਜਾਂਦੀ ਸੀ। ਅਖੇ ਸੁੱਖ ਨਹੀਂ ਦਿੰਦੀ। ਉਹ ਬਿਨਾਂ ਦੱਸੇ ਘਰੋਂ ਪੈਰ ਪੁੱਟਣ ਵਾਲੀ ਸੀ ਕਿਤੇ। ਸਾਰੇ ਪਿੰਡ 'ਚ ਸੋਹਰਾ ਸੋਹਰਾ ਹੋ ਗਈ ਬਈ ਨਾਈਆਂ ਦੀ ਬਹੂ ਨਹੀਂ ਥਿਆਉਂਦੀ। ਕੋਠਿਆਂ 'ਤੇ ਪਏ ਲੋਕ ਇੱਕ ਦੂਜੇ ਨੂੰ ਬੁਲਾ ਬੁਲਾ ਪੁੱਛਣ, ਫਲਾਣਿਆ ਤੈਂ ਕੁਝ ਸੁਣਿਆ? ਨਾਥ ਦੀ ਬਹੂ ਖਬਰ ਨਹੀਂ ਕਿੱਧਰ ਭੱਗ ਗਈ। ਜਿੱਥੇ ਕਿਤੇ ਦੇਖੋ ਤੀਵੀਆਂ ਕੀ ਆਦਮੀ ਕੀ ਖੜੇ ਇਹੀ ਗੱਲਾਂ ਕਰਦੇ ਵੀ ਇਹ ਤਾਂ ਪਿੰਡ 'ਚ ਨਵੀਂ ਓ ਗੱਲ ਹੋ ਗਈ। ਬਖਤੌਰੇ ਨੇ ਰੋਟੀ ਸੋਧਾ ਨੂੰ ਉਵੇਂ ਚਕਾਤੀ, ਅਖੇ ਚਿੱਤ ਨਹੀਂ ਮੰਨਦਾ। ਉੱਧਰ ਲਾਲਟਣਾ ਫੜੀ ਖਾਲੋ ਖਾਲ ਬੰਦਿਆਂ ਦੇ ਨਾਲ ਜਾਂਦੇ ਨਾਥ ਦਾ ਪੈਰ ਅੜਕਿਆ। ਤੂੰ ਤਕੜਾ ਹੋ ਨਾਥ, ਊਂ ਕਿਉਂ ਡਿੱਗਦਾ ਫਿਰਦਾ? ਇਉਂ ਨਹੀਂ ਆਪਾਂ ਉਹਨੂੰ ਕਿਧਰੇ ਜਾਣ ਦਿੰਦੇ, ਤੂੰ ਚਿੱਤ ਨਾ ਡੁਲਾ। ਬਚਨੇ ਨੇ ਨਾਥ ਦੇ ਮੋਢੇ 'ਤੇ ਹੱਥ ਰੱਖ ਕੇ ਕਿਹਾ। ਦੂਰ ਜੈਲਦਾਰਾਂ ਦੇ ਖੂਹ ਉੱਤੇ ਕਿਸੇ ਨੇ ਫਾਇਰ ਕੀਤਾ। ਹਨੇਰੇ 'ਚ ਪਿੱਪਲ ਦੇ ਤੋਂ ਪੰਛੀ ਫੜਫੜਾ ਕੇ ਉੱਡੇ। ਇੱਕ ਦਹਿਲ ਫਿਜ਼ਾ ਵਿੱਚ ਘੁਲ ਗਿਆ। ਨਾਥ ਤਾਂ ਧੱਕੇ ਖਲੋ ਗਿਆ। ਬਚਨਾ ਸਮਝ ਗਿਆ ਨਾਥ ਕਿਉਂ ਖਲੋ ਗਿਆ। ਉਹ ਸਾਰੇ ਜਣੇ ਵੱਟੋ ਵੱਟੀ ਸਿਰ ਤੋਂ ਉੱਚੀ ਮੱਕੀ ਵਿੱਚ ਹੀ ਜੈਲਦਾਰਾਂ ਦੇ ਖੂਹ ਵੱਲ ਨੂੰ ਮੁੜ ਪਏ। ਕਿਹੜੇ ਬਈਓ? ਉਹਨਾਂ ਨੂੰ ਦੂਰੋਂ ਜੈਲਦਾਰਾਂ ਦੇ ਮੁਖਤਿਆਰ ਭਾਨਸਿਓ ਫੌਜੀ ਨੇ ਲਲਕਾਰਿਆ। ਮੈਂ ਬਚਨਾ, ਨਾਲ ਨਾਥ ਹੈ, ਫੁੰਮਣ ਹੈ, ਧਰਮ ਸਿਉ ਹੈ। ਬਚਨੇ ਨੇ ਅਗਾਂਹ ਹੋ ਕੇ ਕਿਹਾ। ਕਿੱਧਰ ਨੂੰ ਚੜ੍ਹਾਈ ਕਰੀ ਆਉਂਦੇ ਹੋ? ਭਾਨਸਿਓ ਨੇ ਬੰਦੂਕ ਛੋਰ ਕਾਰਤੂਸ ਪਾਉਂਦਿਆਂ ਪੁੱਛਿਆ। ਨਾਥ ਦੀ ਬਹੂ ਆਥਣੇ ਬਾਹਰ ਕੰਨੀ ਗਈ ਸੀ, ਮੁੜੀ ਨਹੀਂ। ਉਹਨੂੰ ਭਾਲਦੇ ਫਿਰਦੇ ਆ, ਇੱਧਰ ਤਾਂ ਨਹੀਂ ਕਿਧਰੇ ਆਈ। ਮੈਂ ਸੋਚਿਆ ਕੋਈ ਗਾਂ ਮੈਂ ਖੋ ਗਈ, ਉਹਨੂੰ ਭਾਲਦੇ ਫਿਰਦੇ ਹੋ, ਭਾਨਸਿਓ ਨੇ ਹੱਸ ਕੇ ਕਿਹਾ। ਫਾਇਰ ਭਾਨਸਿਆਂ ਤੈਂ ਕੀਤਾ ਸੀ? ਫੁੰਮਣ ਨੇ ਪੁੱਛਿਆ। ਆਹੋ, ਨਵੇਂ ਕਾਰਤੂਸ ਲਿਆਂਦੇ ਸੀ। ਮੈਂ ਸੋਚਿਆ ਚਲਾ ਕੇ ਦੇਖ ਲਾਂ, ਨਾਲੇ ਗਿੱਦੜ ਗੁੱਦੜ ਨੱਠ ਜਾਣਗੇ ਮੱਕੀ 'ਚੋਂ। ਪਰਾਂ ਕੋਠੇ 'ਚ ਕੌਣ ਹੈ? ਦੀਵਾ ਜਲਦਾ ਵੇਖ ਬਚਨੇ ਨੇ ਪੁੱਛਿਆ। ਕੋਟਲੇ ਤੋਂ ਗਾਉਣ ਵਾਲੀ ਆਈ ਹੋਈ ਹੈ, ਸਰਦਾਰ ਕੋਲ। ਕਿਉਂ, ਕਰਦਾ ਚਿੱਤ ਗਾਉਣ ਸੁਣਨ ਨੂੰ? ਭਾਨਸਿਓ ਨੇ ਜਿਵੇਂ ਉਹਨਾਂ ਨੂੰ ਮਸ਼ਕਰੀ ਕੀਤੀ। ਉਹ ਚਾਰੇ ਕੱਚੇ ਜਿਹੇ ਹੋ ਕੇ ਪਰਤ ਪਏ। ਨਾਥ ਦੀ ਬਹੂ ਨੂੰ ਦਿਨ 'ਚ ਟੋਲਿਓ, ਹੁਣ ਰਾਤ ਨੂੰ ਉਹ ਤੁਹਾਨੂੰ ਕਿੱਥੋਂ ਥਿਆ ਜੂ? ਭਾਨਸਿਓ ਨੇ ਉਹਨਾਂ ਨੂੰ ਮੁੜੇ ਜਾਂਦਿਆਂ ਨੂੰ ਕਿਹਾ। ਕਤੀੜ ਜਾਤ, ਜੈਲਦਾਰਾਂ ਦਾ ਕਾਮਾ ਕਾਹਦਾ ਬਣ ਗਿਆ? ਜਿਵੇਂ ਕਤੂਰੇ ਭੌਂਕਣ ਲੱਗ ਪਏ ਨੇ। ਬਚਨੇ ਨੇ ਜ਼ਰਾ ਅਗਾਂਹ ਹੋ ਕੇ ਕਿਹਾ। ਮੜੀਆਂ ਕੋਲ ਟੋਭੇ ਕੰਨੀ, ਗਿਆਨਦਾਸ ਦੇ ਡੇਰੇ ਵੱਲ, ਖੂਹਾਂ ਉੱਤੇ, ਖੇਤਾਂ ਵਿੱਚ, ਵਾਹਣਾਂ ਵਿੱਚ, ਪਹਿਆਂ 'ਚ, ਡੰਡੀਆਂ ਉੱਤੇ ਲਾਲਟਨਾਂ ਦੇ ਨਿੱਕੇ ਨਿੱਕੇ ਚਾਨਣ ਤੁਰੇ ਫਿਰ ਰਹੇ ਸਨ। ਪਰ ਰਾਤ ਦਾ ਹਨੇਰਾ ਬਹੁਤ ਗਾੜਾ ਸੀ, ਹੱਥ ਨੂੰ ਹੱਥ ਮਾਰਿਆਂ ਕਿਹੜਾ ਦਿਸਦਾ ਸੀ। ਸਾਰੀ ਧਰਤੀ ਅੰਧਕਾਰ 'ਚ ਡੁੱਬੀ ਹੋਈ ਸੀ। ਉੱਤੋਂ ਘਟਾਕੋਪ ਹੋਇਆ ਵਰੂ ਵਰੂ ਕਰਦਾ ਅਸਮਾਨ ਜਿਵੇਂ ਸਾਹ ਰੋਕੀ ਖੜਾ ਸੀ। ਦੂਰੋਂ ਲੋਕ ਇੱਕ ਦੂਜੇ ਨੂੰ ਹੋਕਰੇ ਮਾਰ ਕੇ ਪੁੱਛਦੇ, ਉਹ ਭਗਤੂ ਲੱਗਿਆ ਕੁਛ ਪਤਾ? ਉਹ ਨਹੀਂ ਕਰਤਾਰਿਆ, ਤੁਸੀਂ ਸੋਭੂ ਵਾਲੇ ਖੂਹ ਕੰਨੀ ਜਾਓ। ਜਿਨ੍ਹਾਂ ਨੇ ਰਾਹ ਰੋਕੇ ਨੇ ਉਹਨਾਂ ਨੂੰ ਆਖੋ ਹਿੱਲਣ ਨਾ, ਚੌਕਸ ਰਹਿਣ। ਸਾਲੀ ਕੰਜਰ ਦੀ ਧਰਤੀ ਤਾਂ ਨਹੀਂ ਨਿਗਲ ਗਈ ਉਹਨੂੰ। ਬਚਨਿਆਂ ਚਾਨਣ ਨਾਲ ਦੇਖੋ ਵੀ ਖੂਹਾਂ 'ਚੋਂ ਪਾਣੀ ਖੜਾ ਹੈ ਕਿ ਹਿੱਲਦਾ। ਲੱਗਿਆ ਕੁਛ ਪਤਾ ਸੰਤਿਆ, ਪਰ ਸੀਤਾ ਦਾ ਕੋਈ ਪਤਾ ਨਹੀਂ ਸੀ ਲੱਗ ਰਿਹਾ। ਸੰਤੇ ਦੇ ਘਰ ਦੇ ਬਾਹਰ ਤੇ ਬਾਹਰ ਹਿਰਾਸੇ ਲੋਕ ਕਿਆਸ ਲਾ ਰਹੇ ਸਨ। ਟੋਲਣ ਗਿਆ ਨੂੰ ਉਡੀਕ ਰਹੇ ਸਨ, ਬਿੜਕਾਂ ਲੈ ਰਹੇ ਸਨ। ਰੱਖੀ ਦੀਆਂ ਅੱਖਾਂ 'ਚੋਂ ਨੀਰ ਕਿਹੜਾ ਰੁਕਦਾ ਸੀ। ਉਹਨੇ ਤਾਂ ਸੁੱਖਣਾ ਸੁੱਖਣ ਦੀ ਵੀ ਕੋਈ ਕਸਰ ਨਹੀਂ ਸੀ ਰੱਖੀ।
ਲਾਟਾਂ ਵਾਲੀ ਦੀ, ਸ਼ਹੀਦਾਂ ਦੀ, ਗੁਰਦੁਆਰੇ ਦੀ, ਕੋਟਲੇ ਵਾਲੇ ਪੀਰ ਦੀ, ਖਵਾਜੇ ਖਿਜਰ ਦੀ ਤੇ ਹੋਰ ਪਤਾ ਨਹੀਂ ਕਿਹੜੀ ਕਿਹੜੀ। ਰਾਤ ਅੱਧੀ ਤੋਂ ਬਹੁਤੀ ਬੀਤ ਚੁੱਕੀ ਸੀ ਜਦੋਂ ਸਾਰੇ ਟੋਲ ਭਾਲ ਕੇ ਲੋਕ ਮੁੜੇ। ਕਿਉਂ ਲੱਗਿਆ ਕੁਛ ਪਤਾ? ਰੱਖੀ ਨੇ ਉਤਾਵਲੀ ਹੋ ਕੇ ਪੁੱਛਿਆ। ਕਿਸੇ ਨੇ ਵੀ ਕੋਈ ਉੱਤਰ ਨਾ ਦਿੱਤਾ। ਰੱਖੀ ਦੇ ਜਿਵੇਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਹਦੇ ਕਾਲਜੇ ਨੂੰ ਘੇਰ ਪਈ। ਬੂ ਨਹੀਂ, ਮੈਂ ਪੱਟੀ ਗਈ, ਆਖਦੀ ਉਹ ਦਿਆਲ ਦੀ ਮੰਜੀ ਉੱਤੇ ਨੂੰ ਉਲਰੀ। ਦਿਆਲ ਡਰ ਕੇ ਡਡਿਆ ਕੇ ਉੱਠਿਆ। ਸੌਂ ਜਾ ਪੁੱਤ, ਸੌਂ ਜਾ, ਸਰਦੀ ਨੇ ਉਹਨੂੰ ਥਾਪੜਿਆ। ਕੀ ਕਰੀਏ ਤਾਇਆ ਫਿਰ? ਕੁਛ ਪਲ ਦੀ ਖਾਮੋਸ਼ੀ ਮਗਰੋਂ ਬਚਨੇ ਨੇ ਪੁੱਛਿਆ। ਹੁਣ ਕੀ ਕਰਨਾ? ਤੜਕੇ ਦੇਖੀ ਜਾਊ, ਸੰਤੇ ਨੇ ਥੱਕੀ ਪਰੜਾਈ ਆਵਾਜ਼ 'ਚ ਕਿਹਾ। ਲੋਕ ਹਨੇਰੇ 'ਚ ਰਾਹ ਟੋਂਦੇ ਆਪਣੇ ਆਪਣੇ ਘਰਾਂ ਨੂੰ ਤੁਰ ਗਏ। ਨਾਥ ਨੇ ਘੜੇ 'ਚੋਂ ਪਾਣੀ ਪਾ ਕੇ ਪੀਤਾ। ਅੰਦਰ ਕੋਠੜੀ 'ਚ ਜਾ ਕੇ ਸੀਤਾ ਦੇ ਸੰਦੂਕ ਨਾਲ ਢੋਹ ਲਾ ਕੇ ਗੋਡਿਆਂ 'ਚ ਸਿਰ ਦੇ ਕੇ ਬੈਠ ਗਿਆ। ਜ਼ੋਰ ਦੀ ਮੀਂਹ ਉਤਰ ਆਇਆ। ਹੇ ਰਾਮ, ਸੁੱਖ ਰੱਖੀ, ਹਾੜੇ ਵੇ ਰੱਬਾ, ਸਾਡੇ ਤੇ ਮਿਹਰ ਕਰੀ, ਆਖਦੀ ਰੱਖੀ ਨੇ ਗਊ ਖੋਲ ਕੇ ਅੰਦਰ ਬੰਨੀ। ਸੰਤੇ ਨੇ ਦਿਆਲ ਦੀ ਮੰਜੀ ਵਾਛੜ ਤੋਂ ਪਿਛਾਂਹ ਖਿੱਚੀ। ਫਿਰ ਪਾਟੀਆਂ ਪਾਟੀਆਂ ਨਜ਼ਰਾਂ ਨਾਲ ਵਰਦੇ ਮੀਂਹ ਵੱਲ ਝਾਕਦਾ ਰਿਹਾ। ਨਾਥ ਦੇ ਬਾਪੂ, ਇਹ ਕੀ ਭਾਣਾ ਵਰਤ ਗਿਆ? ਰੱਖੀ ਨੇ ਹੌਕਾ ਭਰ ਕੇ ਅੱਖਾਂ ਪੂੰਝਦੀ ਨੇ ਆਖਿਆ। ਸੰਤਾ ਗੁੰਮ ਸਮਝਿਆ, ਕੁਝ ਸੋਚਦਾ ਰਿਹਾ। ਫਿਰ ਮੂੰਹ ਉੱਤੇ ਹੱਥ ਫੇਰਿਆ, ਉਬਾਸੀ ਲਈ। ਨਾਥ ਦੀ ਬੇਬੇ, ਮੈਨੂੰ ਤਾਂ ਲੱਗਦਾ ਹੈ, ਆਖਦਾ ਉਹ ਰੁਕ ਗਿਆ, ਜਿਵੇਂ ਅੱਗੇ ਉਹਨੂੰ ਔੜ ਨਹੀਂ ਸੀ ਰਿਹਾ ਕਿ ਕੀ ਆਖੇ। ਪੌ ਫੁੱਟੀ। ਕਸਮੈਲਾ ਜਿਹਾ ਦਿਨ ਚੜ੍ਹਿਆ। ਲੋਕਾਂ ਦੇ ਘਰਾਂ ਵਿੱਚੋਂ ਦੁੱਧ ਰਿੜਕਣ ਦੀ ਆਵਾਜ਼ ਆ ਰਹੀ ਹੈ। ਕਪੂਰੀ ਝੋਰ ਵਹਿੰਗੀ ਦੇ ਪਾਣੀ ਭਰਦਾ ਫਿਰ ਰਿਹਾ ਹੈ। ਚਿੜੀਆਂ ਚੌਕ ਰਹੀਆਂ ਨੇ। ਫੱਤਾ ਹੱਥ 'ਚ ਸੋਟੀ ਫੜੀ ਆਪਣੀ ਵਹਿੜਕੀ ਵੱਗ 'ਚ ਰਲਾਉਣ ਜਾ ਰਿਹਾ ਹੈ। ਸਭ ਕੁਝ ਹਮੇਸ਼ਾ ਵਾਂਗ ਹੀ ਤਾਂ ਹੈ। ਪਰ ਕੁੜੇ ਬਹੂ ਲੱਗਿਆ ਕੁਛ ਪਤਾ? ਹੱਥ 'ਚ ਚਾਹ ਦਾ ਕਰਮੰਡਲ ਤੇ ਪੌਣੇ ਵਿੱਚ ਰੋਟੀਆਂ ਲਈ ਸੰਤੇ ਦੇ ਘਰ ਨੂੰ ਜਾ ਰਹੀ ਜੀਤੋ ਨੂੰ ਸਰਦੀ ਬੁੜੀ ਨੇ ਪੁੱਛਿਆ। ਕਿੱਥੇ ਅੰਮਾ? ਨਾਲੇ ਮੱਥਾ ਟੇਕਦੀਆਂ। ਜੀਤੋ ਨੇ ਰਤਾ ਕੋਈ ਪੈਰ ਮਲਦੀ ਨੇ ਕਿਹਾ। ਜਿਉਂਦੀ ਵਸਦੀ ਰਹੋ, ਤੇਰਾ ਸਾਈਂ ਜੀਵੇ। ਜਿੱਦਣੋਂ ਵਿਆਹ ਹੀ ਆਈ ਸੀ, ਮੇਰਾ ਤਾਂ ਉਦਣ ਹੀ ਮੱਥਾ ਠਣਕਿਆ ਸੀ ਬਈ ਲਾਗੀਆਂ ਦੇ ਧੀ ਪੁੱਤ ਨੂੰ ਇੰਨਾ ਰੂਪ ਕੀ ਆਖ। ਬੇਬੇ, ਰੱਖੀ ਦੇ ਤਾਂ ਰੋਂਦੀ ਦੇ ਹੱਥ ਧੋਤੇ ਜਾਂਦੇ ਨੇ। ਉਹ ਵੀ ਸੱਚੀ ਹੈ ਕੁੜੀਏ। ਜਿਹਦੇ ਪੁੱਤ ਦਾ ਵਸਦਾ ਰਸਤਾ ਘਰ ਉੱਜੜ ਗਿਆ, ਰੋਊ ਨਹੀਂ ਤਾਂ ਹੋਰ ਕੀ ਕਰੂ? ਮੇਰੇ ਤਾਂ ਆਪ ਕੱਲ੍ਹ ਦੀ ਚੰਦਰੀ ਜਾਣੀ ਅੱਖਾਂ ਮੂਹਰੇ ਫਿਰੀ ਜਾਂਦੀ ਹੈ। ਖਬਰ ਨਹੀਂ ਕਿਹੋ ਜਿਹੇ ਸਮੇਂ ਆ ਗਏ, ਖਬਰ ਨਹੀਂ ਕੀ ਸਾਧ ਸਰਾਪ ਹੋ ਗਿਆ। 2 ਮਹੀਨੇ ਨਹੀਂ ਹੋਏ ਅਜੇ ਚਾਨਚੱਕ ਸੰਤੀ ਦੇ ਭੀਤ ਦੀ ਖਬਰ ਆ ਗਈ ਸੀ ਫੌਜ 'ਚੋਂ ਵੀ ਮੁੱਕ ਗਿਆ। ਹੱਥੀਂ ਤੋਰ ਕੇ ਮੁੜ ਕੇ ਮਾਂ ਨੇ ਮੂੰਹ ਨਹੀਂ ਸੀ ਦੇਖਣਾ ਪੁੱਤ ਦਾ। ਪਿੰਡ ਨੂੰ ਜੱਗ ਕਰਨਾ ਚਾਹੀਦਾ, ਇਹੋ ਜਿਹੇ ਭਾਣੇ ਵਰਤਣ ਲੱਗ ਗਏ। ਪਿੱਛੇ ਜੇ ਅਜੇ ਡੰਗਰਾਂ ਦੀ ਬਿਮਾਰੀ ਪੈ ਕੇ ਹਟੀ ਹੈ। ਭਗਤੂ ਵਿਚਾਰੇ ਦਾ ਪੁੱਤਾਂ ਵਰਗਾ ਘਰ ਦਾ ਪਾੜਿਆ ਵਹਿੜਕਾ ਪਲਾਂ 'ਚ ਮਰ ਗਿਆ। ਤੇਜੋ ਦੀ ਮੂੰਹ ਵਰਗੀ ਝੋਟੀ ਤੇ ਗੱਲਾਂ ਕਰਦੀ ਸਰਦੀ ਬੁੜੀ ਵੀ ਜੀਤੋ ਦੇ ਨਾਲ ਹੀ ਰੱਖੀ ਦੇ ਘਰ ਨੂੰ ਤੁਰ ਪਈ। ਰੱਖੀ ਦਿਆਲ ਨੂੰ ਗੋਦੀ 'ਚ ਲਈ ਬੈਠੀ ਸੀ। ਮੁੰਡੇ ਨੂੰ ਤਾਪ ਚੜ੍ਹ ਗਿਆ ਹੋਇਆ ਸੀ। ਕਿੱਲੇ 'ਤੇ ਖੜੀ ਗਊ ਰੰਭ ਰਹੀ ਸੀ। ਕਿਸੇ ਨੇ ਧਾਰ ਨਹੀਂ ਸੀ ਕੱਢੀ। ਚੁੱਲ੍ਹਾ ਚੌਂਕਾ ਰਾਤ ਮੀਂਹ ਵਿੱਚ ਹੀ ਭਿੱਜ ਗਏ ਸੀ। ਸੀਤਾ ਦੇ ਪਾਏ ਮੋਰਨੀਆਂ ਵਾਲੇ ਓਟੇ ਨਾਲੋਂ ਵੀ ਖਾਸਾ ਤਕੜਾ ਲਿਉੜ ਲੈ ਕੇ ਡਿੱਗ ਪਿਆ ਸੀ। ਇੱਕ ਗੰਡੋਆ ਵਿਹੜੇ 'ਚ ਰੀਂਗਦਾ ਅੰਦਰ ਨੂੰ ਤੁਰਿਆ ਆ ਰਿਹਾ ਸੀ। ਕੰਧੋਲੀ ਉੱਤੇ ਬੈਠਾ ਕਾਂ ਗਰਦਨ ਘੁਮਾ ਘੁਮਾ ਕੇ ਸਾਰੇ ਘਰ ਵੱਲ ਝਾਕ ਰਿਹਾ ਸੀ। ਰੱਖੀ ਨੇ ਸਿਰ ਉੱਪਰਲਾ ਮੈਲਾ ਝੋਨਾ ਠੀਕ ਕੀਤਾ, ਦਿਆਲ ਦੇ ਮੱਥੇ 'ਤੇ ਹੱਥ ਰੱਖ ਕੇ ਤਾਪ ਟੋਇਆ ਤੇ ਫਿਰ ਸੰਤੇ ਵੱਲ ਝਾਕੀ। ਸੰਤੇ ਨੇ ਉਬਾਸੀ ਲਈ, ਪਰਨੇ ਨਾਲ ਮੂੰਹ ਪੂੰਝਿਆ ਤੇ ਕਿਹਾ, ਵਾਖਰੂ। ਨਾਥ ਸਾਰੀ ਰਾਤ ਅੰਦਰ ਭੁੰਜੇ ਹੀ ਪਿਆ ਰਿਹਾ ਸੀ। ਹਨੇਰੇ 'ਚ ਇੱਕ ਚੂਹਾ ਦੜੰਗੇ ਮਾਰਦਾ ਉਹਦੇ ਉੱਤੋਂ ਦੀ ਲੰਘ ਗਿਆ ਸੀ। ਸਾਰੀ ਰਾਤ ਉਹਨੂੰ ਨੀਂਦ ਨਹੀਂ ਸੀ ਆਈ। ਹਨੇਰੇ ਲੋਕਾਂ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਉਹ ਭੱਠੀ ਵਾਲੇ ਖੂਹ, ਗਿਆਨਦਾਸ ਦੇ ਡੇਰੇ ਤੇ ਮੜੀਆਂ ਵਾਲੇ ਟੋਭੇ ਤੱਕ ਫੇਰ ਦੇਖ ਆਇਆ ਸੀ। ਚਾਹ ਦਾ ਗਿਲਾਸ ਤੇ ਇੱਕ ਬੇਸਣੀ ਪਾਣੀ, ਹੱਥੀ ਰੋਟੀ ਰੱਖੀ ਵੱਲ ਕਰਦੀ ਜੀਤੋ ਨੇ ਕਿਹਾ, ਲੈ ਬੇਬੇ ਫੜ। ਰੋਟੀ ਰਹਿਣ ਦੇ ਜੀਤੋ, ਮੇਰੇ ਨਹੀਂ ਸੰਗੋਂ ਲੰਘਦੀ। ਨਹੀਂ ਬੇਬੇ, ਰਾਤ ਨਹੀਂ ਕਿਸੇ ਨੇ ਅੰਨ ਦਾ ਭੋਰਾ ਮੂੰਹ ਲਾਇਆ, ਐਉਂ ਕਿਵੇਂ ਸਰਜੂ? ਨਾਲੇ ਜਦ ਵਕਤ ਪਿਆ ਤਕੜੇ ਹੋ ਕੇ ਹੀ ਕੱਟਿਆ ਜਾਊ। ਤੇਰਾ ਪੁੱਤ ਵੀ ਆਉਂਦਾ ਖੂਹ ਕੰਨੀ ਗਿਆ। ਲਓ ਬਾਬਾ ਜੀ, ਤੁਸੀਂ ਵੀ ਲਓ ਇੱਕ ਰੋਟੀ ਤੇ ਚਾਹ।
ਜੀਤੋ ਨੇ ਘੁੰਡ ਵਿੱਚੋਂ ਹੀ ਸੰਤੇ ਨੂੰ ਕਿਹਾ। ਨਹੀਂ ਸਾਊ, ਮੇਰਾ ਨਹੀਂ ਚਿੱਤ ਮੰਨਦਾ। ਚਾਹ ਦਾ ਗਲਾਸ ਫੜਦਾ ਉਹ ਬੋਲਿਆ। ਤੁਸੀਂ ਤਾਂ ਸਿਆਣੇ ਹੋ ਬਾਬਾ ਜੀ, ਤੁਸੀਂ ਉਹ ਸਾਰਿਆਂ ਨੂੰ ਹੌਸਲਾ ਦੇਣਾ। ਜੇ ਤੁਸੀਂ ਉਹ ਇਉਂ ਕਰੋਗੇ ਕਿਵੇਂ ਪਲ ਪੂਰਾ ਹੋ? ਨਾਥ ਤਾਂ ਇੱਕ ਰਾਤ 'ਚ ਹੀ ਐਂ ਹੋ ਗਿਆ ਜਿਵੇਂ ਦੱਬ ਕੇ ਕੱਢਿਆ ਹੋਵੇ। ਲੈ ਫੜ ਤੂੰ ਵੀ ਚਾਹ ਲੈ। ਨਾਥ ਬਾਹਰ ਆ ਕੇ ਜੀਤੋ ਅੰਦਰ ਨੂੰ ਝਾਕ ਕੇ ਬੋਲੀ। ਨਾਥ ਨੇ ਕੋਈ ਜਵਾਬ ਨਹੀਂ ਦਿੱਤਾ। ਜੀਤੋ ਚਾਹ ਦਾ ਗਲਾਸ ਉੱਤੇ ਰੋਟੀ ਉਹਦੇ ਕੋਲ ਧਰ ਆਈ। ਤੂੰ ਐਂ ਕਰ ਰੱਖੀ, ਲਸੋਈ ਭੇਜ ਕਿਸੇ ਨੂੰ ਸਿਆਣੇ ਕੋਲ, ਬਹੂ ਦੇ ਅੰਗ ਦਾ ਲੱਗਿਆ ਲੀੜਾ ਦੇ ਕੇ। ਆਪੇ ਸੋਚ ਵਿਚਾਰ ਕੇ ਦੱਸੂ ਵੀ ਕਿਹੜੀ ਦਿਸ਼ਾ ਨੂੰ ਗਈ ਹੈ। ਨਾਲੇ ਇਹ ਵੀ ਦੱਸ ਦੂ ਵੀ ਇਕੱਲੀ ਉਹ ਗਈ ਹੈ ਜਾਂ ਕਿਸੇ ਦੇ ਨਾਲ ਗਈ ਹੈ। ਸਰਦੀ ਬੁੜੀ ਸੂਟੀ ਭੁੰਜੇ ਟੇਕ ਕੇ ਰੱਖੀ ਦੇ ਕੋਲ ਬੈਠਦੀ ਬੋਲੀ। ਰੱਖੀ ਨੇ ਕੋਈ ਉੱਤਰ ਨਾ ਦਿੱਤਾ। ਮੈਂ ਕਹਿੰਦੀ ਹਾਂ ਬੇਬੇ ਐਂ ਕਰੋ, ਬਿਸਨੇ ਪਾਂਦੇ ਤੋਂ ਹੀ ਪੁੱਛ ਲਓ, ਜੀਤੋ ਨੇ ਕਿਹਾ। ਕਿਸੇ ਨੇ ਕੋਈ ਉੱਤਰ ਨਾ ਦਿੱਤਾ। ਬਖਤੌਰਾ, ਬਕਸੀ, ਲੇਖੂ, ਭਗਤੂ, ਨਿੱਕਾ ਕਿੰਨੇ ਹੀ ਲੋਕ ਆ ਕੇ ਸੰਤੇ ਕੋਲ ਬੈਠਦੇ ਗਏ। ਪਰ ਸੰਤਿਆ ਕੰਜਰ ਦੀ ਗਰਕੀ ਕੀ ਆ ਗਈ, ਮੁਸ਼ਕ ਤੱਕ ਨਹੀਂ ਨਿਕਲਿਆ। ਬਖਤੌਰਾ ਬੋਲਿਆ, ਆਪਣੇ ਪਿੰਡ 'ਚ ਤਾਂ ਇਹੋ ਜਿਹਾ ਕਦੇ ਕੁਛ ਹੋਇਆ ਨਹੀਂ ਸੀ। ਇਹ ਕੀ ਸਮਾਨੋਂ ਬਿੱਜ ਪੈ ਗਈ? ਨਿੱਕੇ ਨੇ ਸਿਰ ਖੁਰਕਦਿਆਂ ਕਿਹਾ। ਸੰਤੇ ਨੇ ਕਿਸੇ ਦੀ ਵੀ ਕਿਸੇ ਗੱਲ ਦਾ ਕੋਈ ਉੱਤਰ ਨਹੀਂ ਦਿੱਤਾ। ਬਿੱਟ ਬਿੱਟ ਕੰਧ ਵੱਲ ਝਾਕਦਾ ਰਿਹਾ। ਬਚਨਾ ਬਾਰ ਵੜਿਆ। ਹਾਂ ਘੇਟੂ ਕੀ ਮੱਕੀ 'ਚੋਂ ਜੁੱਤੀ ਦਾ ਇੱਕ ਪੈਰ ਤੇ ਹੈ, ਦੇਖਾਂ ਤਾਈ। ਸੀਤਾ ਦੀ ਹੋਈ ਆ? ਬਚਨੇ ਨੇ ਜੁੱਤੀ ਦਾ ਪੈਰ ਗਾਂਹ ਕਰਕੇ ਕਿਹਾ। ਸਭ ਚੌਂਕੇ। ਗੱਲ ਸੁਣ ਕੇ ਨਾਥ ਵੀ ਬਾਹਰ ਆ ਗਿਆ। ਜੁੱਤੀ ਸੀਤਾ ਦੀ ਹੀ ਸੀ, ਮੋਧੂ ਚਮਿਆਰ ਦੀ ਬਣਾਈ, ਖੱਲ ਦੀ, ਚੰਦ ਤਾਰਿਆਂ ਵਾਲੀ। ਮੈਂ ਤਾਂ ਪਹਿਲਾਂ ਹੀ ਆਖਦੀ ਸੀ ਉਸ ਨਕਰਮਣ ਦੀ ਜਾਨ ਤੇ ਖਬਰੇ ਕੀ ਕੀ ਬਣੀਆਂ। ਰੱਖੀ ਰੋਂਦੀ ਜੁੱਤੀ ਦੇ ਪੈਰ ਨੂੰ ਉਲਟਾ ਪੁਲਟਾ ਕੇ ਵੇਖਦੀ ਬੋਲੀ। ਨਾਥ ਨੇ ਵੀ ਜੁੱਤੀ ਹੱਥ 'ਚ ਫੜ ਕੇ ਵੇਖੀ। ਸੰਤੇ ਨੇ ਵੀ, ਬਕਸੀ, ਬਖਤੌਰੇ ਨੇ ਵੀ। ਲਾਰੇ ਦਾ ਲਾਰਾ ਅੱਗੜ ਪਿੱਛੜ ਤੁਰਦੇ ਲੋਕੀ ਉੱਥੇ ਪਹੁੰਚੇ ਜਿੱਥੋਂ ਜੁੱਤੀ ਦਾ ਪੈਰ ਮਿਲਿਆ ਸੀ। ਮੱਕੀ ਦੇ ਕੁਝ ਟਾਂਡੇ ਟੁੱਟੇ ਹੋਏ ਸਨ, ਜਿਵੇਂ ਕੋਈ ਡੰਗਰ ਵਿੱਚ ਹੀ ਲੰਘਿਆ ਹੋਵੇ ਤੇ ਫਿਰ ਬਾਣ ਪੈ ਗਿਆ ਹੋਵੇ। ਪੈੜਾਂ ਨਹੀਂ ਸੀ ਲੱਭਦੀਆਂ। ਰਾਤ ਉੱਤੋਂ ਮੀਂਹ ਜੋ ਪੈ ਗਿਆ ਸੀ। ਫਿਰ ਕੀ ਕਰੀਏ ਤਾਇਆ? ਬਚਨੇ ਨੇ ਸੰਤੇ ਨੂੰ ਪੁੱਛਿਆ। ਆਪਾਂ ਥਾਣੇ ਚੱਲਦੇ ਹਾਂ ਰਪਟ ਲਿਖਾਉਣ, ਸੰਤੇ ਦੀ ਥਾਂ ਬਦਰੇ ਨੇ ਉੱਤਰ ਦਿੱਤਾ। ਘਰ ਪਹੁੰਚ ਕੇ ਸੰਤਾ 30 ਰੁਪਈਏ ਕਿਸੇ ਤੋਂ ਹੱਥ ਉਧਾਰ ਫੜ ਕੇ ਲਿਆਇਆ ਤੇ ਆਪਣੇ ਕੁੜਤੇ ਹੇਠਲੀ ਵਾਸਕਟ ਦੀ ਜੇਬ 'ਚ ਪਾ ਲਏ। ਲੈ ਫੜ ਨਾਥ, ਚਾਹ ਦੀ ਘੁੱਟ ਪੀ। ਬਚਨੇ ਨੇ ਸਵੇਰ ਦੀ ਪਈ ਠੰਡੀ ਚਾਹ ਹੀ ਉਹਦੇ ਵੱਲ ਕਰਦਿਆਂ ਕਿਹਾ। ਚਾਹ ਰਹਿਣ ਦੇ ਬਚਨਿਆ, ਕਮਲਿਆ ਅੰਨ ਪਾਣੀ ਤਿਆਗ ਕੇ ਵੀ ਕਦੇ ਕੁਛ ਬਣਿਆ? ਚਾਹ ਮੁੜ ਉਹਦੇ ਅੱਗੇ ਧਰਦਾ ਉਹ ਬੋਲਿਆ। ਬਚਨਿਆ ਇਹ ਬਣ ਕੀ ਗਿਆ? ਨਾਥ ਨੇ ਠੰਡੀ ਚਾਹ ਦੀ ਘੁੱਟ ਭਰਦਿਆਂ ਕਿਹਾ। ਚੱਲ ਪਹਿਲਾਂ ਆਪਣੀ ਵਾਹ ਦਾ ਤਾਂ ਲਾਈਏ, ਫਿਰ ਦੇਖਾਂਗੇ ਕੀ ਬਣ ਗਿਆ। ਚਲੋ ਫਿਰ ਚਲੀਏ। ਬਾਹਰੋਂ ਵਿਹੜੇ ਵਿੱਚੋਂ ਬਦਰੇ ਨੇ ਅੰਦਰ ਝਾਕ ਕੇ ਕਿਹਾ। ਚਲੋ ਚੱਲਦੇ ਹਾਂ ਆਖ। ਨਾਥ ਨੇ ਚਾਹ ਵਾਲਾ ਗਲਾਸ ਉਸੇ ਤਰ੍ਹਾਂ ਮੋੜ ਕੇ ਰੱਖ ਦਿੱਤਾ ਤੇ ਉੱਠ ਖੜਾ ਹੋਇਆ। ਬਦਰਾ, ਚੌਕੀਦਾਰ, ਸੰਤਾ, ਨਾਥ ਤੇ ਬਚਨਾ ਮਲੌਦ ਨੂੰ ਤੁਰ ਪਏ। ਇੱਥੋਂ ਉਹਨਾਂ ਨੂੰ ਡੇਲੋਂ ਜਾਣ ਵਾਲੀ ਬੱਸ ਮਿਲਣੀ ਸੀ। ਮੂਹਰੇ ਸੰਮਾਂ ਵਾਲੀ ਡਾਂਗ ਫੜੀ ਬਦਰਾ, ਮਗਰ ਆਪਣੀ ਪੱਗ ਲਾ ਕੇ ਵਲੇਟਦਾ ਸੰਤਾ, ਜੁੱਤੀ ਹੱਥ 'ਚ ਫੜੀ ਮਗਰ ਬਚਨਾ ਤੇ ਸਭ ਤੋਂ ਪਿੱਛੇ ਪੈਰ ਘਸੀਟਦਾ ਨਾਥ ਉੱਡੰਡੀ ਤੁਰੇ ਜਾ ਰਹੇ ਸੀ। ਖੱਬੇ ਪਾਸੇ ਤਿੱਤਰ ਬੋਲਿਆ। ਸੰਤੇ ਨੇ ਸੌਰ ਵਿਚਾਰਿਆ ਪਰ ਬੋਲਿਆ ਕੁਝ ਨਾ। ਡੰਡੀ ਬਖਤੌਰ ਦੀ ਕੁੜੀ ਮੀਤੋ ਤੇ ਪ੍ਰਾਹੁਣਾ ਆ ਰਹੇ ਸੀ। ਪਿੰਡ ਦੇ ਬੰਦੇ ਸਿਆਣ ਕੇ ਕੁੜੀ ਨੇ ਸ਼ਰਮਾ ਕੇ ਪੈਰ ਮਲ ਲਿਆ ਤੇ ਪ੍ਰਾਹੁਣੇ ਦੇ ਪਿਛਾਂਹ ਹੋ ਗਈ। ਸੰਤੇ ਤੇ ਬਦਰੇ ਨੇ ਰਾਜੀਆਂ ਭਾਈ ਆ ਕੇ ਸਿਰ ਪਲੋਸਿਆ ਤੇ ਅਗਾਂਹ ਲੰਘ ਗਏ। ਅਗਾਂਹ ਗਏ ਤਾਂ ਸਰਦਾਰਾਂ ਦਾ ਮੁਖਤਿਆਰ ਭਾਨਸਿਓਂ ਘੋੜੀ 'ਤੇ ਚੜ੍ਹਿਆ ਮਲੌਦੋਂ ਆਉਂਦਾ ਦਿਸਿਆ। ਚਾਰੇ ਜਣੇ ਡੰਡੀ ਫੜ ਕੇ ਵਾਹਣ 'ਚ ਹੋ ਗਏ। ਬਚਨ ਸਿਆਂ ਕਿੱਧਰ ਨੂੰ? ਪਰਾਂ ਨੂੰ ਝਾਕਦੇ ਬਚਨੇ ਨੂੰ ਉਹਨੇ ਬੁਲਾ ਕੇ ਪੁੱਛਿਆ। ਕਿਤੇ ਨਹੀਂ, ਬਸ ਮਲੌਦ ਤਾਈਂ ਚੱਲੇ ਹਾਂ। ਬਹੂ ਦਾ ਲੱਗਿਆ ਕੁਛ ਪਤਾ? ਲੱਗ ਜੂ, ਬਚਨੇ ਨੇ ਰੁੱਖਾ ਜਵਾਬ ਦਿੱਤਾ। ਥਾਣੇ ਰਪਟ ਲਿਖਾਓ, ਠਾਣੇ। ਭਾਨਸਿਓ ਨੇ ਇਹ ਦੱਸਣ ਲਈ ਆਖਿਆ ਕਿ ਮੈਨੂੰ ਪਤਾ ਕਿੱਥੇ ਚੱਲੇ ਹੋ, ਤੇ ਘੋੜੀ ਨੂੰ ਅੱਡੀ ਲਾ ਦਿੱਤੀ। ਗੂਣ ਵਿੱਚ ਪਈਆਂ ਬੋਤਲਾਂ ਠੇਕੀਆਂ ਤਾਂ ਭਾਨਸਿਓ ਨੇ ਹੱਥ ਨਾਲ ਠੀਕ ਕੀਤੀਆਂ ਤੇ ਹੋਰ ਸੌਦੇ ਪੱਤੇ ਦੀਆਂ ਗੰਢਾਂ ਨਾਲ ਢੱਕ ਦਿੱਤੀਆਂ। 2.5 ਕੋਹ ਦਾ ਪੈਂਡਾ ਮਾਰ ਕੇ ਉਹ ਮਲੌਦ ਪਹੁੰਚੇ। ਘੰਟਾ ਭਰ ਉਡੀਕ ਕੇ ਬੱਸ ਮਿਲੀ। ਡੇਲੋਂ ਥਾਣੇ ਪਹੁੰਚ ਕੇ ਬਦਰੇ ਚੌਕੀਦਾਰ ਨੇ
ਅੱਗੇ ਵੱਧ ਕੇ ਥਾਣੇ ਦੇ ਗੇਟ ਮੂਹਰੇ ਖੜੇ ਸਿਪਾਹੀ ਨੂੰ ਫਤਿਹ ਬੁਲਾਈ। ਬਾਕੀਆਂ ਨੇ ਵੀ ਹੱਥ ਜੋੜੇ। ਕਿਵੇਂ ਆਏ? ਸਿਪਾਹੀ ਨੇ ਰੋਪ ਨਾਲ ਪੁੱਛਿਆ। ਜੀ ਹੌਲਦਾਰ ਜੀ, ਰਪਟ ਲਿਖਾਉਣੀ ਹੈ, ਬਦਰੇ ਨੇ ਦੱਸਿਆ। ਕਾਹਦੀ ਰਪਟ? ਜੀ ਸਾਡੀ ਨੂੰਹ ਕੱਲ੍ਹ ਬਾਹਰ ਕੰਨੀ ਗਈ ਸੀ, ਮੁੜੀ ਨਹੀਂ। ਆਖ ਸਿਪਾਹੀ ਮੁਸਕੜੀਏ ਹੱਸਿਆ। ਬੋਲਿਆ, ਅਟਕ ਕੇ ਆਇਓ, ਅਜੇ ਥਾਣੇਦਾਰ ਸਾਹਿਬ ਵਿਹਲੇ ਨਹੀਂ। ਉਹ ਪਰਾਂ ਨੂੰ ਪਿੱਪਲ ਦੀਆਂ ਜੜ੍ਹਾਂ ਹੇਠ ਜਾ ਬੈਠੇ। ਉਹਨਾਂ ਨੂੰ ਉੱਥੇ ਬੈਠਿਆਂ ਨੂੰ ਦੁਪਹਿਰਾ ਹੋ ਗਿਆ। ਸੰਤਾ ਉੱਠ ਕੇ ਸਿਪਾਹੀ ਨੂੰ ਫੇਰ ਪੁੱਛਣ ਗਿਆ। ਮੈਂ ਤੈਨੂੰ ਕਿਹਾ ਬਾਬਾ, ਬੈਠ। ਜਦੋਂ ਥਾਣੇਦਾਰ ਸਾਹਿਬ ਵਿਹਲੇ ਹੋ ਗਏ ਆਪੇ ਸੱਦ ਲੈਣਗੇ। ਸੰਤੇ ਨੇ ਮਲਕ ਦੇ ਕੇ 10 ਰੁਪਈਏ ਉਹਦੀ ਮੁੱਠੀ 'ਚ ਦੇ ਦਿੱਤੇ। ਲੱਤ ਖੁਰਕਣ ਦੇ ਬਹਾਨੇ ਰੁਪਈਏ ਪੈਂਟ ਦੀ ਜੇਬ 'ਚ ਪਾ ਕੇ ਉਹ ਉੱਚੀ ਦੇ ਕੇ ਬੋਲਿਆ, ਚੰਗਾ ਬਾਬਾ, ਸੱਦ ਲੈ ਆਪਣੇ ਨਾਲਦਿਆਂ ਨੂੰ ਵੀ, ਕਰ ਲਓ ਗੱਲ। ਬਦਰਾ, ਬਚਨਾ ਤੇ ਨਾਥ ਵੀ ਆ ਗਏ। ਕੀ ਗੱਲ ਹੈ? ਥਾਣੇਦਾਰ ਨੇ ਉਹਨਾਂ ਦੀ ਫਤਿਹ ਦਾ ਜਵਾਬ ਨਾ ਦੇ ਕੇ ਪੁੱਛਿਆ। ਜੀ ਰਪਟ ਲਿਖਾਉਣੀ ਹੈ, ਬਦਰਾ ਬੋਲਿਆ। ਕੀ ਗੱਲ? ਥਾਣੇਦਾਰ ਕੁਰਸੀ 'ਤੇ ਬੈਠਾ ਹੱਥ ਵਿਚਲੇ ਡੰਡੇ ਨਾਲ ਆਪਣਾ ਭਾਰਾ ਬੂਟ ਠਕੋਰਦਾ ਤਿਉੜੀਆਂ ਪਾ ਕੇ ਬੋਲਿਆ। ਜੀ ਸੰਤੇ ਦੀ ਨੂੰਹ ਇਸ ਮੁੰਡੇ ਦੀ ਬਹੂ ਕੱਲ੍ਹ ਬਾਹਰ ਕੰਨੀ ਗਈ ਸੀ, ਮੁੜੀ ਨਹੀਂ। ਬਦਰੇ ਨੇ ਸੰਤੇ ਦੇ ਨਾਥ ਵੱਲ ਹੱਥ ਕਰਕੇ ਕਿਹਾ। ਲੜ ਕੇ ਗਈ ਹੈ? ਜੀ ਨਹੀਂ, ਸੰਤੇ ਨੇ ਦੱਸਿਆ। ਕੁਛ ਲੈ ਗਈ? ਨਹੀਂ ਜੀ, ਲੈ ਕੇ ਵੀ ਕੁਛ ਨਹੀਂ ਗਈ। ਮਾਰਦੇ ਕੁੱਟਦੇ ਸੀ? ਥਾਣੇਦਾਰ ਨੇ ਨਾਥ ਨੂੰ ਸਿਰ ਤੋਂ ਪੈਰਾਂ ਤੱਕ ਤਾੜਦਿਆਂ ਪੁੱਛਿਆ। ਰਾਮ ਰਾਮ ਕਰੋ ਜੀ, ਮਾਰਨੀ ਕੁੱਟਣੀ ਕਾਹਤੋਂ ਸੀ? ਸੰਤਾ ਬੋਲਿਆ। ਫਿਰ ਘਰੋਂ ਕਿਉਂ ਭੱਜ ਗਈ? ਜੀ ਹੋ ਸਕਦਾ ਕੋਈ ਜ਼ੋਰ ਜ਼ਬਰਦਸਤੀ। ਜੁੱਤੀ ਦਾ ਇੱਕ ਪੈਰ ਮੱਕੀ 'ਚ ਉਥਿਆਇਆ। ਕਿਹੜੇ ਪਿੰਡੋਂ ਆਏ ਹੋ? ਜੀ ਲਸਾੜਿਓ। ਜੈਲਦਾਰ ਪ੍ਰਤਾਪ ਸਿੰਘ ਦੇ ਪਿੰਡੋਂ? ਜੀ ਹਾਂ। ਤੁਹਾਨੂੰ ਕਿਸੇ 'ਤੇ ਸ਼ੱਕ ਹੈ? ਚਾਰੇ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ। ਮੈਂ ਪੁੱਛਦਾ, ਤੁਹਾਨੂੰ ਕਿਸੇ 'ਤੇ ਸ਼ੱਕ ਹੈ? ਥਾਣੇਦਾਰ ਗਰਜ ਕੇ ਪਿਆ। ਹੁਣ ਬਿਨਾਂ ਦੇਖੇ ਜੀ ਕੀ ਕਹਿ ਸਕਦੇ ਹਾਂ? ਸੰਤਾ ਹੱਥ ਬੰਨ੍ਹ ਬੋਲਿਆ। ਫਿਰ ਇੱਥੇ ਰਪਟ ਕਿਸ ਗੱਲ ਦੀ ਲਿਖਾਉਣ ਆਏ ਹੋ? ਕਿਸੇ ਕੋਲ ਕੋਈ ਜਵਾਬ ਨਹੀਂ ਸੀ। ਤੁਹਾਡੇ ਪਿੰਡ ਦਾ ਸਰਪੰਚ ਕਿਉਂ ਨਹੀਂ ਨਾਲ ਆਇਆ? ਜੀ ਉਹ ਬੜੇ ਲੋਕ ਨੇ। ਜੈਲਦਾਰ ਪ੍ਰਤਾਪ ਸਿੰਘ ਦਾ ਮੁੰਡਾ ਬਲਦੇਵ ਸਿੰਘ ਹੀ ਸਰਪੰਚ ਹੈ। ਸਾਡੇ ਗਰੀਬਾਂ ਨਾਲ ਕੌਣ ਤੁਰਦਾ ਹੈ? ਆਖਦਾ ਜੀ ਅੱਜ ਤਾਂ ਮੈਨੂੰ ਕੰਮ ਹੈ। ਸੰਤਾ ਬੋਲਿਆ। ਕੌਣ ਹੁੰਦੇ ਹੋ ਤੁਸੀਂ? ਜੀ ਇਹ ਪਿੰਡ ਦਾ ਰਾਜਾ ਹੈ, ਜਾਣੀ ਨਾਈ। ਬਦਰੇ ਨੇ ਸੰਤੇ ਵੱਲ ਹੱਥ ਕਰਕੇ ਕਿਹਾ। ਥਾਣੇਦਾਰ ਦੇ ਤਿਉੜੀਆਂ ਪੈ ਗਈਆਂ। ਫਿਰ ਰਪਟ ਕਾਹਦੀ ਲਿਖਾਉਣ ਆਏ ਹੋ, ਜਦ ਸ਼ੱਕ ਹੀ ਨਹੀਂ ਕਿਸੇ 'ਤੇ? ਨਾਲੇ ਹੋ ਸਕਦਾ ਉਹ ਆਪ ਹੀ ਕਿਸੇ ਨਾਲ ਚਲੀ ਗਈ ਹੋਵੇ। ਰਾਮ ਰਾਮ ਕਰੋ ਜੀ, ਲੜਕੀ ਨਹੀਂ ਸੀ ਇਹੋ ਜੀ। ਤੁਸੀਂ ਮਾਈ ਬਾਪ ਸਾਡੀ ਮਦਦ ਕਰੋ। ਲੜਕੀ ਦਾ ਕੋਈ ਥਹੁ ਪਤਾ ਲੱਗੇ। ਸੰਤੇ ਨੇ ਥਾਣੇਦਾਰ ਦੇ ਪੈਰਾਂ ਵੱਲ ਹੱਥ ਲਿਜਾਂਦੇ ਨੇ ਕਿਹਾ। ਤੁਸੀਂ ਕਿਸੇ ਦਾ ਨਾਂ ਧਰੋ ਤਾਂ ਹੈ ਨਾ। ਹੁਣ ਐਵੇਂ ਅਸੀਂ ਕਿਹਦੇ ਹੱਥਕੜੀ ਜਾ ਲਾਈਏ? ਥਾਣੇਦਾਰ ਪਿਛਾਂ ਪੈਰ ਖਿੱਚਦਾ ਹਰਕ ਕੇ ਪਿਆ। ਕੁਝ ਚਿਰ ਚੁੱਪ ਵਰਤੀ ਰਹੀ। ਥਾਣੇਦਾਰ ਮੇਜ਼ ਉੱਤੇ ਪਿਆ ਕਾਗਜ਼ ਚੁੱਕ ਕੇ ਪੜ੍ਹਨ ਲੱਗ ਪਿਆ। ਚਾਰੇ ਖੜੇ ਉਡੀਕਦੇ ਰਹੇ। ਤਾਂ ਜੀ ਅਸੀਂ ਜਾਈਏ ਫਿਰ? ਹਾਰ ਕੇ ਬਦਰੇ ਨੇ ਪੁੱਛਿਆ। ਨਹੀਂ, ਰੋਟੀ ਪਾਣੀ ਛੱਕ ਕੇ ਜਾਇਓ। ਥਾਣੇਦਾਰ ਨੇ ਕੌੜੀ ਮਸ਼ਕਰੀ ਕੀਤੀ। ਝੂਠੇ ਜਿਹੇ ਹੋਏ ਮਣ ਦੇ ਕਦਮ ਪੁੱਟਦੇ ਫਤਿਹ ਬੁਲਾ ਕੇ ਉਹ ਥਾਣੇ ਵਿੱਚੋਂ ਮੁੜ ਪਏ। ਤਾਇਆ 2-400 ਪਹਿਲਾਂ ਥਾਣੇਦਾਰ ਦੇ ਢਿੱਡ 'ਚ ਪੈਂਦਾ ਤਾਂ ਕਿਤੇ ਜਾ ਕੇ ਰਪਟ ਲਿਖਦਾ। ਕੌਣ ਪੁੱਛਦਾ ਇੱਥੇ? ਥਾਣੇ ਤੋਂ ਬਾਹਰ ਆ ਕੇ ਬਚਨੇ ਨੇ ਸੰਤੇ ਨੂੰ ਕਿਹਾ। ਤੂੰ ਐਂ ਕਰ ਬਚਨਿਆ, ਇੱਥੋਂ ਹੀ ਸਲਾਰ ਨੂੰ ਵਗ ਜਾ। ਲੜਕੀ ਦੇ ਪਿਓ ਨੂੰ ਪਤਾ ਉੱਪੜਦਾ ਕਰ। ਸੰਤਾ ਜੇਬ ਵਿੱਚੋਂ ਪੈਸੇ ਕੱਢਦਾ ਬੋਲਿਆ। ਪੈਸੇ ਹੈਗੇ, ਚੰਗਾ ਜਾਓ ਨਾ। ਆਖ ਬਚਨਾ ਅਮਰਗੜ੍ਹ ਜਾਣ ਵਾਲੀ ਹੁਣੇ ਆ ਕੇ ਰੁਕੀ ਬੱਸ ਵੱਲ ਨੱਠਿਆ। ਨਾਥ ਉਹਨੂੰ ਜਾਂਦੇ ਨੂੰ ਉਧਰੀਆਂ ਅੱਖਾਂ ਨਾਲ ਵੇਖਦਾ ਰਿਹਾ। ਕਿੰਨਾ ਚਿਰ ਉਹ ਅੱਡੇ 'ਚ ਬੈਠੇ ਮਲੌਦ ਜਾਣ ਵਾਲੀ ਬੱਸ ਨੂੰ ਉਡੀਕਦੇ ਰਹੇ। ਇੰਨੇ ਨੂੰ ਇੱਕ ਬੱਸ ਆ ਕੇ ਰੁਕੀ। ਚਾਚਾ ਸੰਤਾ ਹੈ, ਆ ਜਾਓ ਫਿਰ। ਉਹਨਾਂ ਦੇ ਪਿੰਡ ਦੇ ਕੇਰ ਸਿਉਂ ਡਰਾਈਵਰ ਨੇ ਉਹਨਾਂ ਨੂੰ ਸਿਆਣ ਕੇ ਕਿਹਾ। ਕੇਰ ਸਿਉਂ ਬੱਸ ਨੂੰ ਦੌੜਾਈ ਲਈ ਜਾ ਰਿਹਾ ਸੀ। ਉਹ ਆਪਣੇ ਪਿੰਡ ਦੇ ਬੰਦਿਆਂ ਨੂੰ ਦੱਸ ਦੇਣਾ ਚਾਹੁੰਦਾ ਸੀ ਕਿ ਉਹ ਕਿੱਡੀ ਤੇਜ਼ ਬੱਸ ਚਲਾ ਸਕਦਾ ਹੈ। ਨਾਥ ਦਾ ਜੀਅ ਕੀਤਾ ਜਲਦੀ ਬੱਸ ਉਲਟ ਜਾਵੇ, ਨਹਿਰ 'ਚ ਡਿੱਗ ਪਵੇ ਜਾਂ ਕਾਸੇ ਨਾਲ ਟੱਕਰ ਹੀ ਹੋ ਜਾਏ। ਝੱਟ ਮਲੌਦ ਆ ਗਿਆ। ਤਿੰਨੋਂ ਬੱਸ ਤੋਂ ਉਤਰੇ। ਬਦਰਿਆ, ਪਾਣੀ ਤਾਂ ਨਹੀਂ ਪੀ ਲਓ, ਜੇਬ ਟੋਹਦਿਆਂ ਸੰਤੇ ਨੇ ਕਿਹਾ। ਛੱਡ ਪਰੇ ਸੰਤਾ ਸਿਆਂ, ਪਾਣੀ ਧਾਣੀ ਹੁਣ ਪਿੰਡ ਚੱਲ ਕੇ ਹੀ ਪੀਆਂਗੇ, ਬਦਰਾ ਬੋਲਿਆ। ਨਾਥ ਨੇ ਨਲਕੇ ਤੋਂ ਓਕ ਨਾਲ ਪਾਣੀ ਪੀਤਾ ਤੇ ਮੂੰਹ ਵੀ ਧੋਤਾ। ਉਹਨੂੰ ਘੇਰ ਜੀ ਪਈ ਜਾਂਦੀ ਸੀ। ਪਿੰਡ ਸਵੇਰ ਦੇ ਹੀ ਲੋਕ ਤਾਵਲੇ ਇੱਕ ਦੂਜੇ ਨੂੰ ਦੱਸ ਰਹੇ ਸਨ। ਸੰਤਾ ਠਾਣਾ ਲੈਣ ਗਿਆ ਹੋਇਆ। ਸਾਰੇ ਰਾਹ ਖਿੰਡ ਦੇ ਹੱਡਾਂ ਨੂੰ ਘੜੀਸਦਾ ਸੰਤਾ
ਸੋਚਦਾ 300-400 ਰੁਪਈਏ ਦਾ ਪ੍ਰਬੰਧ ਕਰਨ ਬਾਰੇ ਦਲੀਲਾਂ ਦੜਾਉਂਦਾ ਰਿਹਾ। ਰੱਖੀ ਦੀਆਂ ਡੰਡੀਆਂ, ਨਾਥ ਦੀ ਤਵੀਤੀ, ਦਿਆਲ ਦੇ ਸਗਲੇ, ਗਊ, ਘਰ ਪਏ 2 ਕੁ ਮਣ ਦਾਣੇ, ਸਭ ਕੁਝ ਵੇਚ ਕੇ ਵੀ 300-400 ਰੁਪਈਏ ਨਹੀਂ ਸਨ ਬਣਨੇ। ਹਾਰ ਕੇ ਉਹਨੇ ਹੱਟੀ ਗਹਿਣੇ ਧਰਨ ਦੀ ਸੋਚ ਲਈ। ਮੈਂ ਨਿੰਮ ਹੇਠ ਬੈਠ ਰਿਹਾ ਕਰੂੰ ਭੱਠੀ ਵਾਲੇ ਖੂਹ 'ਤੇ, ਨਾਲੇ ਖਬਰ ਨਹੀਂ ਸਾਲ 6 ਮਹੀਨੇ ਹਾਂ ਵੀ ਕਿ ਨਹੀਂ। ਉਹ ਆਪਣੇ ਮਨ ਨੂੰ ਆਪ ਹੀ ਦਲੀਲਾਂ ਦਿੰਦਾ ਰਿਹਾ। ਬੜੇ ਹਨੇਰੇ ਬਚਨਾ ਘਰ ਮੁੜਿਆ। ਇੰਨਾ ਚਿਰ ਲਾਤਾ? ਜੀਤੋ ਨੇ ਰੋਟੀ ਥਾਲੀ 'ਚ ਪਾ ਕੇ ਉਹਦੇ ਅੱਗੇ ਧਰਦੀ ਨੇ ਪੁੱਛਿਆ। ਪਹਿਲਾਂ ਡੇਲੋ ਗਏ, ਫਿਰ ਸਲਾਰ ਗਿਆ, ਆ ਕੇ ਮੈਂਬਰਾਂ ਦੇ ਘਰੀਂ ਗਿਆ, ਭਲਕੇ ਪੰਚਾਇਤ ਸੱਦੀ ਹੈ। ਮਖਾਂ ਜੀ ਤੂੰ ਕਾਹਨੂੰ ਇੰਨਾ ਭੱਜਿਆ ਫਿਰਦਾ? ਬਾਕੀ ਵੀ ਤਾਂ ਸਾਰਾ ਪਿੰਡ ਵਸਦਾ। ਜੀਤੋ ਇੱਕ ਹੋਰ ਫੁਲਕਾ ਥਾਲੀ 'ਚ ਧਰਦੀ ਬੋਲੀ। ਆਪਾਂ ਸਾਰੇ ਪਿੰਡ ਨਾਲ ਰਲ ਗਏ। ਜਾਣਦੀ ਹੋ ਐ ਬਈ ਬੇਬੇ ਮਰੀ ਤੋਂ ਤਾਈ ਰੱਖੀ ਨੇ ਮੈਨੂੰ ਆਪਣਾ ਦੁੱਧ ਚੁੰਘਾ ਕੇ ਪਾ ਲਿਆ। ਅੱਧਾ ਨਾਥ ਨੂੰ ਚੁੰਘਾਉਂਦੀ ਸੀ ਅਤੇ ਅੱਧਾ ਮੈਨੂੰ। ਆਪਾਂ ਉਹਦੀ ਦੇਣੀ ਦੇ ਸਕਦੇ ਹਾਂ? ਫਿਰ ਤਾਂ ਜੀ ਤੂੰ ਅੱਧਾ ਨਾਈ ਹੋਇਆ। ਜੀਤੋ ਨੇ ਮਖੌਲ ਕੀਤਾ। ਨਾਈ ਬੰਦੇ ਨਹੀਂ ਹੁੰਦੇ। ਗੱਲ ਇਹ ਨਹੀਂ, ਮੈਂ ਤਾਂ ਕਹਿੰਦੀ ਹਾਂ ਐਵੇਂ ਹੀ ਸਾਡੇ ਨਾਲ ਕੋਈ ਵੈਰ ਪੈ ਜੇ। ਉਹ ਤਾਂ ਜੋ ਹੋਣਾ ਸੀ ਹੋ ਗਿਆ। ਕਿਉਂ? ਸਾਡੇ ਕਾਹਤੋਂ ਕੋਈ ਵੈਰ ਪੈ ਜੂ? ਅਸੀਂ ਕਿਸੇ ਦੇ ਮਾਂ ਮਾਰੇ ਨੇ? ਬਚਨਾ ਰੋਟੀ ਖਾ ਕੇ ਹੱਥ ਧੋਂਦਾ ਬੋਲਿਆ। ਮੈਂ ਤਾਂ ਜੀ ਇੱਕ ਹੋਰ ਹੀ ਗੱਲ ਸੁਣੀ ਹੈ। ਜੀਤੋ ਆਵਾਜ਼ ਨੀਵੀਂ ਕਰਕੇ ਬੋਲੀ। ਕੀ ਗੱਲ ਸੁਣੀ ਹੈ? ਬਚਨਾ ਮੈਂ ਨੂੰ ਕੱਖ ਪਾਉਂਦਾ ਪਾਉਂਦਾ ਰੁਕ ਕੇ ਬੋਲਿਆ। ਪਿੰਡ 'ਚ ਸੋਹਰਾ ਹੁੰਦੀ ਹੈ ਬਈ। ਅੱਗੋਂ ਉਹਨੇ ਬਚਨੇ ਦੇ ਕੰਨ ਵਿੱਚ ਕੁਝ ਆਖਿਆ। ਕੌਣ ਆਖਦਾ? ਆਖਦੇ ਨੇ ਅਤਰੀ ਦੇ ਰੋਡੇ ਨੇ ਦੇਖੇ ਸੀ। ਉਹਨੇ ਘਰ ਆ ਕੇ ਮਾਂ ਨੂੰ ਦੱਸਿਆ। ਅਤਰੀ ਚਲਾਕ ਹੈ। ਉੱਥੇ ਮੁੰਡਾ ਚੁੱਪ ਕਰਾਤਾ ਵੀ ਆਪਾਂ ਕਾਹਨੂੰ ਵਿੱਚ ਵਿਚਾਲੇ ਆਈਏ। ਬਚਨਾ ਉਹਨੀ ਪੈਰੀਂ ਅਤਰੀ ਦੇ ਘਰ ਨੂੰ ਤੁਰ ਪਿਆ। ਮਖਾਂ ਜੀ ਤੂੰ ਗੱਲ ਤਾਂ ਸੁਣ। ਜੀਤੋ ਨੇ ਹਾਕ ਮਾਰੀ, ਪਰ ਬਚਨਾ ਰੁਕਿਆ ਨਹੀਂ। ਖਾਓ ਪੀਓ ਤੋਂ ਪਿੱਛੋਂ ਅਤਰੀ ਭਾਂਡੇ ਮਾਂਜ ਰਹੀ ਸੀ। ਵਿਹੜੇ 'ਚ ਝਲਿਆਰੀ ਕੋਲ ਬੈਠੀ ਦਾਲ ਵਾਲੀ ਤੌੜੀ ਧੋ ਕੇ ਮੈਂ ਦੇ ਦਾਣੇ 'ਚ ਤੌਲੇ ਵਿੱਚ ਪਾਉਣ ਨੂੰ ਉੱਠੀ ਤਾਂ ਸਾਹਮਣੇ ਬਚਨਾ ਆਉਂਦਾ ਦਿਸਿਆ। ਭਾਬੀ ਰੋਡਾ ਕਿੱਥੇ ਹੈ? ਉਹਨੇ ਵਿਹੜੇ 'ਚ ਲੱਗੀ ਪੌੜੀ ਦੇ ਡੰਡੇ ਨੂੰ ਹੱਥ ਪਾ ਕੇ ਪੁੱਛਿਆ। ਉਹ ਤਾਂ ਸਾਊ ਸੌਂ ਗਿਆ। ਕੀ ਕੰਮ ਹੈ? ਅਤਰੀ ਨੇ ਤਿਉੜੀਆਂ ਪਾ ਕੇ ਕਿਹਾ। ਜਰਾ ਜਗਾਈ, ਇੱਕ ਗੱਲ ਪੁੱਛਣੀ ਹੈ। ਦੇਖ ਬਚਣਿਆ, ਮੈਂ ਤੈਨੂੰ ਦੱਸਾਂ, ਸਾਡੇ ਮੁੰਡੇ ਦਾ ਤਾਂ ਲੋਕ ਜੈ ਖਾਣੇ ਐਵੇਂ ਨਾਂ ਲੈਣ ਲੱਗ ਪਏ। ਨਿਆਣੇ ਨੂੰ ਕੀ ਪਤਾ? ਜਿਸ ਜਾ ਵੱਡੇ ਨੇ ਨਪੁੱਤੇ ਦੇ ਨੇ ਨਾਂ ਲੈਣਾ ਹੋਵੇ ਸਿੱਧਾ ਲਵੇ। ਸਾਡੇ ਮੁੰਡੇ ਦੇ ਸਿਰ ਕਾਹਨੂੰ ਲਾਉਂਦੇ ਹੈ? ਸਿੱਧਾ ਤਾਂ ਕੋਈ ਨਾਂ ਲੈਂਦਾ ਨਹੀਂ, ਪਤੰਦਰਾਂ ਤੋਂ ਸੇਕ ਆਉਂਦਾ। ਅਸੀਂ ਤਾਂ ਅੱਗੇ ਹੀ ਹਰ ਹਰ ਕਰਕੇ ਵੇਲਾ ਟਪਾਉਂਦੇ ਹਾਂ। ਸਾਡੇ ਨਾਲ ਵੈਰ ਪਾ ਦਿਓ। ਅੱਬਲਾ ਤਾਂ ਰੋਡੇ ਨੇ ਕੁਛ ਕਿਹਾ ਨਹੀਂ, ਭਾਵੇਂ ਸਹੁੰ ਚੁਕਾ ਲੈ। ਜੇ ਨਿਆਣੇ ਨੇ ਕਿਤੇ ਕੁਛ ਆਖ ਵੀ ਦਿੱਤਾ ਹੋਊ ਤਾਂ ਸੱਚ ਥੋੜ੍ਹੇ ਮੰਨ ਜਾਈਦਾ। ਨਿਆਣੇ ਤਾਂ 100 ਕੁਛ ਆਖ ਦਿੰਦੇ ਨੇ। ਮੈਂ ਤਾਂ ਆਪ ਬਥੇਰਾ ਮਾਰਿਆ ਆਥਣੇ। ਅਤਰੀ ਆਪ ਮੁਹਾਰੀ ਬੋਲੀ ਗਈ। ਤੂੰ ਜਰਾ ਰੋਡੇ ਨੂੰ ਤਾਂ ਸੱਦੇ, ਬਚਨੇ ਨੇ ਤੱਤਾ ਹੋ ਕੇ ਕਿਹਾ। ਕਿਉਂ ਸੱਦਿਆ? ਅਸੀਂ ਕਿਸੇ ਦਾ ਦਿੱਤਾ ਖਾਂਦੇ ਹਾਂ? ਕਿਸੇ ਦਾ ਡਰ ਮਾਰਿਆ? ਚੁੱਪ ਕਰਕੇ ਵਗ ਜਾ ਆਪਣੇ ਘਰ। ਵੱਡਾ ਹਮੈਤੀ। ਲੋਕ ਤਾਂ ਇਹ ਵੀ ਆਖਦੇ ਆ ਵੀ ਪਿੰਡ 'ਚ ਐਰ ਗੈਰ ਬੰਦੇ ਹੀ ਤੇਰੇ ਕੋਲ ਆਉਂਦੇ ਆ। ਨਾਲੇ ਜਿਨ੍ਹਾਂ ਨੂੰ ਕਮਿਊਨਿਸਟ ਆਖਦੇ ਨੇ ਵੀ ਤੇਰੀ ਬੇਲੀ ਹੈ। ਬਾਗੀ ਹੋਊ ਕਿਧਰੇ, ਸਾਨੂੰ ਕੀ ਪਤਾ? ਆਹੋ ਹੋਰ ਕੀ? ਅਤਰੀ ਵੀ ਅੱਗੋਂ ਤੱਤੀ ਹੋ ਕੇ ਬੋਲੀ। ਬਚਨਾ ਘਰ ਪਰਤ ਆਇਆ। ਸਾਰੀ ਰਾਤ ਉਹਨੇ ਸੋਚਦਿਆਂ ਅੱਖਾਂ ਵਿੱਚ ਦੀ ਲੰਘਾਈ। ਕਈ ਵਾਰੀ ਮੁੜ ਕੇ ਪਰਾਂ ਮੰਜੇ ਉੱਤੇ ਪਈ ਜੀਤੋ ਵੱਲ ਝਾਕਿਆ। ਜੀਤੋ, ਉਹਨੇ ਆਵਾਜ਼ ਦਿੱਤੀ। ਹਾਂ ਮਖਾਂ ਜੀ ਤੂੰ ਅਜੇ ਤਾਈਂ ਜਾਗਦਾ? ਕੀ ਗੱਲ? ਗੱਲ ਤਾਂ ਕੋਈ ਨਹੀਂ। ਤੂੰ ਜੀ ਐਡਾ ਫਿਕਰ ਨਾ ਕਰ। ਹੋਣਹਾਰ ਨਹੀਂ ਕਿਸੇ ਤੋਂ ਮਿਟਦੀ। ਤੂੰ ਵੇਖ ਲੈ, ਨਾਲੇ ਸਤਯੁਗ ਦਾ ਪਹਿਰਾ ਸੀ। ਰਾਮਚੰਦਰ ਰਾਜੇ ਦਾ ਪੁੱਤ ਸੀ। ਫਿਰ ਵੀ ਵਿਚਾਰੀ ਸੀਤਾ ਨੂੰ ਕੀ ਦਸੌਂਟੇ ਕੱਟਣੇ ਪਏ। ਤੁਸੀਂ ਕਿਹਦੇ ਪਾਣੀ ਹਾਰ? ਜੀਤੋ, ਜੇ ਭਲਾ ਤੈਨੂੰ ਕੋਈ ਰਾਮ ਕਰੋ ਜੀ। ਤੜਕੇ ਕੀ ਚੰਦਰੇ ਬੋਲਦਾ? ਢਿੱਡ ਨਾ ਪਾੜਦਿਆਂ ਜੈ ਖਾਣੇ ਦਾ। ਉਂਗਲ ਤਾਂ ਕਰਕੇ ਦੇਖੇ ਮੇਰੇ ਕੰਨੀ। ਨਾਲੇ ਭਰਾ ਮੇਰੇ ਡੱਕਰੇ ਨਹੀਂ ਕਰ ਦੇਣਗੇ ਆਥਣ ਤੋਂ ਪਹਿਲਾਂ। ਆਹੋ, ਜੀਤੋ ਗੁੱਸੇ ਨਾਲ ਬੋਲੀ। ਬਚਨਾ ਚੁੱਪ ਕਰ ਗਿਆ। ਜੀਤੋ ਨੂੰ ਅਚਵੀ ਜਿਹੀ ਹੋਈ। ਉੱਠ ਕੇ ਦੁੱਧ ਰਿੜਕਣ ਜਾ ਲੱਗੀ ਅਤੇ ਨਾਲ ਹੀ ਉਹ ਪਾਠ ਕਰਨ ਲੱਗ ਪਈ। ਇੱਕੋ ਪੌੜੀ ਉਹਨੂੰ ਜਿਹੜੀ ਆਉਂਦੀ ਸੀ ਬਾਰ ਪੜ੍ਹਦੀ ਗਈ। ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ।
ਅੰਮ੍ਰਿਤ ਛਕਣ ਵੇਲੇ ਭਾਈ ਜੀ ਨੇ ਇਹ ਉਹਨੂੰ ਗੁਰਮੰਤਰ ਦਿੱਤਾ ਸੀ। ਇਸ ਤੁਕ ਦਾ ਅਰਥ ਉਹਦੇ ਮਨ 'ਚ ਕੁਝ ਇਉਂ ਬਣਦਾ ਸੀ ਕਿ ਬਹੁਤੀਆਂ ਸਿਆਣਪਾਂ ਨਾਲ ਕੁਝ ਨਹੀਂ ਬਣਦਾ। ਜੇ ਉਹਦੇ ਹੁਕਮ ਵਿੱਚ ਰਹੋਗੇ ਤਾਂ ਗੁਰੂ ਨਾਨਕ ਹਮੇਸ਼ਾ ਤੁਹਾਡੇ ਨਾਲ ਰਹਿੰਦਾ, ਭਾਵ ਰੱਖਿਆ ਕਰਦਾ। ਇਸੇ ਲਈ ਹਰ ਔਖੇ ਸੌਖੇ ਵੇਲੇ ਉਹ ਇਸ ਤੁਕ ਨੂੰ ਬਾਰ-ਬਾਰ ਦੁਹਰਾਉਂਦੀ ਹੈ। ਉਸ ਨੂੰ ਯਕੀਨ ਹੋ ਗਿਆ ਕਿ ਗੁਰੂ ਨਾਨਕ ਅੰਗ ਸੰਗ ਸਹਾਈ ਹੋਵੇਗਾ, ਮਦਦ ਕਰੇਗਾ। ਜੀਤੋ ਦੇ ਪਾਠ ਤੇ ਦੁੱਧ ਰਿੜਕਣ ਦੀ ਸੁਖਾਵੀਂ ਆਵਾਜ਼ ਵਿੱਚ ਬਚਨੇ ਦੀਆਂ ਸੋਚਾਂ ਹੇਠਾਂ ਬਹਿ ਗਈਆਂ ਤੇ ਉਹਦੀ ਅੱਖ ਲੱਗ ਗਈ। ਅਜੇ ਉਹ ਹੁਣੇ ਸੁੱਤਾ ਸੀ। ਮੂੰਹ ਝੱਖ ਰਹੀ ਨਾਥ ਆ ਗਿਆ। ਬਚਨਿਆ, ਬਾਪੂ ਆਖਦਾ ਸਾਰੇ ਖੂਹ ਟੋਭੇ ਦੇਖ ਆਓ, ਸ਼ਾਇਦ ਲਾਸ਼ ਉੱਪਰ ਤਾਰਾ ਹੀ ਹੋਵੇ। ਅੱਜ ਤੀਜਾ ਦਿਨ ਹੈ। ਨਾਥ ਉਹਦੇ ਮੰਜੇ ਦੀ ਪੈਂਦ 'ਤੇ ਬੈਠਦਾ ਬੋਲਿਆ। ਖੂਹ ਟੋਭੇ ਉਹਨੇ ਕਿਉਂ ਡੁੱਬਣਾ ਸੀ ਨਾਥ? ਜੀ ਸੰਸੈ ਚੱਲ ਕਰ ਆਉਂਦੇ ਹਾਂ। ਸਿਰ 'ਤੇ ਪੱਗ ਵਲੇਟ ਕੇ ਪੈਰੀ ਜੁੱਤੀ ਪਾਉਂਦਿਆਂ ਬਚਨੇ ਨੇ ਕਿਹਾ। ਚਾਹ ਧਰਾਂ? ਜੀਤੋ ਨੇ ਪੁੱਛਿਆ। ਅਜੇ ਨਹੀਂ, ਬਚਨੇ ਦੀ ਥਾਂ ਨਾਥ ਨੇ ਜਵਾਬ ਦਿੱਤਾ। ਉਹ ਸੋਭੂ ਵਾਲੇ ਖੂਹ ਵੱਲ ਪਹੇ ਤੁਰੇ ਜਾ ਰਹੇ ਸੀ। ਦਰਖਤਾਂ ਉੱਤੇ ਚਿੜੀਆਂ ਬੋਲ ਰਹੀਆਂ ਸੀ। ਪਹੇ ਦੇ ਦੋਵੇਂ ਪਾਸੇ ਬਾਂਸੇ ਦੇ ਬੂਝੇ ਪਹਿਰੇਦਾਰਾਂ ਵਾਂਗ ਤਣੀ ਖੜੇ ਸੀ। ਸਾਹਮਣੇ ਉਹ ਦਾਰਾ ਆ ਰਿਹਾ ਸੀ। ਕਿਸੇ ਦੀ ਆਉਂਦੇ ਦੀ ਬਿੜਕ ਸੁਣ ਟੇਢਦੇ ਹੋ ਕੇ ਉਹ ਪਹੇ ਨੂੰ ਛੱਡ ਕੇ ਖੰਦਕ ਦੇ ਓਹਲੇ ਹੋ ਗਿਆ। ਦਾਰਾ ਹੈ? ਨਾਥ ਨੇ ਪੁੱਛਿਆ। ਆਹੋ, ਕਿਸੇ ਦੇ ਖੇਤ 'ਚੋਂ ਛੱਲੀਆਂ ਤੋੜੀ ਆਉਂਦਾ ਹੋਣਾ, ਤਾਂ ਹੀ ਓਹਲੇ ਹੋ ਗਿਆ, ਬਚਨਾ ਬੋਲਿਆ। ਉਦਣ ਮੱਲਕਿਆਂ ਨੇ ਇੰਨਾ ਕੁੱਟਿਆ ਸੀ, ਫੇਰ ਨਹੀਂ ਟਲਦਾ। ਉਹ ਇਹੋ ਜਿਹੀ ਅਮਲੀਆਂ ਠਮਲੀਆਂ ਨੂੰ ਨਹੀਂ ਸ਼ਰਮ ਹਿਆ ਰਹਿੰਦੀ। ਸਾਹਮਣੇ ਸੋਭੂ ਵਾਲਾ ਖੂਹ ਸੀ, ਜਿੱਥੇ ਸਿਖਰ ਦੁਪਹਿਰੇ ਆਖਦੇ ਨੇ ਸੋਭੂ ਦਾ ਹਾੜ ਬੋਲਦਾ ਹੈ। ਭਰੀ ਉਮਰੇ ਕੰਵਾਰਾ ਮਰ ਗਿਆ ਸੀ। ਸੁਰਤੀ ਭਟਕਦੀ ਫਿਰਦੀ ਹੈ। ਸੋਭੂ ਵਾਲੇ ਖੂਹ 'ਚ ਕੋਡਾ ਹੋ ਕੇ ਝਾਕਦੇ ਨਾਥ ਦਾ ਮਨ ਕੀਤਾ ਰੱਬ ਕਰੇ ਲਾਸ਼ ਉੱਪਰ ਤਾਰਾ ਹੀ ਹੋਵੇ। ਪਰ ਖੂਹ ਦਾ ਪਾਣੀ ਤਾਂ ਟਿਕਿਆ ਨਿੱਤਰਿਆ ਖੜਾ ਸੀ। ਆਪਣੀ ਸ਼ਕਲ ਪਾਣੀ 'ਚ ਦੇਖ ਨਾ ਜਾਣੇ ਕਿਉਂ ਉਹ ਭੈਮਾਨ ਜਿਹਾ ਹੋ ਗਿਆ। ਸ਼ਾਇਦ ਪਾਣੀ ਵਿੱਚ ਆਪਣੀ ਸ਼ਕਲ ਉਹਨੂੰ ਸੋਭੂ ਦੀ ਸ਼ਕਲ ਲੱਗੀ ਸੀ। ਉੱਥੋਂ ਮੜੀਆਂ ਵਾਲੇ ਟੋਭੇ ਦੇ ਉੱਪਰ ਦੀ ਹੁੰਦੇ ਹੋਏ ਗਿਆਨਦਾਸ ਦੇ ਡੇਰੇ ਵੱਲ ਨੂੰ ਮੁੜੇ। ਬਚਨਿਆ, ਜੇ ਉਹਦੀ ਲਾਸ਼ ਹੀ ਥਿਆ ਜੇ ਤਾਂ ਵੀ ਸਬਰ ਆ ਜੇ। ਆਪਾਂ ਲਾਸ਼ ਨੂੰ ਰੋਂਦੇ ਹਾਂ, ਉਸ ਵਿਚਾਰੀ ਦੀ ਜਾਨ 'ਤੇ ਖਬਰੇ ਕੀ ਬਣੀਆਂ। ਕਿਹੜਾ ਪਤਾ ਲੱਗ ਜੇ ਬਚਨਿਆ। ਹੁਣ ਤਾਂ ਕੁਛ ਨਹੀਂ ਬਣਦਾ ਦੀਂਦਾ, ਪਰ ਏਡੀ ਛੇਤੀ ਕੀ ਧਰਤੀ ਨਿਕਲ ਗਈ ਉਹਨੂੰ। ਅਗਲਿਆਂ ਨੇ ਰਾਤੋਂ ਰਾਤ 20-30 ਕੋ ਗਾਹਾਂ ਲੰਘਾਤੀ ਹੋਣੀ ਹੈ, ਪਰ ਉਹ ਹਾਲ ਦੁਹਾਈ ਤਾਂ ਪਾਉਂਦੀ। ਤੂੰ ਤਾਂ ਨਾਥ ਨਿਆਣਿਆਂ ਵਾਲੀਆਂ ਗੱਲਾਂ ਕਰਦਾ। ਮੂੰਹ 'ਚ ਦੇ ਲੈਂਦੇ ਨੇ ਅਗਲੇ ਕੱਪੜਾ, ਹਾਲ ਦੁਹਾਈ ਕਰਨ ਦਿੰਦੇ ਨੇ। ਆਪਣੇ ਮੁੰਡੇ ਨੂੰ ਵੀ ਇਦੋਂ ਤਾਂ ਨਾਲ ਹੀ ਲੈ ਜਾਂਦੀ, ਤਾਪ ਚੜ੍ਹਿਆ ਪਿਆ। ਉਹ ਜਾਣੀ ਨਾਨਕੀ ਗਈ ਹੈ ਬਈ ਨਾਲ ਹੀ ਲੈ ਜਾਂਦੀ। ਇਹ ਨਹੀਂ ਸੋਚਦਾ ਬਈ ਕਹਿੰਦਾ ਬਚਨਾ ਰੁਕ ਗਿਆ। ਬਚਨਿਆ, ਹਾਂ, ਇਹਦਾ ਮਤਲਬ ਹੈ ਹੁਣ ਸੀਤਾ ਥਿਆਊਗੀ ਨਹੀਂ। ਰੱਬ ਦੀਆਂ ਰੱਬ ਹੀ ਜਾਣੇ। ਨਾਥ ਆਪਦੀ ਤਾਂ ਸਾਰੀ ਵਾਹ ਲਾਈ ਜਾਂਦੇ ਆ। ਦੇਖੋ ਆਥਣੇ ਪੰਚਾਇਤ ਕੀ ਆਖਦੀ ਹੈ। ਤੀਜੇ ਪੈਰ ਧਰਮਸ਼ਾਲਾ 'ਚ ਪੰਚਾਇਤ ਜੁੜੀ। ਪੰਚਾਇਤ ਵਿੱਚ ਆਖਦੇ ਨੇ ਪਰਮੇਸ਼ਰ ਹੁੰਦਾ ਹੈ। ਰੱਖੀ ਨੇ ਸੋਚਿਆ। ਪੰਚਾਇਤ ਨੇ ਸੰਤੇ ਨੂੰ ਪੁੱਛਿਆ, ਤੈਨੂੰ ਕਿਤੇ ਸ਼ੱਕ ਹੈ? ਸੰਤਾ ਕੀ ਆਖਦਾ? ਉਹ ਠਹਿਰਿਆ ਪਿੰਡ ਦਾ ਲਾਗੀ। ਆਖਰ ਤਾਂ ਇਸੇ ਪਿੰਡ 'ਚ ਰਹਿਣਾ, ਉਹਨੇ ਸੋਚਿਆ। ਆਖਰ ਬਲਦੇਵ ਸਿੰਘ ਸਰਪੰਚ ਉੱਠਿਆ ਤੇ ਸਾਰਿਆਂ ਨੂੰ ਸੰਬੋਧਨ ਕਰਕੇ ਆਖਣ ਲੱਗਾ, ਜਾਂ ਤਾਂ ਸੰਤਾ ਦੱਸੇ ਉਹਨੂੰ ਕਿਹਦੇ 'ਤੇ ਸ਼ੱਕ ਹੈ। ਪੰਚਾਇਤ ਉੱਥੇ ਪਤਾ ਕਰੇ, ਉਸ ਬੰਦੇ ਨੂੰ ਧਰਮਸ਼ਾਲਾ ਸੱਦੇ, ਨਹੀਂ ਤਾਂ ਉਹ ਆਪ ਹੀ ਕਿਸੇ ਨਾਲ ਗਈ ਹੋਣੀ ਹੈ। ਸੰਤੇ ਨੂੰ ਵਿਚਾਰੇ ਨੂੰ ਕੀ ਪਤਾ। ਸਾਂ ਕਰਕੇ ਲਹੂ ਜਿਵੇਂ ਸੰਤੇ ਦੇ ਸਿਰ ਨੂੰ ਚੜ੍ਹਿਆ। ਪਾਟੀਆਂ ਨਜ਼ਰਾਂ ਨਾਲ ਉਹਨੇ ਪੰਚਾਂ ਵੱਲ ਵੇਖਿਆ, ਜਿਨ੍ਹਾਂ ਦੀਆਂ ਧੀਆਂ ਭੈਣਾਂ ਉਹ ਸਾਰੀ ਉਮਰ ਪੇਕੀ ਸਹੁਰੀ ਛੱਡਦਾ ਲਿਆਉਂਦਾ ਰਿਹਾ ਹੈ। ਇਹ ਪੈਂਚ ਜਿਹੜੇ ਨਿਆਂ ਕਰਨ ਬੈਠੇ ਨੇ, ਕਿਹਦੇ ਬਾਰੇ ਉਹ ਕੀ ਨਹੀਂ ਜਾਣਦਾ। ਬਲਦੇਵ ਸਿੰਘ ਸਰਪੰਚ ਜੀ ਨੇ ਕੋਈ ਐਬ ਨਹੀਂ ਛੱਡਿਆ। 100 ਰੁਪਈਏ ਪਿੱਛੇ ਝੂਠੀ ਗਵਾਹੀ ਦੇਣ ਵਾਲਾ ਗੁਲਜ਼ਾਰਾ, ਪਿਓ ਨੂੰ ਗਾਲਾਂ ਦੇਣ ਵਾਲਾ ਦੀਪਾ, ਮਾਂ ਵਰਗੀ ਭਰਜਾਈ ਨਾਲ ਰਲਿਆ ਧੰਨਾ, ਲੋਕਾਂ ਦੀਆਂ ਕਪਾਹਾਂ ਚੁਗ ਲੈਣ ਵਾਲਾ ਫੱਤਾ, ਫੁੰਮਣ ਬਖਸ਼ੀ, ਉਹ ਕਿਹਦੇ ਬਾਰੇ ਕੀ ਨਹੀਂ ਜਾਣਦਾ। ਇਹ ਲੋਕ ਉਹਦਾ ਨਿਆਂ ਕਰਨ ਬੈਠੇ ਨੇ ਤੇ ਆਖਦੇ ਨੇ ਆਪੇ ਭੱਜ ਗਈ ਹੋਊ ਕਿਸੇ ਨਾਲ। ਉਹਨੇ ਪਰਨੇ ਨਾਲ ਮੂੰਹ ਪੂੰਝਿਆ, ਕੌੜਾ ਜਿਹਾ ਥੁੱਕ ਅੰਦਰ ਲੰਘਾਇਆ ਤੇ ਬੋਲਿਆ, ਚਲੋ ਸਰਦਾਰ ਜੀ, ਜੋ ਹੋਣਾ ਸੀ ਹੋ ਗਿਆ। ਭਾਣਾ ਹੈ ਰੱਬ ਦਾ, ਹੋਣਹਾਰ ਨਹੀਂ ਕਿਸੇ ਤੋਂ ਮਿਟਦੀ। ਬਾਕੀ ਇਨਸਾਫ ਤਾਂ ਹੁਣ ਅੱਗੇ ਚੱਲ ਕੇ ਹੀ ਹੋਊ। ਉਹੀ ਉੱਪਰਲਾ ਹੀ ਸਭ ਕੁਝ ਜਾਣਦਾ। ਸੰਤੇ ਨੇ ਅਸਮਾਨ ਵੱਲ ਹੱਥ ਕਰਕੇ ਕਿਹਾ,
ਇਨਸਾਫ ਨੂੰ ਪੰਚਾਇਤ ਵੀ ਤਿਆਰ ਹੈ। ਤੂੰ ਨਾਂ ਲੈ, ਜਿੰਨਾ ਮੂੰਹ ਕਾਲਾ ਕਰਕੇ ਗਧੇ 'ਤੇ ਚੜ੍ਹ ਕੇ ਗਲ ਛਿੱਤਰਾਂ ਦੀ ਮਾਲਾ ਪਾ ਕੇ ਸਾਰੇ ਪਿੰਡ 'ਚ ਫੇਰੀਏ। ਬਾਕੀ ਜੇ ਆਪਣੇ ਹੀ ਧੀ ਪੁੱਤ 'ਚ ਖੋਟ ਹੋਵੇ ਫੇਰ ਨਹੀਂ ਕਿਸੇ ਨੂੰ ਕੁਛ ਆਖਿਆ ਜਾਂਦਾ ਹੁੰਦਾ। ਉਹਨੇ ਪਿੰਡ ਦਾ ਨੱਕ ਵੱਢਣਾ ਸੀ, ਵੱਢਤਾ। ਬਾਕੀ ਤੂੰ ਤਾਂ ਮੁੰਡੇ ਨੂੰ ਹੋਰ ਥਾਂ ਵਿਆਹ ਲੇਂਗਾ। ਇੱਜ਼ਤ ਤਾਂ ਪੱਟਦੀ ਫਿਰ ਪਿੰਡ ਦੀ ਰੁਲ ਗਈ। ਹੁਣ ਤੈਨੂੰ ਕੌਣ ਜਾਣਦਾ? ਸਰਦਾਰ ਬਲਦੇਵ ਸਿੰਘ ਨੇ ਜ਼ਰਾ ਤਲਖ ਹੋ ਕੇ ਕਿਹਾ। ਇੱਜ਼ਤ ਗਰੀਬ ਅਮੀਰ ਸਭ ਦੀ ਇੱਕੋ ਜਿਹੀ ਹੁੰਦੀ ਹੈ ਸਰਦਾਰ ਜੀ, ਸੰਤੇ ਨੇ ਰੋਣ ਹਾਕੀ ਆਵਾਜ਼ 'ਚ ਕਿਹਾ ਤੇ ਉੱਠ ਕੇ ਘਰ ਨੂੰ ਆ ਗਿਆ। ਸਾਫੀ ਦੇ ਲੜ ਨਾਲ ਅੱਖਾਂ ਪੂੰਝਦਾ ਜਦੋਂ ਬਾਹਰ ਵੜਿਆ ਤਾਂ ਅੱਗੋਂ ਸੀਤਾ ਦਾ ਬਾਪ ਤੇ ਭਰਾ ਆਏ ਬੈਠੇ ਸਨ। ਸੰਤਾ ਕੋਲ ਆ ਬੈਠਿਆ। ਕੁਝ ਪਲ ਕੋਈ ਕੁਝ ਨਾ ਬੋਲਿਆ। ਫਿਰ ਸੀਤਾ ਦਾ ਬਾਪ ਭੁੱਬਾ ਮਾਰ ਕੇ ਰੋ ਪਿਆ। ਸੰਤੇ ਨੇ ਅਟਕ ਕੇ ਭਰੇ ਗਲ ਨਾਲ ਸੀਤਾ ਦੇ ਬਾਪ ਨੂੰ ਸਾਰੀ ਗੱਲ ਦੱਸੀ। ਕੋਲ ਬੈਠਾ ਕਾਲਜ 'ਚ ਪੜ੍ਹਦਾ ਸੀਤਾ ਦਾ ਭਰਾ ਵੱਟ ਜੇ ਖਾਂਦਾ ਰਿਹਾ। ਚਾਹ ਦੀ ਗੜਵੀ ਤੇ 2 ਗਲਾਸ ਰੱਖੀ ਕੋਲ ਧਰ ਗਈ। ਲਓ ਚਾਹ ਫੜੋ, ਗਲਾਸ ਵਿੱਚ ਪਾ ਕੇ ਸੰਤੇ ਨੇ ਸੀਤਾ ਦੇ ਬਾਪ ਦੇ ਅੱਗੇ ਕੀਤੀ। ਚਾਹ ਦੀ ਨਹੀਂ ਲੋੜ, ਉਹ ਬੋਲਿਆ। ਫੜੋ ਵੀ, ਜਿਉਂਦਿਆਂ ਤੋਂ ਕੁਛ ਨਹੀਂ ਛੁੱਟਦਾ, ਆਖ ਕੇ ਸੰਤੇ ਨੇ ਸੀਤਾ ਦੇ ਪਿਓ ਨੂੰ ਤਾਂ ਚਾਹ ਫੜਾਤੀ, ਪਰ ਭਰਾ ਉਹਦੇ ਨੇ ਬਾਰ-ਬਾਰ ਆਖਣ 'ਤੇ ਵੀ ਨਾ ਲਈ। ਫਿਰ ਕੀ ਸੋਚਿਆ ਜੀਜਾ? ਉਹਨੇ ਜਾਣ ਤੋਂ ਪਹਿਲਾਂ ਨਾਥ ਨੂੰ ਪੁੱਛਿਆ। ਨਾਥ ਨੇ ਕੋਈ ਉੱਤਰ ਨਾ ਦਿੱਤਾ। ਅੱਖਾਂ ਮੂਹਰੇ ਮਰ ਜਾਂਦੀ। 4 ਦਿਨ ਰੋ ਧੋ ਕੇ ਸਬਰ ਕਰਕੇ ਤਾਂ ਬੈਠ ਜਾਂਦੇ। ਖਬਰ ਨਹੀਂ ਚੰਦਰੀ ਕਿਹੋ ਜਿਹੇ ਲੇਖ ਲਿਖਾ ਕੇ ਆਈ ਸੀ। ਨਾਥ ਦੀ ਥਾਂ ਰੱਖੀ ਬੋਲੀ। ਉਸੇ ਦਿਨ ਆਥਣੇ ਸੀਤਾ ਦਾ ਬਾਪ ਤੇ ਭਰਾ ਆਪਣੇ ਪਿੰਡ ਨੂੰ ਮੁੜ ਪਏ। ਰਾਹ ਵਿੱਚ ਮੇਘ ਦੇ ਬਾਪ ਨੇ ਕਈ ਵਾਰ ਮੇਘ ਦੇ ਮੂੰਹ ਵੱਲ ਵੇਖਿਆ, ਪਰ ਉਹ ਗੁੰਮਸੁੰਮ ਜਿਹਾ ਤੁਰਿਆ ਆ ਰਿਹਾ ਸੀ। ਫਿਰ ਕੀ ਸੋਚਿਆ ਬਾਪੂ? ਮਲੌਦ ਬੱਸਾਂ ਦੇ ਅੱਡੇ 'ਤੇ ਬੱਸ ਉਡੀਕਦਿਆਂ ਇੱਕ ਮੇਘ ਨੇ ਪੁੱਛਿਆ। ਸੋਚਣ ਨੂੰ ਹੁਣ ਹੈ ਹੀ ਕੀ ਸਾਊ? ਡੇਲੋਂ ਵਾਲੇ ਥਾਣੇਦਾਰ ਕੋਲ ਚੱਲੀਏ? ਲੈ ਹੈ, ਜਦੋਂ ਉਹਨੇ ਉਹ ਭਲੇ ਮਾਨਸਾਂ ਦੀ ਨਹੀਂ ਸੁਣੀ, ਸਾਡੀ ਕੀ ਸੁਣੂ? ਬਿਨਾਂ 5-700 ਲਏ ਨਹੀਂ ਉਹਨੇ ਰਪਟ ਲਿਖਣੀ। ਡੇਲੋਂ ਵਾਲੇ ਥਾਣੇਦਾਰ ਦੀ ਉੱਤੇ ਸ਼ਿਕਾਇਤ ਕਰੀਏ? ਹੈ ਕਮਲਾ, ਪਤਾ ਲੱਗਣ 'ਤੇ ਪੁਲਿਸ ਵਾਲੇ ਸਾਨੂੰ ਛੱਡਣਗੇ? ਇਹਨਾਂ ਕੋਲ ਬਥੇਰੇ ਢੰਗ ਹੁੰਦੇ ਆ, ਫਿਰ ਐਵੇਂ ਕੋਈ ਅਲਸੇਟਾ ਪਾ ਦੇਣ, ਥਾਣੇ ਲਿਜਾ ਕੇ ਕੁੱਟਣ ਜਾਂ ਦਰਵਾਜ਼ੇ ਸੱਦ ਕੇ ਲਾਹ ਪਾ ਕਰਨ, ਫਿਰ ਆਪਾਂ ਕੀ ਕਰ ਲਾਂਗੇ? ਦੇਖਿਆ ਨਹੀਂ ਕੇਰੂ ਦਾ ਬੰਤਾ ਜਦੋਂ ਟਿਊਬਵੈੱਲ 'ਚ ਡਿੱਗ ਕੇ ਮਰ ਗਿਆ? ਕਿੰਨੇ ਬਰਾਨ ਕੀਤੇ ਸੀ, ਪੂਰਾ 1000 ਰੁਪਇਆ ਲੱਗਿਆ ਸੀ, ਨਾਲੇ ਘਰੋਂ ਬੰਦਾ ਗਿਆ। ਆਖਣ ਕੀ ਪਤਾ ਕਿਵੇਂ ਮਰਿਆ। ਇਹਨਾਂ ਨਾਲ ਤਾਂ ਰੱਬ ਵਾਹ ਨਾ ਪਵੇ ਕਿਸੇ ਦਾ। ਜਮਦੂਤ ਹੁੰਦੇ ਨੇ, ਨਿਰੇ ਜਮਦੂਤ। ਤਾਂ ਹੀ ਤਾਂ ਉਹ ਮਾਰਦੇ ਨੇ ਇਹਨਾਂ ਸਾਲਿਆਂ ਨੂੰ। ਬਲਵੰਤ ਸਿੰਘ ਸੁਪਰਡੈਂਟ ਮਾਰਿਆ ਨਾ ਅਗਲਿਆਂ, ਘਰ ਬੈਠਾ ਹੀ। ਮੇਘ ਨੇ ਦੰਦ ਪੀ ਕੇ ਕਿਹਾ। ਹੈ ਕਮਲਾ, ਸੂਲ ਲੱਗਣ 'ਤੇ ਕਿੱਕਰ ਤਾਂ ਨਹੀਂ ਪੱਟ ਦਈਦੀ, ਫੇਰ ਤਾਂ ਊਂ ਨੇਰ ਮੱਚ ਜੂ ਮੁਲਕ 'ਚ। ਲੋਕ ਦਿਨ ਦੀਵੀਂ ਦੂਜਿਆਂ ਨੂੰ ਲੁੱਟ ਲਿਆ ਕਰਨਗੇ। ਮੇਘ ਚੁੱਪ ਕੀਤਾ, ਕੁਝ ਸੋਚਦਾ ਰਿਹਾ। ਭੀੜਾਂ ਤਾਂ ਬੜਿਆਂ ਦੇ ਪੈਂਦੀਆਂ ਆਈਆਂ ਨੇ ਸਾਊ, ਰਾਮ ਕਰ, ਉਹਦਾ ਬਾਪ ਬੋਲਿਆ। ਰਾਮ ਕੀ ਸੁਆਹ ਕਰਾਂ? ਬਸ ਕੇਰਾਂ ਪਤਾ ਲੱਗ ਜੇ ਸੀਰਮੇ ਨਾ ਪੀ ਜਾ। ਤੂੰ ਐਵੇਂ ਨਾ ਤੱਤਾ ਹੋ ਮੁੰਡਿਆ। ਉਹ ਜਿਹੜੀ ਘਰੋਂ ਹੀ ਚਲੀ ਗਈ, ਆਪਣੀ ਹੁਣ ਕੀ ਲੱਗਦੀ ਹੈ? ਆਪਣੇ ਲਈ ਉਦਣ ਹੀ ਮਰ ਗਈ। ਉਹ ਮਰ ਗਈ ਤੇ ਮੈਂ ਜਿਉਂਦਾ ਫਿਰਦਾ। ਡੁੱਬ ਮਰਨਾ ਚਾਹੀਦਾ ਮੈਨੂੰ। ਬਸ ਪਤਾ ਵੀ ਲੱਗ ਜੇ ਨਾ ਉਹਦੇ ਸਹੁਰੇ ਰੱਖ ਸਕਣ ਤੇ ਨਾ ਆਪਾਂ ਰੱਖ ਸਕੀਏ। ਸਹੁਰੇ ਕਿਉਂ ਨਾ ਰੱਖਣਗੇ? ਇਸ 'ਚ ਸੀਤਾ ਦੀ ਕੀ ਕਸੂਰ ਹੈ? ਨਹੀਂ ਰੱਖਣਗੇ ਆਪਦੀ ਭੈਣ ਨੂੰ ਮੈਂ ਰੱਖੂੰਗਾ ਆਪਣੇ ਘਰ। ਦੇਖਦਾ ਕਿਹੜਾ ਸਾਲਾ ਕੁਛ ਆਖਦਾ। ਤੂੰ ਤਾਂ ਜਬਲੀਆਂ ਮਾਰੀ ਜਾਂਦਾ। ਰੱਬ ਜੱਗ ਵੀ ਤਾਂ ਰੱਖਣਾ ਹੁੰਦਾ। ਮੇਘ ਕੁਝ ਪਲ ਚੁੱਪ ਕੀਤਾ, ਕੁਝ ਸੋਚਦਾ ਰਿਹਾ। ਕੁਝ ਪੈਸਿਆਂ ਦਾ ਪ੍ਰਬੰਧ ਹੋ ਜੂ ਬਾਪੂ? ਉਹਨੇ ਪੁੱਛਿਆ। ਵੱਛੀ ਵੇਚ ਕੇ ਤਾਂ ਤੇਰੀ ਫੀਸ ਭਰੀ ਹੈ। ਸੋਚਿਆ ਸੀ ਪਾਲ ਲਾਂਗੇ, 2 ਵਰਿਆਂ ਨੂੰ ਘਰ ਦਾ ਦੁੱਧ ਹੋ ਜੂ। ਨਾਲੇ ਰੱਬ ਦਾ ਸ਼ਰੀਕ ਨਾ ਬਣਿਆ ਕਰ। ਰੱਬ ਕਰਕੇ ਚੁੱਪ ਕਰਕੇ ਘਰੇ ਬੈਠ, ਹੁਣ ਕੁਛ ਨਹੀਂ ਬਣਦਾ। ਮੇਘ ਨੇ ਸਿਰ ਛੰਡਿਆ। ਇਹ ਗੱਲ ਰੱਬ ਦੀ ਨਹੀਂ, ਮਾੜਿਆਂ ਬੰਦਿਆਂ ਦੀ ਕੀਤੀ ਹੋਈ ਹੈ, ਤੇ ਮੈਂ ਆਪੇ ਪਤਾ ਕੱਢ ਲੂੰ ਉਹ ਕੌਣ ਨੇ। ਫਿਰ ਦੇਖਿਓ, ਮੇਘ ਨੇ ਫੁੰਕਾਰ ਕੇ ਕਿਹਾ। ਹਟ ਕੇ ਬੈਠੋ ਮੁੰਡਿਆ, ਮੈਂ ਤਾਂ ਪਹਿਲਾਂ ਹੀ ਬਥੇਰਾ ਔਖਾ। ਉਹ ਆਪ ਤਾਂ ਲੰਘ ਗਈ ਸੁਖਾਲੇ ਵੇਲੇ, ਤੇ ਮੈਂ ਰਹਿ ਗਿਆ ਮਗਰ ਦੋਜ਼ਖ ਭਰਨ ਨੂੰ। ਮੇਘ ਦੇ ਬਾਪੂ ਨੇ ਉਹਦੀ ਮਾਂ ਨੂੰ ਯਾਦ ਕਰਕੇ ਕਿਹਾ। ਮੇਘ ਨੇ ਕੋਈ ਉੱਤਰ ਨਾ ਦਿੱਤਾ। ਕੁਝ ਪਲ ਇਉਂ ਹੀ ਲੰਘ ਗਏ। ਇੰਨੇ ਨੂੰ ਬੱਸ ਆ ਗਈ। ਧੱਕਮ ਧੱਕੀ ਹੋ ਕੇ ਮੇਘ ਨੇ ਪਹਿਲਾਂ ਬਾਪੂ ਨੂੰ ਚੜ੍ਹਾਇਆ ਤੇ ਫਿਰ ਆਪ ਚੜ੍ਹਿਆ। ਬਾਪੂ ਉਹਦਾ ਸੀਟ ਨਾ ਹੋਣ ਕਰਕੇ ਭੁੰਜੇ ਹੀ ਬੈਠ ਗਿਆ। ਮੇਘ ਖੜਾ ਰਿਹਾ। ਉੜਦੀ ਨਜ਼ਰ ਉਹਨੇ ਸਾਰੀਆਂ ਸਵਾਰੀਆਂ 'ਤੇ ਮਾਰੀ। ਸ਼ਾਇਦ ਉਹਦਾ ਮਨ ਕੀਤਾ ਸੀ ਸੀਤਾ ਇੱਥੇ ਹੀ ਕਿਤੇ ਬੈਠੀ ਹੋਵੇ। ਤੀਆਂ ਨੂੰ ਜਦੋਂ ਉਹਨੂੰ ਨਾਲ ਲੈ ਕੇ ਆਇਆ ਸੀ ਤਾਂ ਇੱਥੋਂ ਹੀ ਉਹਨੇ
ਉਹਨਾਂ ਨੇ ਬੱਸ ਫੜੀ ਸੀ। ਉਸ ਦਿਨ ਵੀ ਬੜੀ ਭੀੜ ਸੀ। ਇੱਕ ਮਾਈ ਨੇ ਰਤਾ ਕੋ ਥਾਂ ਦਿੱਤੀ ਤਾਂ ਆਪ ਬੈਠਣ ਦੀ ਥਾਂ ਬੋਲੀ, ਮੇਘਵੀਰ ਤੂੰ ਬੈਠ ਜਾ। ਨਹੀਂ ਭੈਣ ਬਹਿ ਜਾ। ਮੇਘ ਨੇ ਉਹਨੂੰ ਡਾਂਟਿਆ ਸੀ। ਭਾਵੇਂ ਉਹ ਵੱਡੀ ਸੀ ਪਰ ਉਸ ਵੇਲੇ ਮੇਘ ਨੂੰ ਲੱਗਿਆ ਸੀ ਉਹ ਛੋਟੀ ਹੈ ਅਤੇ ਉਹ ਵੱਡਾ। ਪਰ ਅੱਜ ਬੱਸ ਵਿੱਚ ਉਹ ਕਿਤੇ ਨਹੀਂ ਸੀ। ਬੱਸ ਮਾਹੌਰਾਣੇ ਦੇ ਟੋਟੇ 'ਤੇ ਆ ਕੇ ਰੁਕੀ। ਸਲਾਰ ਜਾਣ ਵਾਲੀਆਂ ਸਵਾਰੀਆਂ ਇੱਥੇ ਹੀ ਉਤਰਦੀਆਂ ਨੇ। ਸੀਤਾ ਦਾ ਬਾਪ ਗੋਡਿਆਂ 'ਤੇ ਹੱਥ ਧਰ ਕੇ ਉੱਠਿਆ, ਬੱਸ 'ਚੋਂ ਉਤਰਿਆ। ਮੇਘ ਵੀ ਉਤਰ ਆਇਆ ਪਰ ਬੱਸ ਤੁਰਨ ਵੇਲੇ ਬੋਲਿਆ, ਚੰਗਾ ਬਾਪੂ ਤੂੰ ਚੱਲ ਪਿੰਡ ਨੂੰ, ਮੈਨੂੰ ਤਾਂ ਕੰਮ ਹੈ। ਅਤੇ ਬਿਨਾਂ ਹੀ ਬਾਪ ਦਾ ਜਵਾਬ ਉਡੀਕਿਆ ਉਹ ਤੁਰੀ ਜਾਂਦੀ ਬੱਸ 'ਚ ਚੜ੍ਹ ਗਿਆ। ਬੱਸ ਚਲੀ ਗਈ। ਪਿੱਛੇ ਧੂੜ ਉੱਡੀ। ਨਹਿਰ ਦੀ ਪਟੜੀ ਤੁਰਿਆ ਜਾਂਦਾ ਮੇਘ ਦਾ ਬਾਪੂ ਪਰਨੇ ਨਾਲ ਅੱਖਾਂ ਪੂੰਝਦਾ ਬੁੜਬੁੜਾਇਆ, ਇਹ ਧੀ ਅਤੇ ਪੁੱਤ ਮੇਰੇ ਨਹੀਂ ਹੋ ਸਕਦੇ। ਕੰਜਰ ਦੀ ਖਬਰ ਨਹੀਂ ਕਿੱਥੇ ਕਿੱਥੇ ਖੇਹ ਖਾਂਦੀ ਰਹੀ ਹੋਣੀ ਹੈ। ਸਾਂ ਕਰਦੀ ਕੋਲ ਦੀ ਨਹਿਰ ਵਗੀ ਜਾ ਰਹੀ ਸੀ। ਪੈਰ ਘਸੀਟਦਾ ਸਾਰੇ ਰਾਹ ਉਹ ਸੀਤਾ ਦੀ ਮਾਂ ਨੂੰ ਯਾਦ ਕਰਦਾ ਰੋਂਦਾ ਰਿਹਾ। ਦੱਸਦਾ ਰਿਹਾ, ਸੀਤਾ ਦੀ ਮਾਂ ਤੇਰੀ ਧੀ ਸ਼ੈਂਤ ਮਰ ਗਈ ਅਤੇ ਮੇਘ ਖਬਰ ਨਹੀਂ ਕਿਤੇ ਨੂੰ ਵਗ ਗਿਆ। ਸੁੱਖ ਨਹੀਂ ਰਹਿੰਦੀ ਦੀਂਦੀ ਸੀਤਾ ਦੀ ਮਾਂ। ਹਾਏ ਮਾਂ। ਖਿੰਡ ਦੇ ਹੱਡਾਂ 'ਤੇ ਪਾਟ ਦੇ ਸਿਰ ਨਾਲ ਅੱਖਾਂ ਉਘੇੜ ਕੇ ਆਲੇ ਦੁਆਲੇ ਝਾਕਦਿਆਂ ਸੀਤਾ ਨੇ ਕਿਹਾ, ਹਨੇਰਾ ਜਿਹਾ ਕੋਠਾ, ਹੇਠਾਂ ਪਰਾਲੀ ਵਿਛੀ ਹੋਈ, ਕੀਲੇ ਨਾਲ ਧੁਆਂਖੀ ਹੋਈ ਲਾਲਟਨ, ਕਦੇ ਮੀਂਹ ਵੇਲੇ ਛੱਤ ਚੋ ਕੇ ਕੰਧਾਂ ਉੱਤੇ ਪਈਆਂ ਘਰਾਲਾਂ, ਖੁੰਝੇ 'ਚ ਇੱਕ ਰੂੜਾ ਘੜਾ, ਕੋਲ 3-4 ਅਣਘੜ ਜਿਹੇ ਕੱਚ ਦੇ ਗਲਾਸ ਅਤੇ ਦੇਸੀ ਸ਼ਰਾਬ ਦੀਆਂ 2 ਖਾਲੀ ਬੋਤਲਾਂ। ਇੱਕ ਪਾਸੇ ਕੰਧ ਨਾਲ ਖੜੀ ਅੱਧ ਬੁਣੀ ਮੰਜੀ ਜਿਹਦੇ ਪਾਵੇ ਉੱਤੇ ਇੱਕ ਮੈਲੀ ਜਿਹੀ ਖੇਸੀ ਪਈ ਸੀ। ਸੀਤਾ ਬੰਦ ਦਰਵਾਜ਼ੇ ਦੀਆਂ ਝੀਥਾਂ ਵਿੱਚ ਹੀ ਆਉਂਦੀ ਚਾਨਣ ਦੀ ਲੀਕ ਵੱਲ ਝਾਕੀ ਅਤੇ ਕੁਝ ਯਾਦ ਕਰਨ ਦੀ ਕੋਸ਼ਿਸ਼ ਕੀਤੀ। ਧੰਦਕ ਕੇ ਆਲੇ ਦੁਆਲੇ ਵੇਖਿਆ ਅਤੇ ਉੱਠ ਬੈਠੀ। ਛਾਤੀ ਤੋਂ ਪਾਟੀ ਕੁੜਤੀ ਉੱਤੇ ਚੁੰਨੀ ਕੀਤੀ। ਚੱਕਰ ਜਿਹਾ ਆ ਗਿਆ। ਉਹਨੇ ਸਰਕ ਕੇ ਕੰਧ ਨਾਲ ਢੋਹ ਲਾ ਲਈ। ਅੱਖਾਂ ਡੁਬਾ ਆਈਆਂ। ਧਰਤੀ 'ਤੇ ਹੱਥ ਲਾ ਕੇ ਉੱਠੀ। ਥਿੜਕਦੇ ਡੋਲਦੇ ਕਦਮਾਂ ਨਾਲ ਬੂਹੇ ਤੱਕ ਗਈ। ਧੱਕ ਕੇ ਵੇਖਿਆ, ਬਾਹਰੋਂ ਬੰਦ ਸੀ। ਝੀਥਾਂ ਵਿੱਚੋਂ ਝਾਕੀ, ਬਾਹਰ ਖੇਤ ਦਿਸੇ। ਹਰੇ ਭਰੇ ਖੇਤਾਂ ਵਿੱਚੋਂ ਦੀ ਇੱਕ ਪਹੀ ਪਿੰਡ ਵੱਲ ਨੂੰ ਜਾਂਦੀ ਸੀ। ਦੂਰ ਪਰੇ ਪਿੰਡ ਸੀ ਜਿੱਥੋਂ ਕੁੱਤਿਆਂ ਦੇ ਭੌਂਕਣ ਦੀ ਡੂੰਘੀ ਜਿਹੀ ਆਵਾਜ਼ ਆ ਰਹੀ ਸੀ। ਇਹ ਤਾਂ ਕੋਈ ਹੋਰ ਹੀ ਪਿੰਡ ਲੱਗਦਾ। ਮੈਂ ਕਿੱਥੇ ਹਾਂ? ਉਹਨੇ ਬੌਂਦਲੀ ਜਿਹੀ ਨੇ ਸੋਚਿਆ। ਇੰਨੇ ਨੂੰ ਬਾਹਰ ਪੈੜ ਚਾਲ ਹੋਈ। ਸੀਤਾ ਸਹਿਮ ਕੇ ਦਰਵਾਜ਼ੇ ਤੋਂ ਪਿਛਾਂਹ ਹਟ ਗਈ। ਬਾਹਰ ਜੰਦਰੇ ਨੂੰ ਕੋਈ ਕੁੰਜੀ ਲਾ ਰਿਹਾ ਸੀ। ਸੀਤਾ ਦਾ ਦਿਲ ਤੇਜ਼ ਧੜਕਣ ਲੱਗਿਆ। ਘਬਰਾ ਕੇ ਉਹਨੇ ਘੜੇ ਕੋਲ ਪਈ ਸ਼ਰਾਬ ਦੀ ਖਾਲੀ ਬੋਤਲ ਚੁੱਕ ਲਈ। ਦੋਵਾਂ ਹੱਥਾਂ 'ਚ ਬੋਤਲ ਨੂੰ ਗਲ ਤੋਂ ਫੜੀ ਸਾਹ ਰੋਕ ਕੇ ਖੜੋ ਗਈ। ਸੋਚਿਆ, ਜਿਹੜਾ ਵੀ ਹੋਇਆ ਸਿਰ ਪਾੜ ਦੇਣਾ। ਰਾਤ ਢਾਹ ਕੇ ਮੂੰਹ 'ਚ ਸ਼ਰਾਬ ਪਾਈ ਰੁੜ ਜਾਣਿਆਂ ਦੈਂਤਾਂ ਨੇ। ਦਰਵਾਜ਼ਾ ਖੁੱਲ੍ਹਿਆ। ਭਾਰੀ ਜਿਹੀ ਇੱਕ ਤੀਵੀਂ ਹੱਥ ਵਿੱਚ ਡੋਲੂ ਫੜੀ ਅੰਦਰ ਲੰਘ ਆਈ। ਪਲ ਦੇ ਪਲ ਉਹ ਹੈਰਾਨ ਹੋ ਕੇ ਇੱਕ ਦੂਜੇ ਵੱਲ ਵੇਖਦੀਆਂ ਰਹੀਆਂ। ਡਰ ਨਾ, ਲੈ ਚਾਹ ਦੀ ਘੁੱਟ ਪੀ ਲੈ। ਬੂਹਾ ਥੋੜ੍ਹਾ ਜਿਹਾ ਭੇੜਦੀ ਡੋਲੂ ਉਹਦੇ ਕੋਲ ਰੱਖਦੀ ਦਿਆਲੀ ਬੋਲੀ। ਸੀਤਾ ਉਸੇ ਤਰ੍ਹਾਂ ਖੜੀ ਬਿਟ ਉਸ ਵੱਲ ਝਾਕਦੀ ਰਹੀ। ਦਿਆਲੂ ਨੇ ਘੜੇ ਵਿੱਚੋਂ ਪਾਣੀ ਪਾ ਕੇ ਕੋਲ ਪਿਆ ਗਲਾਸ ਧੋਤਾ ਅਤੇ ਡੋਲੂ ਵਿੱਚੋਂ ਚਾਹ ਪਾਉਂਦੀ ਬੋਲੀ, ਤੂੰ ਇਹਨਾਂ ਦੇ ਕਿਵੇਂ ਧੱਕੇ ਚੜ੍ਹ ਗਈ ਨਕਰਮਣੇ। ਸੀਤਾ ਅਜੇ ਵੀ ਚੁੱਪ ਸੀ। ਲੈ ਚਾਹ ਫੜ। ਦਿਆਲੂ ਨੇ ਉਹਦੇ ਹੱਥੋਂ ਬੋਤਲ ਫੜ ਚਾਹ ਦਾ ਗਲਾਸ ਅੱਗੇ ਕਰਦੀ ਨੇ ਕਿਹਾ। ਨਾ, ਸੀਤਾ ਨੇ ਸਿਰ ਮਾਰਿਆ ਅਤੇ ਉੱਥੇ ਹੀ ਭੁੰਜੇ ਬੈਠ ਗਈ। ਗੋਡਿਆਂ 'ਚ ਸਿਰ ਦੇ ਲਿਆ। ਦੇਖ, ਤੇਰੀ ਸ਼ਕਲ ਦੇਖ ਕੇ ਮੈਨੂੰ ਬਲਾ ਹੀ ਤਰਸ ਆਉਂਦਾ। ਤੂੰ ਚਾਹ ਦੀ ਘੁੱਟ ਪੀ, ਤਕੜੀ ਹੋ, ਫਿਰ ਦੇਖਾਂਗੀ ਵੀ ਕੀ ਕਰੀਏ। ਭਲਕੇ ਉਹਨੇ ਆ ਜਾਣਾ, ਫਿਰ ਕੁਛ ਨਹੀਂ ਹੋਣਾ, ਦਿਆਲੂ ਕਹਿੰਦੀ ਗਈ। ਸੀਤਾ ਪਾਟੀਆਂ ਨਜ਼ਰਾਂ ਨਾਲ ਉਸ ਵੱਲ ਵੇਖਦੀ ਰਹੀ। ਉਹ ਧੂਰਿਓਂ ਮਾਘੀ ਨੂੰ ਲੈਣ ਗਿਆ। ਉਹੀ ਇਹਨਾਂ ਦੀਆਂ ਮਾਰਾਂ ਸਾਂਭਦਾ ਅਤੇ ਗਾਹਾਂ ਤੋਰਦਾ। ਮੈਂ ਤਾਂ ਬਥੇਰਾ ਆਖਦੀ ਹਾਂ ਵੀ ਛੱਡ ਦੇ ਇਹ ਕੰਮ। ਰੱਬ ਦਿਆ ਧੱਕਿਆ ਹੋਇਆ, ਕਿਸੇ ਦਿਨ ਇਹ ਸਾਰੀਆਂ ਤੇਰੇ ਅੱਗੇ ਆਉਣਗੀਆਂ। ਪਰ ਮਾੜੀਆਂ ਧੱਤਾਂ ਕਾਹਨੂੰ ਜਾਂਦੀਆਂ ਨੇ, ਨਾਲੇ ਰੁੜ ਜਾਣੇ ਮੇਲੀ ਗੇਲੀ ਨਹੀਂ ਨਾ ਪਿੱਛਾ ਛੱਡਦੇ। ਦਿਆਲੂ ਆਪ ਮੁਹਾਰੀ ਬੋਲੀ ਗਈ। ਇਹ ਕਿਹੜਾ ਪਿੰਡ ਹੈ? ਸੀਤਾ ਨੇ ਉਖੜੀ ਆਵਾਜ਼ 'ਚ ਪੁੱਛਿਆ। ਦਿਆਲੂ ਜ਼ਰਾ ਕੁ ਝਿਜਕੀ ਅਤੇ ਕੁਝ ਸੋਚ ਕੇ ਬੋਲੀ, ਤੈਂ ਪਿੰਡ ਤੋਂ ਕੀ ਲੈਣਾ? ਮੈਂ ਤਾਂ ਆਪ ਇਸ ਰੁੜ ਜਾਣੇ ਪਿੰਡ ਦਾ ਨਾਂ ਨਹੀਂ ਸੀ ਸੁਣਿਆ ਕਦੇ। ਡਰਾਈਵਰ ਸੀ ਅਤੇ ਸਾਡੇ ਪਿੰਡ ਕੋਲ ਦੀ ਲੰਘਦਾ ਹੁੰਦਾ ਸੀ।
ਉਦੋਂ ਮੇਰੀ ਅਕਲ ਨੂੰ ਖਬਰ ਨਹੀਂ ਕੀ ਪੜਦਾ ਪੈ ਗਿਆ, ਗੱਲਾਂ 'ਚ ਆ ਗਈ। ਲਿਆਇਆ ਤਾਂ ਮੈਨੂੰ ਵੀ ਖਬਰੇ ਪਲੇਗ ਪੈਣਾ ਗਾਹਾਂ ਤੋਰਨ ਲਈ ਸੀ। ਫਿਰ ਖਬਰੇ ਕੀ ਚਿੱਤ 'ਚ ਆ ਗਈ, ਆਪਣੀ ਪਹਿਲੀ ਤੀਵੀਂ ਗਾਹਾਂ ਤੋਰਤੀ ਅਤੇ ਮੈਨੂੰ ਰੱਖ ਲਿਆ। ਇਹ ਵੀ ਐਵੇਂ ਕਿਵੇਂ ਆਈ ਹੋਣੀ ਹੈ। ਮੈਂ ਤਾਂ ਪਛਤਾਉਣੀ ਹਾਂ ਕਿਹੜੇ ਵੇਲੇ ਘਰੋਂ ਪੈਰ ਪੱਟ ਲਿਆ, ਆਖਦੀ ਦਿਆਲੋ ਨੇ ਜਦੋਂ ਧਿਆਨ ਨਾਲ ਸੀਤਾ ਵੱਲ ਵੇਖਿਆ। ਉਹ ਘਬਰਾ ਜਿਹੀ ਗਈ। ਸ਼ਾਇਦ ਉਹਨੂੰ ਖਿਆਲ ਆ ਗਿਆ ਸੀ ਕਿ ਸ਼ੇਰਾ ਇਸ ਤੀਵੀਂ ਨੂੰ ਘਰ ਰੱਖ ਕੇ ਮੈਨੂੰ ਗਾਹਾਂ ਵੀ ਤੋਰ ਸਕਦਾ, ਏਡੀ ਸੋਹਣੀ ਜੋ ਹੈ। ਨੇੜੇ ਹੁੰਦੀ ਬੋਲੀ, ਤੂੰ ਆਪਣੀ ਮਰਜ਼ੀ ਨਾਲ ਤਾਂ ਨਹੀਂ ਆਈ? ਨਹੀਂ, ਸੀਤਾ ਨੇ ਰੋਣ ਹਾਕੀ ਹੋ ਕੇ ਕਿਹਾ। ਮੈਨੂੰ ਤਾਂ ਤੇਰੀ ਸ਼ਕਲ ਦੇਖ ਕੇ ਹੀ ਪਤਾ ਚੱਲ ਗਿਆ ਸੀ ਵੀ ਰੁੜ ਜਾਣਿਆਂ ਨੇ ਇਸ ਨਾਲ ਤਾਂ ਕੋਈ ਦਗਾ ਕੀਤਾ। ਤੂੰ ਚਾਹ ਪੀ, ਆਪਾਂ ਸੋਚਦੇ ਹਾਂ ਫਿਰ, ਆਖਦੀ ਦਿਆਲੋ ਆਪਣੇ ਹੱਥਾਂ ਦੀਆਂ ਉਂਗਲਾਂ ਮਰੋੜਨ ਲੱਗੀ। ਸੀਤਾ ਨੇ ਗਾੜੀ ਗੁੜ ਦੀ ਠੰਡੀ ਚਾਹ ਦੀਆਂ 2 ਕੁ ਘੁੱਟਾਂ ਪੀ ਕੇ ਗਲਾਸ ਪਰੇ ਰੱਖ ਦਿੱਤਾ। ਟੱਪ ਟੱਪ ਉਹਦੇ ਹੰਝੂ ਘਿਰ ਗਏ। ਰੋ ਨਾ, ਤੂੰ ਦੱਸ ਆਪਾਂ ਕੀ ਕਰੀਏ? ਦਿਆਲੋ ਨੇ ਨੇੜੇ ਹੋ ਕੇ ਉਹਦੇ ਮੋਢੇ 'ਤੇ ਹੱਥ ਧਰਦੀ ਨੇ ਪੁੱਛਿਆ। ਸੀਤਾ ਬੌਂਦਲਿਆਂ ਵਾਂਗ ਉਸ ਵੱਲ ਝਾਕਦੀ ਰਹੀ। ਦਿਆਲੋ ਉਹਦੇ ਮੂੰਹ ਵੱਲ ਦੇਖਦੀ ਕੁਝ ਸੋਚਦੀ ਰਹੀ। ਫਿਰ ਉੱਠੀ, ਕੋਠੇ ਤੋਂ ਬਾਹਰ ਆ ਕੇ ਕਿੰਨਾ ਚਿਰ ਟਿਊਬਵੈੱਲ ਕੋਲ ਖੜ੍ਹੀ ਡੱਕੇ ਨਾਲ ਆਪਣੇ ਦੰਦ ਖੁਰਚਦੀ ਰਹੀ। ਫਿਰ ਕੁਝ ਸੋਚ ਕੇ ਕੋਠੇ ਦੇ ਮਗਰ ਗਈ। ਮਗਰਲੀ ਬਾਰੀ ਦੀਆਂ ਸੀਖਾਂ ਨੂੰ ਹੱਥ ਪਾ ਕੇ ਹਿਲਾਉਣਿਆਂ ਘੁਣਖਾਂ ਦੀ ਬਾਰੀ ਡੱਕ ਡੱਕ ਹਿੱਲੀ। ਦਿਆਲੋ ਮੁੜ ਕੋਠੇ ਦੇ ਅੰਦਰ ਆ ਗਈ। ਇਉਂ ਕਰੀ, ਦਿਨ ਛਿਪੇ ਆ ਬਾਰੀ ਉਖੇੜ ਕੇ ਲੰਘ ਜੀ, ਮਾੜਾ ਜਿਹਾ ਜ਼ੋਰ ਲਾਇਆ ਹੀ ਨਿਕਲ ਜੋ, ਘੁਣੇ ਦੀ ਖਾਧੀ ਪਈ ਹੈ। ਦਿਆਲੋ ਬਾਰੀ ਵੱਲ ਹੱਥ ਕਰਕੇ ਬੋਲੀ। ਸੀਤਾ ਨੂੰ ਜਿਵੇਂ ਕੁਝ ਸਮਝ ਨਾ ਲੱਗੀ। ਆ ਜਾ ਦਿਖਾਵਾਂ ਡੰਡੀ, ਇਸ ਡੰਡੀ ਪੈ ਜੀ, 2 ਕੋਹ ਆ ਟੇਸਣ, ਉੱਥੋਂ ਰੇਲ ਚੜ੍ਹ ਜੀ, ਆਖਦੀ ਦਿਆਲੋ ਮੁੜ ਕੋਠੇ ਤੋਂ ਬਾਹਰ ਨਿਕਲੀ। ਸੀਤਾ ਮਗਰ ਜਾਣੋਂ ਝਿਜਕੀ। ਕੋਈ ਨਾ, ਆ ਜਾ, ਮੱਕੀ ਖੜੀ ਹੈ ਸਿਰ ਤੋਂ ਉੱਚੀ, ਕਿਸੇ ਨੂੰ ਕੀ ਪਤਾ ਲੱਗਦਾ, ਨਾਲੇ ਆਪਣਾ ਹੀ ਖੂਹ ਹੈ, ਉੱਪਰਾਂ ਨਹੀਂ ਕੋਈ ਇੱਥੇ ਆਉਂਦਾ। ਸੀਤਾ ਦਿਆਲੋ ਦੇ ਮਗਰ ਕੋਠੇ ਤੋਂ ਬਾਹਰ ਨਿਕਲੀ। ਉਹਨੂੰ ਆਪਣੇ ਕਦਮ ਡੋਲਦੇ ਜਾਪੇ। ਕੋਠੇ ਤੋਂ ਬਾਹਰ ਟਿਊਬਵੈੱਲ ਸੀ, ਪਰਾਂ ਬੰਬੇ ਦਾ ਪਾਣੀ ਡਿੱਗਣ ਲਈ ਔਲੂ ਸੀ ਜਿਸ 'ਚ ਗੰਧਲਾ ਪਾਣੀ ਖੜ੍ਹਾ ਸੀ। ਔਲੂ ਦੇ ਕੋਲ ਇੱਕ ਕਿੱਕਰ ਸੀ ਜਿਸ ਉੱਤੇ ਕਈ ਆਲ੍ਹਣੇ ਲਟਕ ਰਹੇ ਸੀ। ਕੋਠੇ ਦੇ ਮਗਰੋਂ ਮੱਕੀਆਂ ਦੇ ਵਿੱਚੀ ਦੂਰ ਤੱਕ ਡੰਡੀ ਜਾਂਦੀ ਸੀ, ਜਿਸ ਵੱਲ ਹੱਥ ਕਰਕੇ ਦਿਆਲੋ ਨੇ ਦੱਸਿਆ, ਮੁੜੀ ਨਾ ਕਿਸੇ ਪਾਸੇ, ਸਿੱਧੀ ਉਹ ਤੁਰੀ ਜਾਈ। ਡੰਡੀ ਵਿਖਾ ਕੇ ਦਿਆਲੋ ਮੁੜ ਕੋਠੇ 'ਚ ਆ ਗਈ। ਸੀਤਾ ਵੀ ਮਗਰ ਸੀ। ਦੁਪਹਿਰੇ ਰੋਟੀ ਲਿਆਵਾਂ? ਦਿਆਲੋ ਨੇ ਡੋਲੂ ਚੁੱਕਦੀ ਨੇ ਪੁੱਛਿਆ। ਨਾ, ਸੀਤਾ ਨੇ ਸਿਰ ਮਾਰਿਆ। ਪਰ ਦੇਖੀ ਹਾੜੇ ਮੇਰੀ ਭੈਣ, ਕਦੇ ਇਹ ਨਾ ਸੂਹ ਲੱਗੇ ਵੀ ਮੈਂ ਤੈਨੂੰ ਇੱਥੋਂ ਕੱਢਤਾ, ਨਹੀਂ ਤਾਂ ਮੇਰੀ ਜਾਨ ਨਹੀਂ ਛੱਡਣੀ। ਬਾਹਰ ਐਵੇਂ ਜੰਦਿਆ ਲੱਗਿਆ ਰਹੂ, ਮੈਂ ਆਖੂੰ ਮੈਨੂੰ ਕੀ ਪਤਾ, ਦਿਆਲੋ ਨੇ ਵਿਚਾਰੀ ਜੀ ਹੋ ਕੇ ਕਿਹਾ। ਸੀਤਾ ਕੁਝ ਨਹੀਂ ਬੋਲੀ। ਐਉਂ ਕਰੀ, ਆ ਖੇਸੀ ਦੀ ਬੁੱਕਲ ਮਾਰ ਕੇ ਮੂੰਹ ਸਿਰ ਢੱਕ ਲਈ, ਕੋਈ ਪੁੱਛੇ ਤਾਂ ਆਖਦੀ ਹੈ ਆਹੋ ਮੈਨੂੰ ਉੱਚਾ ਸੁਣਦਾ, ਆਹੋ ਉਹ ਮਗਰ ਆਉਂਦਾ, ਬਸ ਮੂੰਹ ਨਾ ਨੰਗਾ ਕਰੀ। ਦਿਆਲੋ ਕੰਨ 'ਤੇ ਹੱਥ ਧਰ ਕੇ ਬੋਲਿਆਂ ਵਾਂਗ ਬੋਲਦੀ ਉਹਨੂੰ ਸਮਝਾਉਂਦੀ ਰਹੀ। ਸੀਤਾ ਬੌਂਦਲੀ ਜੀ ਸਭ ਸੁਣਦੀ ਰਹੀ। ਰੋਟੀ ਮੈਂ ਦੇਈ ਜਾਊਂ, ਆਖਦੀ ਦਿਆਲੋ ਨੇ ਡੋਲੂ ਚੁੱਕਿਆ। ਮੁੜ ਸੀਤਾ ਵੱਲ ਝਾਕੀ ਅਤੇ ਕੋਠੇ ਤੋਂ ਬਾਹਰ ਨਿਕਲ ਕੇ ਬਾਰ ਭੇੜਿਆ ਅਤੇ ਉਸੇ ਤਰ੍ਹਾਂ ਜੰਦਰਾ ਮਾਰ ਕੇ ਕੁੰਜੀ ਗਿੱਜੇ 'ਚ ਪਾ ਲਈ। ਬੜੇ ਫਿਕਰਾਂ ਜਿਹਿਆਂ ਵਿੱਚ ਡੁੱਬੀ ਉਹ ਘਰ ਨੂੰ ਮੁੜੀ। ਘਰ ਆ ਕੇ ਵੀ ਉਹਦਾ ਕੋਈ ਕੰਮ ਕਰਨ ਨੂੰ ਚਿੱਤ ਨਾ ਕੀਤਾ। ਨਾ ਥਾਂ ਸੰਭਰਿਆ, ਨਾ ਭਾਂਡੇ ਮਾਂਜੇ, ਨਾ ਕਟਰੂਆਂ ਬਛਰੂਆਂ ਨੂੰ ਪਾਣੀ ਧਰਿਆ ਅਤੇ ਨਾ ਹੀ ਸਿਰ ਨਹਾਤੀ। ਜਕੋ ਤਕੋ ਕਰਦੀ ਨੇ ਕੋਠੀ ਵਿੱਚੋਂ ਸ਼ੇਰੇ ਦੀ ਅਫੀਮ ਦੀ ਡੱਬੀ ਕੱਢੀ ਅਤੇ ਇੱਕ ਮਾਵਾ ਮੂੰਹ 'ਚ ਸਿੱਟ ਲਿਆ। ਪੰਪ ਤੋਂ ਪਾਣੀ ਦੀ ਚੂਲੀ ਨਾਲ ਅੰਦਰ ਨਿਗਾਰ ਲਿਆ। ਅੱਗੇ ਵੀ ਜਦੋਂ ਕਦੇ ਉਹਦੇ ਇਉਂ ਹੱਡ ਪੈਰ ਟੁੱਟਦੇ ਸੀ, ਉਹ ਸ਼ੇਰੇ ਤੋਂ ਚੋਰੀਓਂ ਅਫੀਮ ਦਾ ਮਾਵਾ ਲੈ ਲੈਂਦੀ ਸੀ। ਅੱਜ ਤਾਂ ਉਹ ਤੋਂ ਖੜੀ ਕਿਹੜਾ ਹੋਇਆ ਜਾਂਦਾ ਸੀ, ਜਾਣੀ 100 ਕੋ ਤੁਰ ਕੇ ਆਈ ਹੈ। ਰੀਂ ਰੀਂ ਕਰਦੀ 2 ਕੁ ਸਾਲ ਦੀ ਕੁੜੀ ਦੇ ਵੀ ਉਹਨੇ 4-5 ਧੱਫੇ ਮਾਰੇ। ਫੁੱਟੇ ਕਰਮਾਂ ਵਾਲੀਏ, ਤੇ ਮੇਰੇ ਹੀ ਜੰਮਣਾ ਸੀ ਫਿਰ ਇਹੋ ਜਿਹੇ ਪਿਓ ਦੇ। ਉਹਨੇ ਨਾਲ ਚੰਬੜਦੀ ਜਾ ਰਹੀ ਕੁੜੀ ਨੂੰ ਪਰਾਂ ਤੋੜ ਕੇ ਸੁੱਟਦੀ ਨੇ ਕਿਹਾ, ਮਖਾਂ ਬਹੂ ਸੇਰ ਸਿਉਂ ਕਿਤੇ ਗਿਆ, ਉਹਨਾਂ ਦੇ ਸੀਰੀ ਬਚਨੇ ਦੀ ਮਾਂ ਭਾਗੋ ਨੇ ਸੋਟੀ ਨਾਲ ਟੋਹ ਟੋਹ ਕੇ ਤੁਰੀ ਆਉਂਦੀ ਨੇ ਦਿਆਲੋ ਨੂੰ ਪੁੱਛਿਆ। ਆਹੋ ਅੰਮਾ, ਵਿਹਲੇ ਬੰਦੇ ਨੇ ਹੋਰ ਕੀ ਕਰਨਾ, ਚੱਜ ਨਾਲ ਕੰਮ ਕਰੇ, ਰੱਬ ਕਮਾਈ 'ਚ ਬਰਕਤ ਵੀ ਪਾਵੇ, ਨਿੱਤ ਤਾਂ ਵਾਂਢੇ ਉਜੜਿਆ ਰਹਿੰਦਾ, ਦਿਆਲੋ ਨੇ ਖਿਝ ਕੇ ਕਿਹਾ। ਕੁੜੇ ਬਹੂ, ਮੈਨੂੰ ਤਾਂ 2 ਕੁ ਰੁਪਈਏ ਚਾਹੀਦੇ ਸੀ, ਮੁੰਡਾ ਬਿਮਾਰ ਹੈ ਬਚਨੇ ਦਾ, ਕਈ ਦਿਨ ਹੋ ਗਏ ਤਾਪ ਚੜ੍ਹਦੇ ਨੂੰ, ਭਾਗੋ ਨੇ ਤਰਲੇ ਵਾਂਗ ਕਿਹਾ। ਰੁਪਈਏ ਅੰਮਾ ਤੂੰ ਲੈ ਜਾ, ਦਿਆਲੋ ਨੇ ਸੋਚਿਆ
ਮੈਂ ਕਿਸੇ ਤੇ ਤਰਸ ਕਰੂੰ, ਰੱਬ ਮੇਰੇ ਤੇ ਕਰੂ। ਤੇ ਅੰਦਰੋਂ ਸੰਦੂਕ ਵਿੱਚੋਂ 2 ਰੁਪਈਏ ਕੱਢ ਕੇ ਭਾਗੋ ਨੂੰ ਲਿਆ ਦਿੱਤੇ। ਬੁੱਢ ਸੁਹਾਗਣ ਹੋਵੇਂ, ਸਾਈਂ ਜੀਵੇ, ਰੱਬ ਬੱਚਾ ਦੇਵੇ, ਆਖਦੀ ਭਾਗੋ ਸੋਟੀ ਨਾਲ ਰਾਹ ਟੋਂਦੀ ਮੁੜ ਗਈ। ਦਿਆਲੋ ਨੇ ਹਾਜ਼ਰੀ ਦੀਆਂ ਬਚੀਆਂ 2 ਮਿੱਸੀਆਂ ਰੋਟੀਆਂ ਵਿੱਚ ਅੰਬ ਦੇ ਅਚਾਰ ਦੀ ਇੱਕ ਫਾੜੀ ਰੱਖ ਕੇ ਪੌਣੇ ਵਿੱਚ ਵਲੇਟੀਆਂ ਤੇ ਕੁੜੀ ਨੂੰ ਬੀਹੀ ਵਿੱਚ ਜਵਾਕਾਂ ਨਾਲ ਖੇਡ ਲਾ ਕੇ ਘਰ ਨੂੰ ਜੰਦਰਾ ਮਾਰ ਕੇ ਖੂਹ ਵੱਲ ਨੂੰ ਤੁਰ ਪਈ। ਨਾ ਜਾਣੇ ਅੱਜ ਕਿਉਂ ਉਹਦਾ ਸਾਹ ਚੜ੍ਹ ਜਾਂਦਾ ਸੀ, ਜੀ ਜਿਹਾ ਘਬਰਾਉਂਦਾ ਸੀ। ਕਾਲੇ ਕਦਮੀ ਤੁਰਦੀ ਅੱਗਾ ਪਿੱਛਾ ਦੇਖਦੀ ਉਹ ਖੂਹ ਉੱਤੇ ਅੱਪੜ ਗਈ। ਜੰਦਰਾ ਖੋਲ੍ਹ ਕੇ ਰੋਟੀਆਂ ਵਾਲਾ ਪੌਣਾ ਚੁੰਨੀ ਹੇਠੋਂ ਕੱਢ ਸੀਤਾ ਦੇ ਅੱਗੇ ਕਰਦੀ ਬੋਲੀ, ਤੂੰ ਵਗ ਜਾਏਂਗੀ ਨਾ? ਹਾਂ, ਸੀਤਾ ਨੇ ਸਿਰ ਹਿਲਾ ਕੇ ਆਖਿਆ। ਟੇਸ਼ਨ ਨੇੜੇ ਹੀ ਹੈ, 2 ਕੁ ਕੋਹ 'ਤੇ, ਉੱਥੋਂ ਰੇਲ ਚੜ੍ਹ ਜੀ, ਭਲਕੇ ਤਾਂ ਉਹਨੇ ਆ ਜਾਣਾ, ਸਮਝੀ? ਆਖ ਉਹ ਝੱਟ ਹੀ ਉੱਥੋਂ ਘਰ ਨੂੰ ਪਰਤ ਪਈ। ਰੋਟੀ ਉਸੇ ਤਰ੍ਹਾਂ ਪਈ ਰਹੀ। ਖਾਣ ਲਈ ਸੀਤਾ ਦਾ ਚਿੱਤ ਨਹੀਂ ਮੰਨਿਆ। ਸਾਰਾ ਦਿਨ ਉਹ ਸਾਹ ਸੱਤ ਮੁੱਕੇ ਮਰਿਆਂ ਵਾਂਗ ਕੋਠੇ 'ਚ ਪਈ ਰਹੀ। ਉਹਨੇ ਸੋਚਣ ਦੀ ਕੋਸ਼ਿਸ਼ ਕੀਤੀ ਪਰ ਕੁਝ ਸਮਝ ਨਹੀਂ ਸੀ ਆ ਰਿਹਾ। ਹੇ ਰਾਮ, ਇਹ ਸਭ ਕੀ ਹੋ ਗਿਆ? ਨਹੀਂ ਬੇਬੇ, ਮੈਂ ਦਿਆਲ ਦੇ ਬਾਪੂ, ਬੂ ਮੈਂ ਮਰ ਗਈ। ਦਿਆਲ ਤਾਂ ਰੋਂਦਾ ਹੋ। ਮਨ 'ਚ ਨਾ ਜਾਣੇ ਉਹ ਕਿਹਦੇ ਨਾਲ ਗੱਲਾਂ ਕਰਦੀ ਰਹੀ। ਪਹਾੜ ਜਿੱਡਾ ਦਿਨ ਛਿਪਣ 'ਚ ਕਿਹੜਾ ਹੁੰਦਾ ਸੀ, ਜਿਵੇਂ ਜੁਗੜੇ ਹੀ ਬੀਤ ਗਏ ਸਨ ਉਹਨੂੰ ਉਸ ਕੋਠੇ ਵਿੱਚ। ਤੀਜਾ ਦਿਨ ਸੀ ਅੱਜ ਘਰੋਂ ਆਈ ਨੂੰ, ਪਰ ਜਿਵੇਂ ਵਰ੍ਹੇ ਲੰਘ ਗਏ ਹੋਣ। ਪਹਿਲੇ ਦਿਨ ਜੈਲਦਾਰਾਂ ਦੇ ਕੋਠੇ ਵਿੱਚ, ਨਹੀਂ, ਕੋਠੇ ਹੇਠਲੇ ਭੋਰੇ ਵਿੱਚ। ਸੋਚਦਿਆਂ ਜਿਵੇਂ ਉਹਦਾ ਅੰਗ ਦੁਖਣ ਲੱਗ ਪਿਆ। ਕਿੰਨਾ ਅੜੀ ਸੀ ਉਹ, ਕਿੰਨਾ ਚੀਖੀ ਸੀ, ਪਰ ਉੱਥੋਂ ਕਿਸੇ ਨੂੰ ਕੀ ਆਵਾਜ਼ ਸੁਣਨੀ ਸੀ। ਤੇ ਫਿਰ ਕਿੰਨਾ ਮਾਰਿਆ ਸੀ ਉਹਨਾਂ ਨੇ, ਤੇ ਮਾਰ ਨਾਲ ਜਦੋਂ ਬੇਹੋਸ਼ ਹੋ ਗਈ ਸੀ ਤਦ ਹੀ ਕੁੱਤੇ, ਸੀਤਾ ਨੇ ਬਕਬਕਾ ਥੁੱਕਦਿਆਂ ਕਿਹਾ। ਉਹਨੇ ਅੱਖਾਂ ਉਘੇੜ ਕੇ ਦੇਖਿਆ, ਦਿਨ ਛਿਪ ਗਿਆ ਸੀ, ਹਨੇਰਾ ਉਤਰਦਾ ਆ ਰਿਹਾ ਸੀ। ਹੌਲੀ ਹੌਲੀ ਉੱਠੀ, ਮੰਜੇ ਦੇ ਪਾਵੇ ਤੋਂ ਚੁੱਕ ਕੇ ਖੇਸੀ ਉੱਤੇ ਲੈ ਲਈ। ਕੰਬਦੇ ਹੱਥਾਂ ਨਾਲ ਬਾਰੀ ਦੀਆਂ ਸੀਖਾਂ ਨੂੰ ਫੜ ਕੇ ਧੱਕਿਆ। ਥੋੜ੍ਹੇ ਜਿਹੇ ਜ਼ੋਰ ਨਾਲ ਹੀ ਬਾਰੀ ਬਾਹਰ ਜਾ ਡਿੱਗੀ। ਖੜਕੇ ਨਾਲ ਸੀਤਾ ਤ੍ਰਹਿ ਗਈ। ਕੁਝ ਪਲ ਸਾਹ ਰੋਕੀ ਖੜੀ ਰਹੀ, ਫਿਰ ਅੱਗਾ ਪਿੱਛਾ ਤਕਾ ਕੇ ਕੋਡੀ ਹੋ ਕੇ ਬਾਰੀ ਵਿੱਚੋਂ ਬਾਹਰ ਨਿਕਲੀ। ਸਾਹਮਣੇ ਖੂਹ ਸੀ। ਇੱਕ ਮਨ ਕੀਤਾ ਖੂਹ 'ਚ ਛਾਲ ਮਾਰ ਦੇਵੇ। ਸਾਹਮਣੇ ਉਹ ਬਿੱਲੀ ਬਲੂੰਗੜੇ ਨੂੰ ਮੂੰਹ ਵਿੱਚ ਚੁੱਕੀ ਰਾਹ ਕੱਟ ਗਈ। ਸੀਤਾ ਦੇ ਖੂਹ ਪਈ। ਵੇ ਤੂੰ ਕਿੱਥੇ ਐਂ ਦਿਆਲ? ਉਹਨੇ ਭੁੱਬ ਮਾਰ ਕੇ ਕਿਹਾ ਤੇ ਡਰੀ ਸਹਿਮੀ ਡੰਡੀ ਉੱਤੇ ਤੁਰਨ ਲੱਗੀ। ਦਿਲ 'ਚ ਵਾਗਰੂ ਵਾਗਰੂ ਕਰਦੀ ਭਵੱਤਰੀ ਉਹ ਹਨੇਰੇ 'ਚ ਤੁਰਦੀ ਗਈ। ਪਿਛਾਂਹ ਰਹਿ ਗਏ ਪਿੰਡ ਵਿੱਚੋਂ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਆ ਰਹੀ ਸੀ। ਅੱਗਾ ਪਿੱਛਾ ਵੇਖ ਕੇ ਉਹਨੇ ਆਪਣੀ ਚੁੰਨੀ ਸਿਰ ਉੱਤੇ ਲਪੇਟ ਲਈ ਤੇ ਉੱਤੋਂ ਖੇਸੀ ਲੈ ਲਈ ਤਾਂ ਜੋ ਵੇਖਣ ਵਾਲੇ ਨੂੰ ਲੱਗੇ ਕਿ ਪੱਗ ਹੈ, ਪਰ ਹੇਠਾਂ ਸਲਵਾਰ ਤੋਂ ਪਤਾ ਲੱਗ ਜੂ ਵੀ ਤੀਵੀਂ ਹੈ। ਸੋਚ ਉਹਨੂੰ ਆਪਣੀ ਪੱਗ ਬੰਨ੍ਹਣੀ ਫਜ਼ੂਲ ਜਾਪੀ ਤੇ ਖਿਝ ਕੇ ਮੁੜ ਚੁੰਨੀ ਲਾਹ ਲਈ। ਫਸਲਾਂ ਪਿਛਾਂਹ ਰਹਿੰਦੀਆਂ ਜਾ ਰਹੀਆਂ ਸਨ। ਅਗਾਂਹ ਤਾਂ ਕੱਲਰ ਸੀ, ਬੰਦਾ ਦੂਰ ਹੀ ਦਿਸ ਜਾਂਦਾ ਹੈ। ਸੋਚ ਉਹਨੇ ਲਾਟਾਂ ਵਾਲੀ ਨੂੰ ਯਾਦ ਕੀਤਾ। ਹੇ ਮਾਂ, ਮੇਰੀ ਰੱਖਿਆ ਕਰ, ਤੇਰਾ ਪ੍ਰਸ਼ਾਦ ਚੜਾਵਾਂ, ਰਾਹ 'ਚ ਨਾ ਕੋਈ ਟੱਕਰੇ। ਪਰ ਦੂਰ ਡੰਡੀ ਉੱਤੇ 2 ਆਕਾਰ ਤੁਰੇ ਆ ਰਹੇ ਸਨ। ਉਹਦਾ ਸਾਹ ਫੁੱਲ ਗਿਆ, ਪੈਰ ਥਿੜਕਣ ਲੱਗੇ, ਜੀ ਕੀਤਾ ਪਿਛਾਂਹ ਨੂੰ ਭੱਜ ਪਵੇ, ਮੁੜ ਕੋਠੇ ਵਿੱਚ ਹੀ ਜਾ ਲੁਕੇ, ਪਰ ਦਿਲ ਵਿੱਚ ਦੇਵੀ ਮਾਂ ਨੂੰ ਧਿਆਉਂਦੀ ਉਹ ਤੁਰਦੀ ਗਈ। ਆਕਾਰ ਨੇੜੇ ਆ ਗਏ। ਇੱਕ ਆਦਮੀ ਸੀ ਤੇ ਇੱਕ ਤੀਵੀਂ। ਉਹਨੂੰ ਬਿਨਾਂ ਬੁਲਾਏ ਆਪਸ 'ਚ ਗੱਲਾਂ ਕਰਦੇ ਉਹ ਕੋਲੋਂ ਦੀ ਲੰਘ ਗਏ। ਉਹਦੀ ਜਾਨ 'ਚ ਜਾਨ ਆਈ। ਹੁਣ ਉਹ ਬਹੁਤ ਕਾਹਲੀ ਤੁਰਨ ਲੱਗੀ। ਡੰਡੀ ਤੁਰਦੀ ਉਹ ਸੜਕ 'ਤੇ ਆ ਚੜ੍ਹੀ। ਸੜਕ ਉਸ ਨੂੰ ਸਟੇਸ਼ਨ 'ਤੇ ਲੈ ਗਈ। ਕਾਫੀ ਰਾਤ ਹੋ ਚੁੱਕੀ ਸੀ। ਨਿੱਕਾ ਜਿਹਾ ਸਟੇਸ਼ਨ ਸੀ। ਸਟੇਸ਼ਨ 'ਤੇ ਬਾਹਲੀ ਭੀੜ ਨਹੀਂ ਸੀ। 2 ਕੁ ਛਾਬੜੀਆਂ ਵਾਲੇ, 2 ਕੁ ਕੁਲੀ ਤੇ 4 ਕੁ ਸਵਾਰੀਆਂ। ਸੀਤਾ ਨੇ ਨਲਕੇ ਤੋਂ ਓਕ ਨਾਲ ਪਾਣੀ ਪੀਤਾ। ਚੁੰਨੀ ਨਾਲ ਮੂੰਹ ਪੂੰਝਦੀ ਨੇ, ਵੇ ਵੀਰ, ਗੱਡੀ ਕਦੋਂ ਕੁ ਆਊਗੀ? ਇੱਕ ਕੁਲੀ ਨੂੰ ਪੁੱਛਿਆ। ਅੱਧੇ ਘੰਟੇ ਤੱਕ। ਆਖੋ ਕੁਲੀ ਅਗਾਂਹ ਨਹੀਂ ਲੰਘਿਆ। ਪੈਰ ਜੇ ਮਲਦਾ ਉੱਥੇ ਹੀ ਖੜੋ ਗਿਆ। ਵੇ ਵੀਰ, ਇਹ ਗੱਡੀ ਜਾਊਗੀ ਕਿੱਥੇ ਨੂੰ? ਹਰਿਦੁਆਰ ਮੇਲ ਹੈ, ਆਪਨੇ ਕਹਾਂ ਜਾਣਾ? ਸਵਾਲ 'ਤੇ ਸੀਤਾ ਝੇਂਪ ਜੀ ਗਈ। ਸਟੇਸ਼ਨ ਤੱਕ ਤਾਂ ਉਹ ਆ ਗਈ ਸੀ, ਪਰ ਇਹ ਤਾਂ ਉਹਨੇ ਸੋਚਿਆ ਹੀ ਨਹੀਂ ਸੀ ਕਿ ਉਹਨੇ ਜਾਣਾ ਕਿੱਥੇ ਹੈ। ਨਹੀਂ ਜਾਣਾ ਤੇ ਆਜ ਯਹੀਂ ਰਹੋ, ਕੁਲੀ ਨੇ ਆਪਣੀਆਂ ਜੇਬਾਂ 'ਚ ਹੱਥ ਪਾ ਕੇ ਭਾਨ ਛਣਕਾਉਂਦਿਆਂ ਖਚਰੀ ਜੀ ਹਾਸੀ ਹੱਸ ਕੇ ਕਿਹਾ। ਸੀਤਾ ਕੌੜ ਹੋ ਕੇ ਉਸ ਵੱਲ ਝਾਕੀ। ਆਪਨੇ ਕਹਾਂ ਜਾਣਾ ਹੈ? ਕੁਲੀ ਨੇ ਢੀਠਾਂ ਵਾਂਗ ਪੁੱਛਿਆ। ਤੈਨੂੰ ਕੀ, ਗਾਹਾਂ ਵਗਦਾ ਹੋ? ਸੀਤਾ ਨੇ ਵਿੱਚੋਂ ਡਰ ਕੇ ਤੇ ਉੱਤੋਂ ਭੱਖ ਕੇ ਕਿਹਾ। ਕੁਲੀ ਉੱਥੋਂ ਤੁਰ ਥੋੜ੍ਹੀ ਦੂਰ ਜਾ ਕੇ ਸੀਤਾ ਵੱਲ ਝਾਕਦਾ ਬੀੜੀ ਪੀਣ ਲੱਗ ਪਿਆ।
ਸੀਤਾ ਹੋਰ ਪਾਸੇ ਝਾਕਦੀ ਰਹੀ। ਫਿਰ ਬੈਂਚ ਤੋਂ ਉੱਠ ਕੇ ਪਰਾਂ ਭੁੰਜੇ ਬੈਠੀ ਇੱਕ ਜਨਾਨੀ ਸਵਾਰੀ ਕੋਲ ਜਾ ਖੜੀ, ਜਿਹਦੇ ਲਾਗੇ ਇੱਕ ਬਿਰਧ ਆਦਮੀ ਬੈਠਾ ਆਪਣੀ ਪੱਗ ਲਾ ਕੇ ਦੁਬਾਰਾ ਬੰਨ੍ਹ ਰਿਹਾ ਸੀ। ਘੰਟੀ ਵੱਜ ਗਈ, ਗੱਡੀ ਆ ਗਈ। ਉਸ ਜਨਾਨੀ ਸਵਾਰੀ ਨੇ ਆਪਣੀ ਗੰਢੜੀ ਪੋਟਲੀ ਸੰਭਾਲੀ ਤੇ ਬਿਰਧ ਆਦਮੀ ਨੂੰ ਉਹਦੀ ਸੋਟੀ ਫੜਾਈ। ਉਹ ਪਲੇਟਫਾਰਮ ਉੱਤੇ ਆ ਗਏ। ਮਗਰ ਸੀਤਾ ਵੀ ਸੀ। ਜਿਸ ਡੱਬੇ 'ਚੋਂ ਚੜ੍ਹੇ ਸੀਤਾ ਵੀ ਚੜ੍ਹ ਗਈ। ਉਹਨਾਂ ਦੇ ਕੋਲ ਹੀ ਬਾਰੀ ਦੇ ਲਾਗੇ ਬੈਠ ਗਈ। ਉਸੇ ਕੁੜੀ ਨੇ ਉਸ ਡੱਬੇ ਅੱਗੋਂ ਦੀ ਕਈ ਫੇਰੇ ਮਾਰੇ। ਗੱਡੀ ਨੇ ਵਿਸਲ ਦਿੱਤੀ ਤੇ ਤੁਰ ਪਈ। ਸੀਤਾ ਨੇ ਸ਼ੁਕਰ ਕੀਤਾ ਕਿ ਉਹ ਕੁਲੀ ਉੱਥੇ ਉਸੇ ਸਟੇਸ਼ਨ 'ਤੇ ਹੀ ਰਹਿ ਗਿਆ ਸੀ। ਉਹਨੇ ਆਲੇ ਦੁਆਲੇ ਵੇਖਿਆ। ਸਾਹਮਣੀ ਸੀਟ ਉੱਤੇ ਇੱਕ ਔਰਤ ਬੱਚੇ ਨੂੰ ਲਈ ਸੁੱਤੀ ਪਈ ਸੀ ਤੇ ਉਹਦੇ ਪੈਰਾਂ ਕੋਲ ਇੱਕ ਬੁੱਢੀ ਸਮਾਨ 'ਤੇ ਹੱਥ ਰੱਖੀ ਊਂਘ ਰਹੀ ਸੀ। ਭੁੰਜੇ ਕਿਸੇ ਦੇ ਟਰੰਕ ਉੱਤੇ ਇੱਕ ਨੌਜਵਾਨ ਬੈਠਾ ਸਿਗਰਟ ਪੀ ਰਿਹਾ ਸੀ। ਭਾਵੇਂ ਗੱਡੀ 'ਚ ਸਿਗਰਟ ਪੀਣਾ ਮਨ੍ਹਾ ਹੁੰਦਾ। ਸਾਊ ਕਿੱਥੇ ਜਾਣਾ ਹੈ? ਕੋਲ ਬੈਠੀ ਜਨਾਨੀ ਸਵਾਰੀ ਨੇ ਪੁੱਛਿਆ। ਸੀਤਾ ਭਵੱਤਰ ਜੀ ਗਈ। ਕਿੱਥੇ ਨੂੰ ਚੱਲੀ ਹੈ ਉਹ? ਮੈਂ ਤਾਂ ਨੇੜੇ ਹੀ ਜਾਣਾ ਹੈ, ਉਹਨੇ ਥਥਲਾ ਕੇ ਕਿਹਾ। ਅਸੀਂ ਤਾਂ ਭਾਈ ਦੂਰ ਜਾਣਾ, ਹਰਿਦੁਆਰ ਕੁੰਭ ਨਹਾਉਣ ਚੱਲੇ ਹਾਂ। ਕੁੰਭ ਦੇ ਨਹਾਉਣ 'ਚ ਤਾਂ ਭਾਵੇਂ ਅਜੇ ਕਈ ਦਿਨ ਨੇ, ਪਰ ਪਹਿਲਾਂ ਜਾ ਕੇ ਕਿਸੇ ਡੇਰੇ 'ਚ ਥਾਂ ਲੈ ਲਾਂਗੇ। ਨਾਲੇ ਸਾਧੂ ਮਹਾਤਮਾ ਦੇ ਦਰਸ਼ਨ ਕਰ ਲਾਂਗੇ। ਨਾਲੇ ਮੈਂ ਕਿਹਾ ਬਾਪੂ ਜਿਉਂਦਾ ਜਿਉਂਦਾ ਕੁੰਭ ਤਾਂ ਇੱਕ ਹੋਰ ਨਮਾ ਜਾ। ਉਸ ਜਨਾਨੀ ਸਵਾਰੀ ਨੇ ਬੁੱਢੇ ਵੱਲ ਇਸ਼ਾਰਾ ਕਰਕੇ ਦੱਸਿਆ। ਸੀਤਾ ਕੁਝ ਸੋਚਦੀ ਰਹੀ। ਸਾਹਮਣੇ ਕਿਸੇ ਦੇ ਟਰੰਕ 'ਤੇ ਬੈਠਾ ਨੌਜਵਾਨ ਸਾਹਮਣੀ ਕਿੱਲੀ 'ਤੇ ਟੰਗੀ ਲਾਲ ਗੁੱਥੜੀ ਵੱਲ ਝਾਕਿਆ ਤੇ ਹੋਰ ਸਿਗਰਟ ਬਾਲ ਲਈ। ਕਿਸੇ ਦੇ ਫੁੱਲ ਲੈ ਕੇ ਚੱਲਿਆ ਵਿਚਾਰਾ। ਇਹਦੇ ਘਰ ਕੌਣ ਮਰ ਗਿਆ? ਸੀਤਾ ਨੇ ਮਨ ਹੀ ਮਨ ਸੋਚਿਆ ਤੇ ਬਾਰੀ ਵਿੱਚੋਂ ਬਾਹਰ ਝਾਕਣ ਲੱਗ ਪਈ। ਸੁੰਨਸਾਨ ਰਾਤ ਵਿੱਚ ਦੀ ਗੱਡੀ ਲੰਘੀ ਜਾ ਰਹੀ ਸੀ। ਦੂਰ ਕਿਧਰੇ ਕਦੇ ਕੋਈ ਦੀਵਾ ਜਗਦਾ ਦਿਸਦਾ ਸੀ। ਡੁਬਡੁਬਾਈਆਂ ਅੱਖਾਂ ਨਾਲ ਉਹਨੇ ਦੂਰ ਘਰਾਂ ਵਿੱਚ ਜਗਦੇ ਦੀਵਿਆਂ ਵੱਲ ਵੇਖਿਆ ਤੇ ਹੌਕਾ ਭਰਿਆ। ਫਿਰ ਉਹਨੇ ਖੇਸੀ ਦਾ ਲੜ ਸਵਾਰ ਕੇ ਕੁੜਤੀ ਦਾ ਪਾਟਿਆ ਥਾਂ ਚੰਗੀ ਤਰ੍ਹਾਂ ਢਕਿਆ। ਚਿਤਨੀ ਰਾਜੀ? ਉਸੇ ਜਨਾਨੀ ਸਵਾਰੀ ਨੇ ਸੀਤਾ ਦੇ ਕੁਮਲਾਈ ਮੂੰਹ ਵੱਲ ਤੱਕ ਕੇ ਪੁੱਛਿਆ। ਹਾਂ, ਸੀਤਾ ਨੇ ਫਿਰ ਹਿਲਾਇਆ। ਪੈ ਜਾ ਘੜੀ, ਉਹ ਉਹਨਾਂ ਨੂੰ ਸਰਕਦੀ ਬੋਲੀ। ਸੀਤਾ ਇਕੱਠੀ ਹੋ ਕੇ ਪੈ ਗਈ। ਪਈ ਦੀਆਂ ਅੱਖਾਂ ਵਿੱਚੋਂ ਪਾਣੀ ਵਗਦਾ ਰਿਹਾ। ਅੱਖਾਂ ਉੱਤੇ ਉਹਨੇ ਬਾਂਹ ਰੱਖੀ ਸੀ। ਫਿਰ ਪਤਾ ਨਹੀਂ ਕਿਹੜੇ ਵੇਲੇ ਉਹਦੀ ਅੱਖ ਲੱਗ ਗਈ। ਸੁੱਤੀ ਉਹ ਤ੍ਰਹਿ ਕੇ ਜਾਗੀ। ਬੜਾ ਮਾੜਾ ਸੁਪਨਾ ਆਇਆ ਸੀ, ਜਿਵੇਂ ਸਾਡੇ ਘਰ ਨੂੰ ਅੱਗ ਲੱਗ ਗਈ। ਸਾਰਾ ਟੱਬਰ ਅੰਦਰੇ ਘਿਰ ਗਿਆ। ਵਾਹਿਗੁਰੂ ਸੁੱਖ ਰੱਖੇ। ਹੇ ਲਾਟਾਂ ਵਾਲੀ, ਸਾਡੇ ਘਰ ਦੇ ਸਾਰੇ ਜੀਅ ਰਾਜੀ ਖੁਸ਼ੀ ਹੋਣ। ਬੇਬੇ, ਬਾਪੂ, ਦਿਆਲ ਦਾ ਬਾਈ ਨਾਥ ਸੋਚਦੀ ਉਹ ਜਾਣੇ ਕਿੱਥੇ ਭੌਂਦੀ ਰਹੀ ਤੇ ਨਾ ਜਾਣੇ ਕਦੋਂ ਫੇਰ ਸੌਂ ਗਈ। ਤੜਕੇ ਜੇ ਕਿਸੇ ਨੇ ਉਹਨੂੰ ਹਲੂਣ ਕੇ ਜਗਾਇਆ। ਉਹ ਡਰ ਕੇ ਉੱਠੀ। ਟਿਕਟ? ਬਾਊ ਨੇ ਉਸ ਅੱਗੇ ਹੱਥ ਕਰਕੇ ਕਿਹਾ। ਉਹ ਬੌਂਦਲੀ ਜੀ ਬਿਨਾਂ ਉੱਤਰ ਦਿੱਤੇ ਬਾਊ ਵੱਲ ਵੇਖਦੀ ਰਹੀ। ਬਾਊ ਨੇ ਸਮਝਿਆ ਅਜੇ ਇਹਦੀ ਨੀਂਦ ਨਹੀਂ ਉਤਰੀ। ਉਹ ਹੋਰ ਉੱਚੀ ਬੋਲਿਆ, ਬੀਬੀ ਟਿਕਟ ਵਿਖਾ। ਸੀਤਾ ਦੇ ਜੀਅ ਨੂੰ ਡੋਬ ਪਿਆ। ਟਿਕਟ ਤਾਂ ਹੈ ਨਹੀਂ, ਉਸ ਤੋਂ ਆਖਿਆ ਗਿਆ ਤੇ ਭਵੱਤਰੀ ਬਾਊ ਵੱਲ ਝਾਕਦੀ ਰਹੀ। ਕਿੱਥੇ ਜਾਣਾ? ਬਾਊ ਨੇ ਗੁੱਸੇ ਨਾਲ ਪੁੱਛਿਆ। ਉਹ ਕੁਝ ਨਹੀਂ ਬੋਲੀ। ਮੈਂ ਪੁੱਛਦਾ ਕਿੱਥੇ ਜਾਣਾ ਹੈ? ਆਈ ਕਿੱਥੋਂ ਹੈ? ਨਾਲ ਕੌਣ ਹੈ? ਤੇਰਾ ਸਮਾਨ ਕਿੱਥੇ ਹੈ? ਬਾਊ ਪੁੱਛਦਾ ਗਿਆ। ਸੀਤਾ ਇੱਕੋ ਚੁੱਪ ਸੀ। ਬੋਲਦੀ ਕਿਉਂ ਨਹੀਂ? ਬਾਊ ਖਿਝ ਕੇ ਪਿਆ। ਹੋਰ ਸਵਾਰੀਆਂ ਵੀ ਸੀਤਾ ਵੱਲ ਝਾਕਣ ਲੱਗੀਆਂ। ਅੱਛਾ ਦੇਖਦਾ, ਆਖ। ਉਹ ਹੋਰ ਸਵਾਰੀਆਂ ਦੇ ਟਿਕਟ ਵੇਖਦਾ ਰਿਹਾ। ਸੀਤਾ ਬੌਂਦਲੀ ਉਸ ਵੱਲ ਝਾਕਦੀ ਰਹੀ। ਜਦੋਂ ਸਟੇਸ਼ਨ ਆਇਆ, ਬਾਊ ਮੁੜ ਸੀਤਾ ਦੇ ਕੋਲ ਆ ਪਹੁੰਚਿਆ। ਉਤਰੋ ਨੀਚੇ। ਸੀਤਾ ਬਹੁਤ ਡਰ ਗਈ। ਉਹਦੇ ਨਾਲ ਬੈਠੀ ਜਨਾਨੀ ਵੱਲ ਵੇਖਿਆ, ਪਰ ਆਪਣੀ ਥਾਂ ਤੋਂ ਨਾ ਉੱਠੀ। ਮੈਂ कहता हूँ उतरो नीचे, पुलिस ही पूछेगी कहाँ से आई है और कहाँ जाना है। ਬਾਬੂ ਰੋਹ ਪਾਉਣ ਲਈ ਹੁਣ ਹਿੰਦੁਸਤਾਨੀ 'ਚ ਬੋਲਿਆ। ਬਾਬੂ ਜੀ मैं तेरे पैरी पैनी है, ਉਹਨੇ ਹੱਥ जोड़ के रो के किया। मैं सब जानता हूँ, तुम्हारे जैसी बहुत खतरनाक होती हैं। गाड़ी में चोरी, कत्ल, स्मगलिंग, सब में तुम्हारे लोगों का हाथ होता है। सीता बौंदली उस ਵੱਲ ਝਾਕਦੀ ਰਹੀ। जल्दी उतरो, गाड़ी चलने वाली है, ਉਹਨੇ ਮੋਢੇ ਤੋਂ ਹਲੂਣ ਕੇ ਬਾਬੂ ਨੇ ਧੱਕਾ ਮਾਰਨ ਵਾਂਗ ਕਿਹਾ। ਸੀਤਾ ਭਵੱਤਰੀ ਜੀ ਉੱਠੀ। ਆਲੇ ਦੁਆਲੇ ਡਿੱਡਰੀਆਂ ਅੱਖਾਂ ਨਾਲ ਵੇਖਦੀ ਬਾਊ ਦੇ ਮਗਰ ਤੁਰਦੀ ਗੱਡੀ ਤੋਂ ਹੇਠਾਂ ਉਤਰ ਗਈ। ਉਹਦੇ ਵੇਖਦਿਆਂ ਗੱਡੀ ਤੁਰ ਗਈ। ਤੀਜਾ ਪਹਿਰ। ਰੱਖੀ ਪੀੜੀ 'ਤੇ ਬੈਠੀ ਸੰਤੇ ਦੇ ਖੱਦਰ ਦੇ ਝੱਗੇ ਨੂੰ ਟਾਕੀ ਲਾ ਰਹੀ ਹੈ। ਕੁੜੇ ਘਰੇ ਐ ਰੱਖੀ? ਚੰਦ ਕੌਰ ਨੇ ਦੇਹਲੀ ਲੰਘਦੀ ਨੇ ਪੁੱਛਿਆ। ਆਹੋ, ਮੱਥਾ ਟੇਕਦੀਆਂ ਬੇਬੇ, ਆ ਜਾ।
ਰੱਖੀ ਨੇ ਆਪਣੀ ਹੇਠਲੀ ਪੀੜ੍ਹੀ ਉਸ ਵੱਲ ਕਰਦਿਆਂ ਗਿਆ। ਜਿਉਂਦੀ ਵਸਦੀ ਰਹੋ। ਰਤਾ ਕੰਡਾ ਤਾਂ ਦੇਖ। ਚੰਦ ਕੌਰ ਹੱਥ ਉਹਦੇ ਅੱਗੇ ਕਰਦੀ ਬੋਲੀ। ਮੈਂ ਸੂਈ ਲਿਆਵਾਂ। ਆਖ ਰੱਖੀ ਆਲੇ ਵਿੱਚ ਰੱਖੇ ਕੁੱਜੇ ਵਿੱਚੋਂ ਸੂਈ ਲਿਆ ਕੇ ਚੰਦ ਕੌਰ ਦਾ ਕੰਡਾ ਕੱਢਣ ਲੱਗੀ। ਖਾਸਾ ਹੀ ਡੂੰਘਾ ਲੱਗਿਆ। ਰੱਖੀ ਸੂਈ ਨਾਲ ਮਾਸ ਫਰੋਲਦੀ ਬੋਲੀ। ਪਾਥੀਆਂ ਪੱਥਣ ਲੱਗੀ ਦੇ ਲੱਗਿਆ। ਗੋਹੇ 'ਚ ਸੀ ਕਿਤੇ। ਨਾਲੇ ਅੱਗ ਲੱਗਣੀ ਨਿਗਾਹ ਵੀ ਤਾਂ ਨਹੀਂ ਉਹੋ ਜਿਹੀ ਹੁਣ। ਨਜ਼ਰਾਂ ਨੂੰ ਵੀ ਕੀ ਦੱਸ ਬੇਬੀ। ਫਾਰਮੀ ਘਿਓ, ਫਾਰਮੀ ਕਣਕਾਂ, ਕੋਈ ਕਰੇ ਵੀ ਕੀ ਰੱਖੀ। ਸਮਾਂ ਹੀ ਇਹੋ ਜਿਹਾ ਆ ਗਿਆ ਵੀ ਘਰਾਂ ਦੇ ਤੋਰੇ ਤੁਰਨੇ ਹੀ ਔਖੇ ਹੋਏ ਪਏ ਆ। ਲੈ ਨਿਕਲ ਗਿਆ। ਕੰਡਾ ਉਹਦੇ ਹੱਥ 'ਤੇ ਧਰਦੀ ਰੱਖੀ ਬੋਲੀ। ਜਿਉਂਦੀ ਰਹੋ। ਦਿਆਲ ਨਹੀਂ ਦੀਂਦਾ ਕਿਤੇ। ਦਿਆਲ ਤਾਂ ਸਕੂਲ ਗਿਆ ਹੋਇਆ। ਪੜ੍ਹਨਾ ਪਾਤਾ। ਆਹੋ ਮੈਂ ਕਿਹਾ ਪੜ੍ਹ ਜੂ 4 ਅੱਖਰ ਤਾਂ ਆਪਣੀ ਜੂਨ ਤੋਰਨ ਜੋਗਾ ਤਾਂ ਹੋ ਜੂ। ਪਿੰਡਾਂ 'ਚ ਹੁਣ ਕੀ ਹੱਜ ਹੈ ਰਹਿਣ ਦਾ। ਲਾਗੀ ਤੱਥੀ ਦਾ। ਰੱਖੀ ਚਰਖੇ ਨੂੰ ਪਰਾਂ ਕਰਦੀ ਬੋਲੀ। ਹੱਜ ਤਾਂ ਹੁਣ ਕਿਸੇ ਦਾ ਵੀ ਨਹੀਂ। ਸਮਾਂ ਹੀ ਇਹੋ ਜਿਹਾ ਆ ਗਿਆ। ਤੂੰ ਦੇਖ ਲੈ ਕੱਲ੍ਹ ਆਖਦੇ ਨੇ ਜੈਲਦਾਰਾਂ ਦੇ ਰੁੜ ਜਾਣੇ ਭਾਨੇ ਮਾਰੇ ਨੇ। ਬਖਤੌਰੇ ਦੇ ਬੁੜੇ ਨੂੰ ਮਾਵਾਂ ਧੀਆਂ ਦੀਆਂ ਗਾਲਾਂ ਕੱਢੀਆਂ। ਘੋੜੀ ਛੱਡਤੀ ਉਹਨਾਂ ਦੇ ਖੇਤ 'ਚ। ਬੁੜੇ ਨੇ ਹਾਲ ਕਰਨੀਓ ਸੀ। ਪਿੰਡ ਹੀ ਮਰਿਆ ਹੋਇਆ। ਨਹੀਂ ਤਾਂ ਇੱਕ ਅੱਧਾ ਮਾਰਦੇ ਇਹੋ ਜਿਹੇ ਨੂੰ ਤੇ ਆਪ ਮਰ ਜੇ। ਬਾਕੀ ਤਾਂ ਸਾਰੇ ਸੁਖਾਲੇ ਹੋ ਜਾਣ। ਗੱਲ ਭਾਣਸਿਉਂ ਦੀ ਨਹੀਂ ਨਾ। ਕੱਟਾ ਕੀਲੇ ਦੇ ਜ਼ੋਰ 'ਤੇ ਹੀ ਤਾਂਗੜਦਾ। ਗੱਲ ਤਾਂ ਜੈਲਦਾਰਾਂ ਦੀ ਹੈ। ਰੱਬ ਸਾਂਭੂ ਬੁਰੀ ਦੇ ਕਰਨ ਵਾਲੇ ਨੂੰ। ਰੱਬ ਨਹੀਂ ਅੱਜ ਕੱਲ੍ਹ ਕੁਛ ਕਰਦਾ। ਉਹ ਤਾਂ ਖਬਰ ਨਹੀਂ ਕਿਹੜੇ ਸਮਾਨੀ ਚੜ੍ਹ ਕੇ ਜਾ ਸੁੱਤਾ। ਨਹੀਂ ਬੇਬੇ ਚੰਦ ਕੌਰੇ ਉਹ ਕੁੱਤਾ ਤਾਂ ਨਹੀਂ ਵੀ ਉਦੋਂ ਹੀ ਟੰਗ ਵੱਢ ਲਏ। ਉਹਦੇ ਘਰ ਦੇਰ ਹੈ ਨੇਰ ਨਹੀਂ। ਆਪੇ ਕੋਈ ਉੱਠੂ ਪਾਪੀ ਦੇ ਮਾਰਨੇ ਨੂੰ। ਕੁੜੇ ਰੱਖੀ ਆ ਤਾਂ ਬੀਹੀ 'ਚ ਖਬਰ ਨਹੀਂ ਦਿਆਲ ਰੋਂਦਾ ਆਉਂਦਾ। ਵੇ ਮੈਂ ਮਰ ਗਈ। ਕੀ ਹੋ ਗਿਆ ਤੈਨੂੰ। ਰੱਖੀ ਨੇ ਉਹਦਾ ਝੋਲਾ ਫੜਦੀ ਨੇ ਵਰਾਉਂਦੀ ਨੇ ਕਿਹਾ। ਚੰਗਾ ਰੱਖੀ ਮੈਂ ਤਾਂ ਚੱਲਦੀ ਹਾਂ ਫਿਰ। ਆਖਦੀ ਚੰਦ ਕੌਰ ਸਿਰ ਦਾ ਝੋਨਾ ਠੀਕ ਕਰਦੀ ਜਾਂਦੀ ਜਾਂਦੀ ਫਿਰ ਖੜੋ ਗਈ। ਊਂ ਤਾਂ ਜੀ ਧਰ ਗਿਆ ਦਿਆਲ ਹੁਣ ਦਿਆਲ ਵੱਲ ਝਾਕ ਕੇ ਬੋਲੀ। ਹਾਂ ਪਰ ਬੜਾ ਹੀ ਬਰਾਗ ਕੀਤਾ। ਕਿੰਨੇ ਦਿਨ ਤਾਪ ਚੜ੍ਹਦਾ ਰਿਹਾ। ਨਿਆਣਾ ਨਾਲੇ ਹੌਕਾ ਤਾਂ ਹੁੰਦਾ ਹੀ ਹੈ ਮਾਪੇ ਦਾ। ਬੇਬੇ ਸਾਡੇ ਨਾਲ ਹੀ ਇਉਂ ਹੋਣੀ ਸੀ। ਕਰਮਾਂ ਦੀਆਂ ਗੱਲਾਂ ਨੇ ਸਭ। ਪਰ ਬੇਬੇ ਹੁੰਦੀ ਤਾਂ ਕਿਸੇ ਤਕੜੇ ਦੀ ਨੂੰਹ ਧੀ ਨਾਲ ਇਹੋ ਜਿਹੀ ਗੱਲ ਜੇ ਸਾਰਾ ਪਿੰਡ ਨਾ ਬੰਨੀ ਦਾ ਮਰ ਜਾਂਦਾ। ਕਾਹਨੂੰ ਦੁੱਖ ਦੇ ਥਾਂ ਨੂੰ ਬਾਰ ਠਕੋਰਦੀਆਂ ਤੂੰ ਦਿਆਲ ਨੂੰ ਦੇਖ ਅੰਦਰ ਡੁਸ ਕਰਨ ਲੱਗਿਆ ਪਿਆ। ਚੰਗਾ ਫਿਰ ਮੱਥਾ ਟੇਕਦੀਆਂ। ਨਾਲੇ ਮੈਂ ਕਿਹਾ ਬੇਬੇ ਪਾਈਆ ਕੋ ਘਰ ਦਾ ਬੰਦਾ ਹੋਊਗਾ। ਮੈਂ ਕਿਹਾ ਜਵਾਕ ਸੁੱਖ ਨਾਲ ਪੜ੍ਹਦਾ ਸੁੱਕਾ ਟੁੱਕ ਕਾਹਨੂੰ ਦੇਵਾਂ। ਜੀ ਕਿਸੇ ਵੇਲੇ ਜਦੋਂ ਗੁਲਜ਼ਾਰੇ ਦਾ ਬਾਪੂ ਘਰ ਨਾ ਹੋਵੇ ਚੋਰੀਆਂ ਥੋੜ੍ਹਾ ਜਿਹਾ ਰੱਖਿਆ ਬਈ ਬੀਬੋ ਦੇ ਆਉਣ ਥਾਈਂ 4 ਪੈਸੇ ਹੱਥ 'ਚ ਹੋ ਜਾਣ। ਆਦਮੀਆਂ ਨੂੰ ਕੀ ਪਤਾ ਹੁੰਦਾ ਕਬੀਲਦਾਰੀਆਂ ਦਾ। ਸ਼ੂਸ਼ਕ ਤਾਂ ਲੈ ਗਈ ਆ ਬੀਬੋ। ਆਹੋ ਪਰ ਫਿਰ ਵੀ ਧੀ ਭੈਣ ਆਵੇ ਤਾਂ ਖਾਲੀ ਤਾਂ ਨਹੀਂ ਤੋਰੀ ਜਾਂਦੀ। 100 ਕਦੇ ਲੰਘਦਾ ਕਰਦਾ ਪ੍ਰਾਹੁਣਾ ਹੀ ਆ ਜਾਂਦਾ। ਨਾਲੇ ਤੂੰ ਸਿਆਣੀ ਹੈ ਵੀ ਜਿੰਨਾ ਚਿਰ ਮੈਂ ਬੈਠੀ ਹਾਂ ਉਨਾ ਚਿਰ ਹੀ ਹੈ। ਪਿੱਛੋਂ ਤਾਂ ਬਹੂ ਸੱਤਿਆ ਮਨ ਦੀਂਦੀ ਹੋਈ ਹੈ ਤੈਨੂੰ। ਤੁਹਾਡੀ ਬਹੂ ਕੀ ਜ਼ਮਾਨਾ ਹੈ ਇਹੋ ਜਿਹਾ। ਚੰਗਾ ਭਲਕੇ ਆਊਂਗੀ ਐਸ ਕੋ ਵੇਲੇ। ਚੰਗਾ ਆ ਜੀ ਭਾਂਡਾ ਲੈ ਆਈ। ਜੇ ਕੋਈ ਘਰ ਹੋਇਆ ਵੀ ਮੈਂ ਆਖ ਦੂ ਜਾਮਣ ਲੈਣ ਆਈ ਹੈ ਸਿਰ ਨਹਾਉਣ ਨੂੰ। ਚੰਗਾ ਫਿਰ ਮੱਥਾ ਟੇਕਦੀਆਂ। ਆਖ ਰੱਖੀ ਅੰਦਰ ਆਈ। ਮੰਜੇ ਉੱਤੇ ਮੁੱਧੇ ਪਏ ਦਿਆਲ ਨੂੰ ਉਠਾਇਆ ਤੇ ਪੁੱਛਿਆ ਵੀ ਕੀ ਹੋਇਆ। ਬੇਬੇ ਪਿੱਲਾ ਆਖਦਾ ਸੀ ਤੇਰੀ ਬੀਬੀ ਭੱਜ ਗਈ। ਹੁਣ ਆਊਗੀ ਉਹ ਹੀ ਨਹੀਂ ਮੁੜ ਕੇ। ਨਾਲੇ ਉਹਨੇ ਮੇਰੇ ਦੰਦੀ ਵੱਢੀ। ਦਿਆਲ ਨੇ ਬਾਂਹ ਅੱਗੇ ਕਰਦੇ ਨੇ ਦੱਸਿਆ। ਪਲ ਦੇ ਪਲ ਲਈ ਰੱਖੀ ਨੂੰ ਕੋਈ ਗੱਲ ਨਾ ਔੜੀ। ਫਿਰ ਆਖਣ ਲੱਗੀ ਨਹੀਂ ਮੇਰੀ ਡੱਡ ਐਵੇਂ ਭੌਂਕਦਾ ਪਿੱਲਾ। ਮੈਂ ਦੇਊਂਗੀ ਉਲੰਭਾ ਉਹਦੀ ਮਾਂ ਨੂੰ। ਦੱਸ ਰੋਟੀ ਦਿਆਂ ਗੁੜ ਦੀ ਡਲੀ ਨਾਲ। ਗੁੜ ਦੀ ਡਲੀ ਉਹ ਦੇ ਰੁੜ ਜਾਣੇ। ਅੱਜ ਕੱਲ੍ਹ ਦੇ ਰਤਾ ਜਵਾਕ ਕਿਹੜਾ ਬਰਾਏ ਜਾਂਦੇ ਨੇ। ਜੰਮ ਅਜੇ ਮੁੱਕਿਆ ਨਹੀਂ ਕਿਹੋ ਜਿਹੀਆਂ ਗੱਲਾਂ ਕਰਦਾ। ਪਰ ਰੱਬ ਨੇ ਕਰਾਈਆਂ ਤਾਂ ਕਰਦਾ। ਤੌਲੇ 'ਚੋਂ ਗੁੜ ਦੀ ਡਲੀ ਕੱਢਦੀ ਰੱਖੀ ਬੋਲੀ। ਦਿਆਲ ਗੁੜ ਦੀ ਡਲੀ ਲੈ ਕੇ ਬਾਹਰ ਖੇਡਣ ਚਲਾ ਗਿਆ। ਰੱਖੀ ਜੀ ਵਿੱਚ 100 ਗਾਲ ਦਿੰਦੀ। ਰੁੜ ਜਾਣਾ ਮੁੱਕ ਜਾਣਾ ਸਾਂਭੇ ਇਹਨੂੰ ਸਾੜ ਸਤੀ। ਕਹਿੰਦੀ ਬਾਹਰ ਭੇੜ ਕੇ ਕੋਠੇ ਉੱਪਰ ਦੀ ਜੈਕੁਰ ਨੂੰ ਉਲਾਂਭਾ ਵੀ ਦੇਣ ਗਈ। ਸੁਣ ਬੇਬੇ ਜੈਕੁਰੇ ਆਪਣੇ ਪਿੱਲੂ ਨੂੰ ਸਮਝਾ।
ਦਿਆਲ ਨੂੰ ਆਖਦਾ, ਤੇਰੀ ਬੇਬੇ ਭੱਜ ਗਈ। ਭਲਾ ਇਹੋ ਜਿਹੀਆਂ ਗੱਲਾਂ ਵੀ ਕਰਦੇ ਹੁੰਦੇ ਨੇ ਜਵਾਕ? ਕੁੜੇ ਰੱਖੀ ਕਿਸੇ ਤੋਂ ਸੁਣ ਲਈ ਹੋਣੀ ਹੈ ਗੱਲ ਪਿੱਲੇ ਨੇ, ਨਹੀਂ ਉਹਨੂੰ ਨਿਆਣੇ ਨੂੰ ਕੀ ਪਤਾ, ਲੋਕਾਂ ਦਾ ਹੁਣ ਮੂੰਹ ਤਾਂ ਨਹੀਂ ਫੜਿਆ ਜਾਂਦਾ। ਜੈਕੁਰ ਨੇ ਅੱਗੋਂ ਜਵਾਬ ਦਿੱਤਾ, ਪਰ ਬੇਬੇ ਜਵਾਕਾਂ ਨੂੰ ਨਾ ਇਹੋ ਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ। ਮੈਂ ਤਾਂ ਦਿਆਲ ਸਾਹਮਣੇ ਉਸ ਨਿੱਜ ਹੋਈ ਦਾ ਜ਼ਿਕਰ ਕਿਹੜਾ ਕਰਦੀ ਹਾਂ, ਬਈ ਹੋਰ ਨਾ ਜਵਾਕ ਦੇ ਜੀਅ 'ਚ ਹੌਕਾ ਬੈਠ ਜੇ। ਚੰਦਰੀ ਕੀ ਸੋਨੇ ਵਰਗੇ ਜਵਾਕ ਨੂੰ ਛੱਡ ਕੇ ਤੁਰ ਗਈ। ਮੱਚ ਜੇ ਉਹਦਾ ਢਿੱਡ। ਉਹਨੇ ਕੁਛ ਵੀ ਨਾ ਸੋਚਿਆ। ਅਗਲਿਆਂ ਪਿਛਲਿਆਂ ਦੇ ਸਿਰ ਸੁਆਹ ਪਾ ਗਈ। ਨਾ ਜੰਮੇ ਨਾ ਆਵੇ ਇਹੋ ਜੀ। ਜੈਕੁਰ ਬੋਲੀ, ਬੇਬੇ ਕੀ ਨਾਂ ਲੈਣਾ ਉਸ ਨਕਰਮਣ ਦਾ, ਰੱਬੋਂ ਧੱਕੀ ਹੋਈ ਦਾ, ਨਾਲੇ ਕੀ ਪਤਾ ਉਹਦੇ ਨਾਲ ਕੀ ਬਣੀਆਂ। ਚੰਗਾ ਮੈਂ ਚੱਲਦੀ ਹਾਂ, ਤੂੰ ਪਿੱਲੂ ਨੂੰ ਸਮਝਾਈ। ਕੋਠੇ ਕੋਠੇ ਉੱਪਰ ਦੀ ਰੱਖੀ ਮੁੜੀ ਜਾ ਰਹੀ ਸੀ ਜਦ ਉਹਨੇ ਭਗਤੂ ਕੇ ਬਨੇਰੇ ਉੱਤੇ ਠੀਕਰੇ 'ਚੋਂ ਕਮਾਰ ਤੋੜਦਾ ਪਿੱਲੂ ਉਹਦੀ ਨਜ਼ਰ ਪੈ ਗਿਆ। ਹਰਖ ਕੇ ਬੋਲੀ, ਕਿਉਂ ਵੇ ਦਾਦੀ ਅਰ ਗਿਆ, ਕੀ ਆਖਦਾ ਸੀ ਸਾਡੇ ਦਿਆਲ ਨੂੰ? ਕਿਉਂ, ਉਹਨੇ ਮੇਰੀ ਕਲਮ ਤੋੜਤੀ। ਤੂੰ ਮੈਨੂੰ ਦੱਸਦਾ, ਕਲਮ ਮੈਂ ਹੋਰ ਲੈ ਦਿੰਦੀ ਹੱਟੀਓਂ। ਖਬਰਦਾਰ ਜੇ ਮੁੜ ਕੇ ਆਖਿਆ ਕੁਛ, ਬੋਦੀਆਂ ਦੀਆਂ ਪੱਟ ਦੂੰ। ਚੰਬਲਿਆ। ਪਿੱਲੂ ਬਿਨਾਂ ਉੱਤਰ ਦਿੱਤਿਆਂ ਆਪਣੇ ਘਰ ਨੂੰ ਭੱਜ ਗਿਆ। ਹੇਠਾਂ ਜਾ ਕੇ ਆਪਣੀ ਮਾਂ ਨੂੰ ਦੱਸਿਆ, ਦਿਆਲ ਦੀ ਦਾਦੀ ਘੂਰਦੀ ਸੀ। ਦੇਖ ਤਾਂ ਕੀ ਚੋਚਲੇ ਕਰਦੀ ਐ ਜਾਪਦੀ ਨੈਣ। ਇਉਂ ਤਾਂ ਜਾਣੀ ਲੋਕਾਂ ਦਾ ਮੂੰਹ ਬੰਦ ਕਰ ਲੂ। ਲੋਕ ਤਾਂ ਆਖਣਗੇ ਹੀ, ਉਦਲ ਮਾਂ ਦਾ ਪੁੱਤ, ਹੋਰ ਕੀ ਉਹ ਦੁੱਧ ਧੋਤੀ ਦਾ ਪੁੱਤ ਹੋ ਜੂ। ਪਿੱਲੂ ਦੀ ਮਾਂ ਬੁੜਬੁੜ ਕਰਦੀ ਰਹੀ ਤੇ ਅਗਲੇ ਦਿਨ ਪਿੱਲੂ ਨੇ ਸਕੂਲ ਵਿੱਚ ਹੋਰਨਾਂ ਮੁੰਡਿਆਂ ਨੂੰ ਵੀ ਦੱਸਿਆ। ਮੁੰਡੇ ਛੇੜਨ ਲੱਗ ਪਏ, ਦਿਆਲੇ ਦੀ ਬੇਬੇ ਭੱਜ ਗਈ ਓਏ, ਦਿਆਲੇ ਦੀ ਬੇਬੇ ਭੱਜ ਗਈ ਓਏ। ਪਿੱਲੂ ਦੀ ਮਾਂ ਦੀ ਸਾਲਾ, ਦਿਆਲ ਨੇ ਗਾਲਾਂ ਕੱਢੀਆਂ। ਪਿੱਲੂ ਨੇ ਉਹਨੂੰ ਹੇਠਾਂ ਸੁੱਟ ਲਿਆ। ਦਿਆਲ ਨੇ ਉਹਦੇ ਦੰਦੀ ਵੱਢੀ। ਭੈਣ ਜੀ ਨੇ ਆ ਕੇ ਦੋਵਾਂ ਦੇ ਦੋ ਦੋ ਚਪੇੜਾਂ ਲਾਈਆਂ। ਘਰ ਜਾਂਦਿਆਂ ਫਿਰ ਪਿੱਲੂ ਦੂਰੋਂ ਆਖ ਰਿਹਾ ਸੀ, ਦਿਆਲ ਦੀ ਬੇਬੇ ਭੱਜ ਗਈ ਓਏ, ਦਿਆਲੇ ਦੀ ਬੇਬੇ। ਦਿਆਲ ਨੇ ਰੋੜਾ ਵਗਾ ਮਾਰਿਆ। ਰੋੜਾ ਪਿੱਲੂ ਦੀ ਥਾਂ ਮਹਿੰਦਰ ਦੇ ਵੱਜਿਆ। ਫਿਰ ਕੀ ਸੀ, ਕਈ ਮੁੰਡਿਆਂ ਨੇ ਰਲ ਕੇ ਦਿਆਲ ਨੂੰ ਕੁੱਟਿਆ। ਜਦੋਂ ਦਿਆਲ ਘਰ ਪਹੁੰਚਿਆ ਤਾਂ ਉਹਦਾ ਝੱਗਾ ਪਾਟਿਆ ਸੀ ਤੇ ਰੋ ਰੋ ਕੇ ਅੱਖਾਂ ਸੁੱਜੀਆਂ ਸਨ। ਰੱਖੀ ਨੇ ਪਤਾ ਲੱਗਣ ਉੱਤੇ 100 ਗਾਲਾਂ ਮੁੰਡਿਆਂ ਨੂੰ ਕੱਢੀਆਂ। ਹਰਾਮੀ, ਪੈ ਜੇ ਇਹਨਾਂ ਨੂੰ ਪਲੇਗ, ਟੁੱਟ ਪੈਣੇ, ਸਾਂਭੇ ਇਹਨਾਂ ਨੂੰ ਮਾਤਾ ਰਾਣੀ, ਰਹਿ ਜਾਣ ਸੁੱਤੇ ਹੀ। ਦੇਖਦਾ ਜਵਾਕ ਦਾ ਕੀ ਹਾਲ ਕੀਤਾ। ਫਿਰ ਉਹਨੇ ਦਿਆਲ ਦਾ ਮੂੰਹ ਧੋਤਾ, ਚੁੰਨੀ ਨਾਲ ਪੂੰਝਿਆ, ਦੂਜਾ ਝੱਗਾ ਪਾਇਆ ਤੇ ਲਾਪੂਕੂ ਦਾਣੇ ਕੌਲੀ 'ਚ ਪਾ ਹੱਟੀਓਂ ਪਤਾਸੇ ਲੈ ਆਉਣ ਲਈ ਦਿੱਤੇ। ਦਿਆਲ ਪਤਾਸੇ ਲੈਣ ਨਾ ਗਿਆ। ਸਾਰਾ ਦਿਨ ਅੰਦਰੇ ਬੈਠਾ ਰਿਹਾ। ਆਥਣੇ ਖੇਡਣ ਵੀ ਨਾ ਗਿਆ। ਅਗਲੇ ਦਿਨ ਉਹ ਸਕੂਲ ਜਾਣੋਂ ਵੀ ਨਾ ਨੁੱਕਰ ਕਰਨ ਲੱਗਿਆ। ਰੱਖੀ ਨੇ ਬਥੇਰਾ ਸਮਝਾਇਆ, ਮਾਰਿਆ ਵੀ, ਪਰ ਉਹ ਸਕੂਲ ਜਾਣ ਲਈ ਨਹੀਂ ਮੰਨਿਆ। ਹਾਰ ਕੇ, ਰੋਂਦੇ ਚੀਖਦੇ ਨੂੰ ਘੜੀਸ ਕੇ ਸਕੂਲ ਛੱਡ ਕੇ ਆਈ ਤੇ ਘਰ ਆ ਕੇ ਆਪ ਰੋਂਦੀ ਰਹੀ। ਮਾੜੀ ਕਿਸਮਤ ਵਾਲਿਆ, ਪੜ੍ਹ ਜਾ ਅੱਖਰ, ਨਹੀਂ ਤਾਂ ਜੱਟਾਂ ਦੇ ਭਾਂਡੇ ਮਾਂਜਦੇ ਦੇ ਹੱਥ ਘਸ ਜਾਣਗੇ। ਤੇ ਉੱਤੋਂ ਦਾਤਨਾ ਇਹ ਮਿਲਦੀ ਹੈ, ਆਖਦੀ ਉਹ ਸੀਤਾ ਬਾਰੇ ਸੋਚਦੀ ਰਹੀ। ਜਮਾਤ ਵਿੱਚ ਦਿਆਲ ਨਿੰਮੋ ਝੂਣਾ ਜਿਹਾ ਬੈਠਾ ਸੀ। ਅੱਧੀ ਛੁੱਟੀ ਵੇਲੇ ਝੋਲੇ 'ਚੋਂ ਰੋਟੀ ਕੱਢ ਕੇ ਵੀ ਉਹਨੇ ਨਾ ਖਾਧੀ ਤੇ ਨਾ ਹੀ ਜਵਾਕਾਂ ਨਾਲ ਗਰਾਊਂਡ 'ਚ ਖੇਡਣ ਗਿਆ। ਆਪਣੀ ਥਾਂ 'ਤੇ ਹੀ ਬੈਠਾ ਰਿਹਾ। ਅੱਧੀ ਛੁੱਟੀ ਮੁੱਕੀ, ਨੱਚਦੇ ਟੱਪਦੇ ਦੂਜੇ ਜਵਾਕ ਆਪਣੀ ਆਪਣੀ ਥਾਂ 'ਤੇ ਆ ਬੈਠੇ। ਕੀ ਹੋ ਗਿਆ ਦਿਆਲ? ਕੰਮੋ ਨੇ ਪੁੱਛਿਆ। ਕੁਛ ਨਹੀਂ। ਆਪਣੇ ਆਪਣੇ ਕਾਇਦੇ ਖੋਲ੍ਹੋ, ਭੈਣ ਜੀ ਨੇ ਮੇਜ਼ 'ਤੇ ਫੁੱਟਾ ਮਾਰਦੀ ਨੇ ਉੱਚੀ ਦੇ ਕੇ ਕਿਹਾ। ਤੂੰ ਪੜ੍ਹ ਦਿਆਲ, ਉਹ ਬੋਲੀ। ਦਿਆਲ ਖੜ੍ਹਾ ਹੋ ਕੇ ਪੜ੍ਹਨ ਲੱਗਿਆ। ਅਟਕ ਅਟਕ ਕੇ ਪੜ੍ਹ ਰਿਹਾ ਸੀ ਤੇ ਉਹ ਵੀ ਵਿੱਚ ਗਲਤ। ਇਹੀ ਸਬਕ ਭੈਣ ਜੀ ਨੇ ਕੱਲ੍ਹ ਜਮਾਤ ਨੂੰ 4 ਵਾਰੀ ਰਟਾਇਆ ਸੀ। ਕੁਰਸੀ ਤੋਂ ਉੱਠ ਕੇ ਉਹ ਦਿਆਲ ਦੇ ਕੋਲ ਆ ਗਈ। ਦਿਆਲ ਡਰ ਕੇ ਹੋਰ ਵੀ ਗਲਤ ਪੜ੍ਹਨ ਲੱਗਿਆ। ਸਬਕ ਯਾਦ ਨਹੀਂ ਕੀਤਾ? ਆਖਦੀ ਭੈਣ ਜੀ ਨੇ ਕੱਸ ਕੇ ਇੱਕ ਚਪੇੜ ਉਹਦੇ ਮਾਰੀ। ਪਰਾਂ ਬੈਠੇ ਪਿੱਲੂ ਨੇ ਭੈਣ ਜੀ ਤੋਂ ਅੱਖ ਬਚਾ ਕੇ ਉਹਨੂੰ ਜੀਭ ਕੱਢੀ। ਦਿਆਲ ਰੋਇਆ ਨਹੀਂ, ਬੌਂਦਲਿਆ ਜਿਹਾ ਬਿਟ ਬਿਟ ਕਾਇਦੇ ਵੱਲ ਝਾਕਦਾ ਰਿਹਾ। ਬੈਠ ਜਾ, ਭੈਣ ਜੀ ਕੜਕੀ। ਉਹ ਘਬਰਾ ਕੇ ਬੈਠ ਗਿਆ। ਇਸ ਤੋਂ ਪਿੱਛੋਂ ਉਹਦੇ ਸਿਰ ਵਿੱਚ ਸਾਹ ਹੁੰਦੀ ਰਹੀ। ਕੁਝ ਸੁਣਾਈ ਨਹੀਂ ਦਿੱਤਾ ਕਿ ਭੈਣ ਜੀ ਕਿਸ ਨੂੰ ਕੀ ਆਖ ਰਹੀ ਹੈ। ਘਰ ਨੂੰ ਆਉਣ ਵੇਲੇ ਵੀ ਉਹ ਸਭ ਦੇ ਮਗਰ ਪੈਰ ਘਸੀਟਦਾ ਆ ਰਿਹਾ ਸੀ। ਕਈ ਵਾਰੀ ਮੁੰਡਿਆਂ ਨੇ ਪਿਛਾਂਹ ਮੂੰਹ ਕਰਕੇ ਕਿਹਾ, ਦਿਆਲ ਦੀ ਬੇਬੇ ਭੱਜ ਗਈ ਓਏ, ਦਿਆਲ ਦੀ ਬੇਬੇ ਭੱਜ ਗਈ ਓਏ। ਪਰ ਦਿਆਲ ਨੇ ਕਿਸੇ ਨੂੰ ਕੁਝ ਨਾ ਕਿਹਾ। ਸਿਰ ਸੁੱਟੀ ਤੁਰਦਾ ਰਿਹਾ। ਉਹਦੇ ਕੰਨਾਂ 'ਚ ਸਾਹ ਅਜੇ ਤੱਕ ਹੋਈ ਜਾਂਦੀ ਸੀ। ਘਰ ਜਦੋਂ ਪਹੁੰਚਿਆ ਤਾਂ ਉਹਨੂੰ ਫੇਰ ਤਾਪ ਚੜ੍ਹਿਆ ਸੀ। ਰਾਤ ਨੂੰ ਉਹ ਬੁੜਬੁੜਾਉਂਦਾ ਰਿਹਾ ਤੇ ਡਰ ਡਰ ਉੱਠਦਾ ਰਿਹਾ। ਰੱਖੀ ਉੱਠ ਉੱਠ,
ਉਹਦੇ ਮੂੰਹ ਵਿੱਚ ਪਾਣੀ ਲਾਉਂਦੀ ਰਹੀ ਅਤੇ ਨਾਲੇ ਰੱਬ ਨੂੰ ਧਿਆਉਂਦੀ ਰਹੀ। ਹਾੜੇ ਵੇ ਰੱਬਾ ਹਾੜੇ, ਹੋਰ ਅਜੇ ਤਾਂ ਮੇਰੇ ਕੀ ਬਦਲੇ ਲੈਣੇ ਨੇ, ਮੇਰੇ ਪੁੱਤ ਦੀ ਜੜ ਲੱਗੀ ਰਹਿਣ ਦੇ। ਉਸ ਫੁੱਟੇ ਭਾਗਾਂ ਵਾਲੀ ਦੀ ਨਿਸ਼ਾਨੀਓਂ ਸਹੀ। ਫਿਰ ਉਹਨੇ ਦਿਆਲ ਦੇ ਸਿਰ 'ਤੇ ਹੱਥ ਧਰਿਆ, ਬੋਲੀ, ਨਾ ਵੇ ਪੁੱਤਾ, ਮੇਰੇ ਬੁਢਾਪੇ ਵੇਲੇ ਗੋਡੇ ਨਾ ਤੋੜ ਜੀ। ਮੈਂ ਤਾਂ ਅੱਗੇ ਹੀ ਬਥੇਰੇ ਵਕਤਾਂ ਦੀ ਮਾਰੀ ਹੋਈ ਹਾਂ। ਅੱਗ ਲੱਗੇ ਇਹੋ ਜਿਹੀ ਪੜ੍ਹਾਈ ਨੂੰ। ਅੱਗੇ ਕੀ ਪਿਓ ਦਾਦਾ ਪੜ੍ਹਿਆ ਹੋਇਆ ਸੀ। ਤੂੰ ਰਾਜੀ ਹੋ ਜਾ, ਮੈਂ ਨਹੀਂ ਸਕੂਲ ਤੋਰਦੀ। ਮੈਂ ਤਾਂ ਸੋਚਦੀ ਸੀ 4 ਅੱਖਰ ਪੜ੍ਹ ਜਾਏਗਾ ਤਾਂ ਇਸ ਨਰਕ 'ਚੋਂ ਨਿਕਲ ਜਾਏਗਾ। ਹੁਣ ਕੋਈ ਜੀਵਤ ਹੈ ਇੱਥੇ? ਕਦੇ ਚੜ੍ਹਦੇ ਲਹਿੰਦੇ 'ਚ ਸੁਣੀ ਨਹੀਂ ਸੀ ਇਹੋ ਜਿਹੀ ਗੱਲ ਵੀ ਭਾਫ ਹੀ ਨਾ ਨਿਕਲੇ। ਉਹ ਮੁੜ ਸੀਤਾ ਬਾਰੇ ਸੋਚਣ ਲੱਗ ਪਈ ਸੀ। ਆਥਣੇ 'ਚ ਉਹ ਹੱਟੀ ਉੱਤੇ ਜਾ ਕੇ ਸੰਤੇ ਨੂੰ ਆਖਣ ਲੱਗੀ, ਨਾਥ ਦੇ ਬਾਪੂ, ਦਿਆਲ ਨੂੰ ਤਾਂ 5 ਭੱਠ ਤਾਪ ਚੜ੍ਹਿਆ ਪਿਆ, ਕੋਈ ਪੁੜੀ ਦੇ। ਸੰਤੇ ਨੇ ਉਪਰੀਆਂ ਨਜ਼ਰਾਂ ਨਾਲ ਉਸ ਵੱਲ ਦੇਖਿਆ, ਬੋਲਿਆ ਕੁਝ ਨਾ। ਮੈਂ ਕਿਹਾ, ਨਾਥ ਦੇ ਬਾਪੂ। ਉਹ ਕੁਝ ਆਖਣ ਲੱਗੀ ਸੀ ਕਿ ਸੰਤੇ ਨੇ ਸਿਰ ਖੁਰਕਦਿਆਂ ਕਿਹਾ, ਭਾਗਵੰਤੀ, ਮੇਰਾ ਜੀ ਨਹੀਂ ਰਾਜੀ। ਭਾਗਵੰਤੀ? ਰੱਖੀ ਚੌਂਕੀ? ਇਹ ਤਾਂ ਸੰਤੇ ਦੀ ਪਹਿਲੀ ਘਰ ਵਾਲੀ ਦਾ ਨਾਂ ਸੀ। ਉਹਨੂੰ ਤਾਂ ਮਰੀ ਨੂੰ ਵੀ 25-30 ਵਰ੍ਹੇ ਹੋ ਗਏ ਨੇ। ਉਸ ਤੋਂ ਪਿੱਛੋਂ ਰੱਖੀ ਦਾ ਵਿਆਹ ਹੋਇਆ, ਪਿੱਛੋਂ ਹੀ ਨਾਥ ਜੰਮਿਆ, ਨਾਥ ਵੱਡਾ ਹੋਇਆ, ਵਿਆਹ ਹੋਇਆ, ਮੁੰਡਾ ਹੋਇਆ, ਅਤੇ ਹੁਣ ਉਹਦਾ ਮੁੰਡਾ ਵੀ 6ਵੇਂ ਵਰ੍ਹੇ 'ਚ ਸੀ ਅਤੇ ਅੱਜ ਸੰਤਾ ਭਾਗਵੰਤੀ ਦਾ ਨਾਂ ਲੈ ਰਿਹਾ ਸੀ। ਨਾਥ ਦੇ ਬਾਪੂ, ਤੈਨੂੰ ਕੀ ਹੋ ਗਿਆ? ਰੱਖੀ ਨੇ ਕੋਲ ਹੋ ਕੇ ਉਹਦੀ ਬਾਂਹ ਹਲੂਣਦਿਆਂ ਕਿਹਾ। ਹੈਂ? ਹਾਂ, ਕੀ ਆਖਦੀ ਆਂ? ਸੰਤਾ ਜਿਵੇਂ ਨੀਂਦ 'ਚੋਂ ਜਾਗਿਆ। ਮੈਂ ਆਖਦੀ ਆਂ, ਇਉਂ ਕਿਵੇਂ ਦਿਨ ਟੁੱਟਣਗੇ? ਨਾ ਹੁਣ ਤੂੰ ਕਿਸੇ ਦੇ ਪੁੜੀਆਂ ਦੇਣ ਜਾਣਾ, ਨਾ ਨਹੁੰ ਲਾਉਣ। ਜੈਲਦਾਰਾਂ ਨੇ ਗੱਠਾਂ ਦੇ ਆਉਣ ਲਈ ਕਿਹਾ ਤਾਂ ਜਵਾਬ ਦੇ ਦਿੱਤਾ। ਭਲਕੇ ਖਲਵਾੜੇ ਲਈ ਕਿਹੜੇ ਮੂੰਹ ਨਾਲ ਜਾ ਕੇ ਖੜੇਂਗਾ? ਹੋਰ ਕੀ ਆਪਣੇ ਜਗੀਰਾਂ ਨੇ ਬਈ ਬੈਠੇ ਖਾਈ ਜਾਵਾਂਗੇ? ਇਉਂ ਸਾਰਾ ਦਿਨ ਹੱਟੀ ਵਿੱਚ ਭੁੰਜੇ ਪਏ ਰਹਿਣ ਨਾਲ ਤਾਂ ਨਹੀਂ ਸਰਨਾ। ਰੱਖੀ ਹੱਟੀ ਸੰਭਰਦੀ ਬੋਲੀ, ਸਾਰੀ ਉਮਰ ਹੀ ਕੰਮ ਕੀਤਾ ਰੱਖੀ, ਦਿਨ ਨੂੰ ਦਿਨ ਨਹੀਂ ਸਮਝਿਆ, ਰਾਤ ਨੂੰ ਰਾਤ ਨਹੀਂ, ਪਰ ਹੁਣ ਮੇਰੇ ਕੋਲ ਉੱਠਿਆ ਨਹੀਂ ਜਾਂਦਾ। ਮੇਰਾ ਕਿਸੇ ਦੇ ਮੂੰਹ ਲੱਗਣ ਨੂੰ ਚਿੱਤ ਨਹੀਂ ਕਰਦਾ। ਸੰਤੇ ਨੇ ਪਾਟੀਆਂ ਨਜ਼ਰਾਂ ਨਾਲ ਉਸ ਵੱਲ ਝਾਕ ਕੇ ਆਖਿਆ। ਰੱਖੀ ਰੋਣ ਲੱਗ ਪਈ। ਤੂੰ ਰੋਟੀ ਵੀ ਅੱਧੀ ਪੌਣੀ 'ਤੇ ਆ ਗਿਆ। ਕਿਤੇ ਗਾਹਾਂ ਦੀਆਂ ਤਾਂ ਨਹੀਂ ਤਿਆਰੀਆਂ ਕਰੀ ਜਾਂਦਾ? ਗਾਹਾਂ ਵੀ ਤਾਂ ਜਾਣਾ ਹੀ ਹੈ। ਸੱਦੋ ਤਾਂ ਕਿਸੇ ਨੇ ਬੈਠੇ ਨਹੀਂ ਰਹਿਣਾ। ਨਾ ਇਉਂ ਨਾ ਤੂੰ ਮੇਰੇ ਨਾਲ ਕਰੀ, ਮੈਨੂੰ ਆਪਣੇ ਹੱਥੀਂ ਤੋਰ ਕੇ ਜਾਈਂ। ਰੱਖੀ ਪੱਲੇ ਨਾਲ ਅੱਖਾਂ ਪੂੰਝਦੀ ਬੋਲੀ, ਘੜਾ ਭਰ ਜੀ, ਮੈਨੂੰ ਕਈ ਵਾਰ ਤੇਹ ਲੱਗਦੀ ਹੈ। ਚੰਗਾ, ਆਖ। ਰੱਖੀ ਹੱਟੀ ਦੇ ਇੱਕ ਖੂੰਜੇ 'ਚ ਚੂਹੇ ਦੀ ਕੀਤੀ ਖੁੱਡ ਮੁੰਦਣ ਲੱਗ ਪਈ। ਸੰਤਾ ਕੁਝ ਚਿਰ ਚੁੱਪ ਕੀਤਾ, ਆਪਣੇ ਹੱਥ ਆਪ ਹੀ ਉਲਟਾ ਕੇ ਵੇਖਦਾ ਰਿਹਾ। ਯੁੱਗ ਹੀ ਬੀਤ ਗਏ ਭਾਗਵੰਤੀ, ਯੁੱਗ ਹੀ ਬੀਤ ਗਏ। ਸੰਤਾ ਜਿਵੇਂ ਨੀਂਦ 'ਚ ਬੁੜਬੁੜਾਇਆ। ਤੂੰ ਕਿਹਦੇ ਨਾਲ ਗੱਲਾਂ ਕਰਦਾ ਨਾਥ ਦੇ ਬਾਪੂ? ਰੱਖੀ ਨੇ ਹੌਲ ਦਿਲੇ ਹੋ ਕੇ ਕਿਹਾ। ਹੈਂ? ਆਹੋ, ਕੀ? ਕਿਸੇ ਨਾਲ ਨਹੀਂ ਗੱਲਾਂ ਕਰਦਾ, ਆਪਦੇ ਜੀ ਨਾਲ ਹੀ ਕਰਦਾ ਵੀ ਯੁੱਗ ਹੀ ਬੀਤ ਗਏ। ਹੇ ਭਾਗਵੰਤੀ। ਨਾਥ ਦੇ ਬਾਪੂ ਸੁਰਤ ਕਰ, ਭਾਗਵੰਤੀ ਮਰੀ ਨੂੰ ਕੈ ਸਾਲ ਹੋ ਗਏ? ਅੱਜ ਤੈਨੂੰ ਕੀ ਹੋ ਗਿਆ? ਰੱਖੀ ਨੇ ਮੁੜ ਉਹਦੀ ਬਾਂਹ ਹਲੂਣ ਕੇ ਕਿਹਾ। ਕੀ ਆਖਦੀ ਐ? ਸੰਤੇ ਨੇ ਚੰਗੀ ਤਰ੍ਹਾਂ ਅੱਖਾਂ ਉਘੇੜ ਕੇ ਪੁੱਛਿਆ। ਮੈਂ ਆਖਦੀ ਆਂ, ਕੀ ਬਣੂ ਇਸ ਘਰ ਦਾ? ਕੀ ਕੋਈ ਸਾਧ ਸਰਾਪ ਹੋ ਗਿਆ? ਆਖਦੀ ਰੱਖੀ ਰੋ ਪਈ। ਰੋ ਨਾ ਰੱਖੀ, ਮੇਰਾ ਚਿੱਤ ਨਹੀਂ ਰਾਜੀ। ਮੈਂ ਤਾਂ ਦਿਆਲ ਲਈ ਪੁੜੀ ਪੁੱਛਣ ਆਈ ਸੀ। ਤੂੰ ਲੇਖੂ ਨੂੰ ਆਖੀ ਮਲੌਦੋਂ ਡਾਕਖਾਨਿਓਂ ਕੋਈ ਦਾਰੂ ਲਿਆ ਦੂ। ਮੇਰੀ ਤਾਂ ਕੁਛ ਸਮਝ ਹੀ ਨਹੀਂ ਕੰਮ ਕਰਦੀ। ਹੋਰ ਦੀ ਹੋਰ ਪੁੜੀਓ ਨਾ ਦਿੱਤੀ ਜਾਵੇ। ਚਾਹ ਕਰਕੇ ਲਿਆ ਦਾਂ? ਨਾ, ਚਾਹ ਨੂੰ ਚਿੱਤ ਨਹੀਂ ਮੰਨਦਾ। ਹੋਰ ਚਿੱਤ ਕਾਸ ਨੂੰ ਮੰਨਦਾ? ਦੱਸ, ਉਹ ਕਰ ਦੂੰ। ਖਰਬੂਜੇ ਹੁੰਦੇ ਨੇ ਇਸ ਰੁੱਤ? ਹੈ, ਤੂੰ ਇਹ ਵੀ ਭੁੱਲ ਗਿਆ? ਇਸ ਰੁੱਤ ਖਰਬੂਜੇ ਕਿੱਥੇ ਹੁੰਦੇ ਨੇ? ਅੱਜ ਤੈਨੂੰ ਭਾਗਵੰਤੀ ਕਿਵੇਂ ਯਾਦ ਆ ਗਈ? ਸੋਚਦਾ ਸੀ ਸਹੁਰੀ ਹਰਤੇ ਕਰਤੇ ਨਾਥ ਦੇ ਦਿਲ 'ਤੇ ਆ ਚੜ੍ਹਿਆ ਕਰੂ। ਕਿਵੇਂ ਭੁੱਲੂੰਗਾ? ਸੀਤਾ ਦੀ ਗੱਲ ਕਰਦਾ? ਆਹੋ, ਪਰ ਮੈਂ ਤਾਂ ਪੁੱਛਦੀ ਹਾਂ, ਅੱਜ ਭਾਗਵੰਤੀ ਕਿਵੇਂ ਯਾਦ ਆ ਗਈ? ਬੰਦਾ ਊਈਂ ਸਾਰੀ ਉਮਰ ਪਾਣੀ ਫਰੋਲਦਾ ਫਿਰਦਾ। ਤੂੰ ਹਰਖ ਨਾ ਕਰੀ ਨਾਥ ਦੀ ਬੇਬੇ, ਮੇਰਾ ਨਾ ਊਈਂ ਜੀ ਜਾ ਉੱਧਰ ਗਿਆ। ਸੰਤੇ ਨੇ ਸਾਫੀ ਦੇ ਲੜ ਨਾਲ ਮੱਥੇ ਉੱਤੇ ਪਸੀਨਾ ਪੂੰਝਦੇ ਨੇ ਕਿਹਾ। ਹੇ ਵਾਹਿਗੁਰੂ, ਸੁੱਖ ਰੱਖੀ। ਉੱਧਰ ਨਾਥ ਸਾਰਾ ਦਿਨ ਗਿਆਨ ਦਾਸ ਦੇ ਡੇਰੇ ਪਿਆ ਰਹਿੰਦਾ, ਇੱਧਰ ਤੂੰ ਤਿਆਰੀਆਂ ਕਰੀ ਜਾਂਦਾ। ਮੈਂ ਕਿਹੜੇ ਖੂਹ 'ਚ ਪੈ ਜਾ?
ਆਖਦੀ ਰੱਖੀ ਖਾਲੀ ਘੜਾ ਚੁੱਕ ਕੇ ਖੂਹ 'ਤੇ ਪਾਣੀ ਭਰਨ ਚਲੀ ਗਈ। ਵੱਡੀਆਂ ਵੱਡੀਆਂ ਖੰਦਕਾਂ 'ਚ ਘਿਰਿਆ ਗਿਆਨਦਾਸ ਦਾ ਡੇਰਾ। ਡੇਰੇ ਦੇ ਇੱਕ ਪਾਸੇ ਟੋਭੇ ਦੇ ਕੰਢੇ ਮੜੀਆਂ ਕੋਲ ਖੂਹੀ, ਜਿਹਨੂੰ ਗੇੜ ਕੇ ਗਿਆਨਦਾਸ ਡੇਰੇ ਦੁਆਲੇ ਦੀਆਂ ਕਿਆਰੀਆਂ ਸਿੰਜਦਾ ਰਹਿੰਦਾ। ਕਿਆਰੀਆਂ 'ਚ ਉਤਰੀ ਸਬਜ਼ੀ ਭਾਜੀ, ਸੌਂਫ, ਜਵੈਣ ਤੇ ਹਰੀਆਂ ਲਾਲ ਮਿਰਚਾਂ ਵੇਲੇ ਕੁਵੇਲੇ ਸਿੱਧਾ ਲੈ ਕੇ ਆਈਆਂ ਜਨਾਨੀਆਂ ਨੂੰ ਪ੍ਰਸ਼ਾਦ ਵਜੋਂ ਦਿੰਦਾ ਰਹਿੰਦਾ। ਜਦੋਂ ਕਦੇ ਸਿੱਧਾ ਪੱਤਾ ਮੁੱਕ ਜਾਂਦਾ, ਉਹ ਕਿਆਰੀਆਂ 'ਚ ਲੱਗੇ ਕੰਦ ਮੂਲ ਨੂੰ ਖਾ ਕੇ ਗੁਜ਼ਾਰਾ ਕਰ ਲੈਂਦਾ। ਹੁਣ ਨਾਥ ਜਦੋਂ ਦਾ ਇੱਥੇ ਰਹਿਣ ਲੱਗਿਆ ਸੀ, ਕਿਆਰੀਆਂ ਨੂੰ ਸਿੰਜਣ ਗੁੱਡਣ ਦਾ ਗਿਆਨਦਾਸ ਦਾ ਕੰਮ ਬਹੁਤ ਘੱਟ ਗਿਆ ਸੀ। ਨਾਥ ਸਵੇਰ ਦਾ ਸੁੱਖਾ ਪੀ ਕੇ ਕਿਆਰੀਆਂ ਗੁੱਡਣ ਲੱਗਿਆ ਹੋਇਆ ਹੈ ਤੇ ਹੁਣ ਆਥਣ ਹੋ ਰਹੀ ਹੈ। ਨਾਥ ਪ੍ਰਸ਼ਾਦਾ ਲੈ ਲੇ। ਦੁਪਹਿਰੇ ਬਾਵੇ ਗਿਆਨਦਾਸ ਨੇ ਉਹਨੂੰ ਆਖਿਆ ਸੀ, ਨਹੀਂ ਮਹਾਰਾਜ, ਆਖ ਉਸੇ ਤਰ੍ਹਾਂ ਕੰਮ ਕਰਦਾ ਰਿਹਾ। ਦੁਪਹਿਰ ਮਗਰੋਂ ਦਿਆਲ ਨੂੰ ਨਾਲ ਲੈ ਕੇ ਰੱਖੀ ਆਈ। ਕਿੰਨਾ ਚਿਰ ਦੂਰ ਮਿੱਟੀ ਨਾਲ ਮਿੱਟੀ ਹੋਈ ਕਿਆਰੀਆਂ ਗੁੱਡਦੇ ਨਾਥ ਵੱਲ ਝਾਕਦੀ ਰਹੀ। ਫਿਰ ਬਰੋਟੇ ਦੀਆਂ ਜੜ੍ਹਾਂ ਵਿੱਚ ਬੈਠੀ ਅੱਖਾਂ ਭਰ ਕੇ ਗਿਆਨਦਾਸ ਨੂੰ ਕਹਿਣ ਲੱਗੀ, ਮਹਾਰਾਜ ਸਮਝਾਓ ਨਾਥ ਨੂੰ, ਘਰ ਚੱਲੇ। ਕੁੜੇ, ਇਹ ਸੰਸਾਰ ਤੋਂ ਆना जाना है, कोई किसी का नहीं, प्रभु सिमरन किया करो, बावे ने आख्या। वे दयाल, लिया सदके, उरे ਤਾਂ ਆ ਜੇ, ਉੱਥੇ ਹੀ ਬੈਠਾ ਹੈ। ਰੱਖੀ ਨਾਥ ਵੱਲ ਝਾਕਦੀ ਬੋਲੀ। ਨਿੱਕੇ ਨਿੱਕੇ ਕਦਮ ਧਰਦਾ ਦਿਆਲ ਨਾਥ ਦੇ ਕੋਲ ਗਿਆ। ਤੁਸੀਂ ਚਲੋ ਘਰ ਨੂੰ, ਮੈਂ ਆਉਣਾ, ਨਾਥ ਨੇ ਉਹਦੇ ਕੁਝ ਆਖਣ ਤੋਂ ਪਹਿਲਾਂ ਹੀ ਆਖਿਆ। ਰੱਖੀ ਨੂੰ ਪਤਾ ਸੀ ਉਹ ਹਮੇਸ਼ਾ ਹੀ ਇਉਂ ਆਖ ਦਿੰਦਾ ਹੈ, ਇਸ ਲਈ ਆਪ ਉੱਠ ਕੇ ਉਹਦੇ ਕੋਲ ਗਈ। ਨਾਥ ਪੁੱਤ, ਇਉਂ ਨਹੀਂ ਕਰੀਦਾ, ਸਾਡੇ ਕੰਨੀ ਵੀ ਦੇਖ, ਉੱਧਰ ਬਾਪੂ ਤੇਰਾ ਪੱਲੇ ਜੇ ਝਾੜੀ ਜਾਂਦਾ ਹੈ। ਇਸ ਮਛੋਰ ਦਾ ਹੋਰ ਕੌਣ ਹੈ? ਰੱਖੀ ਨੇ ਦਿਆਲ ਦੇ ਸਿਰ 'ਤੇ ਹੱਥ ਰੱਖ ਕੇ ਕਿਹਾ। ਨਾਥ ਕੁਝ ਨਹੀਂ ਬੋਲਿਆ। ਆ ਜਾ, ਟੁੱਕ ਭੋਰਾ ਖਾ ਲੈ ਕੇ ਆਈਆਂ, ਨਾਲ ਦਹੀਂ ਹੈ। ਤੈਨੂੰ ਕਿੰਨੀ ਵਾਰ ਆਖਿਆ ਬੇਬੇ ਵੀ ਮੇਰੇ ਮਗਰ ਨਾ ਆਇਆ ਕਰ। ਨਾਥ ਹਰਕ ਕੇ ਪਿਆ। ਕੀ ਕਰਾਂ, ਅੱਗ ਲੱਗਣਾ ਜੀ ਨਹੀਂ ਟਿਕਦਾ। ਕਿਹੜਾ 5-4 ਹੋਰ ਨੇ ਵੀ ਤੈਨੂੰ ਜੋ ਮਰਜ਼ੀ ਕਰਨ ਦਿਆਂ। ਇਉਂ ਘਰ ਕਿਵੇਂ ਤੁਰੂ? ਰੱਖੀ ਅੱਖਾਂ ਭਰ ਕੇ ਬੋਲੀ। ਨਾਥ ਚੁੱਪ ਕਰ ਗਿਆ। ਪਰਾਂ ਲਾਂਘਾ ਟੱਪ ਕੇ ਬਚਣਾ ਆ ਰਿਹਾ ਸੀ। ਕੀ ਗੱਲ ਹੈ ਤਾਈ, ਕਿਵੇਂ ਨਾਥ ਦੇ ਦੁਆਲੇ ਹੋਈਆਂ? ਆਖਦੀਆਂ ਘਰ ਚੱਲ, ਨਹਾ ਧੋ, ਅੰਨ ਪਾਣੀ ਖਾ, ਬਈ ਜੀ ਟਿਕਾਣੇ ਆਵੇ। ਠੀਕ ਆਖਦੀ ਆ ਭਾਈ ਤਾਈ। ਨਾਥ ਹਜੇ ਵੀ ਚੁੱਪ ਸੀ। ਤੀਵੀਂ ਪਿੱਛੇ ਇਉਂ ਕਰਦਾ ਨਹੀਂ ਚੰਗਾ ਲੱਗਦਾ ਓਏ ਆਦਮੀ, ਇਹ ਕੋਈ ਗੱਲ ਹੈ ਭਲਾ? ਬਚਨਾ ਬੋਲਿਆ। ਨਾਥ ਨੇ ਖੁਰਪਾ ਪਰਾਂ ਰੱਖ ਕੇ ਮਿੱਟੀ ਵਾਲੇ ਹੱਥ ਝਾੜੇ, ਕੌੜ ਕੇ ਰੱਖੀ ਵੱਲ ਝਾਕਿਆ। ਹੋਰ 20-30 ਕੋ ਗਾਹਾਂ ਲੰਘ ਜਾ, ਆਖਦਾ ਉਹ ਉੱਠ ਖੜਾ ਹੋਇਆ। ਹੈ ਵੇ ਚੰਦਰਿਆ, ਇਉਂ ਕਿਉਂ ਆਖਦਾ? ਅਸੀਂ ਕੋਈ ਤੇਰੇ ਦੁਸ਼ਮਣ ਤਾਂ ਨਹੀਂ? ਰੱਖੀ ਬੌਂਦਲਿਆਂ ਵਾਂਗ ਬੋਲੀ। ਹਾਂ ਦੱਸ, ਕੀ ਕਹਿਣਾ? ਨਾਥ ਨੇ ਬਚਨੇ ਵੱਲ ਮੂੰਹ ਕਰਕੇ ਹਰਕ ਕੇ ਕਿਹਾ। ਕਹਿਣਾ ਵੀ ਇਹ ਕੋਈ ਜੂਨ ਹੈ? ਕੀ ਹਾਲ ਬਣਾ ਛੱਡਿਆ ਤੂੰ ਆਪਣਾ? ਮੈਂ ਤਾਂ ਸਾਧ ਬਣ ਜਾਣਾ, ਦੱਸ। ਬਚਨੇ ਦੀ ਗੱਲ ਸੁਣ ਕੇ ਖੋਜ ਹੀ ਪਈ। ਉਹਨੂੰ ਨਾਥ ਦੂਰ, ਬਹੁਤ ਦੂਰ ਭਗਵੇਂ ਕੱਪੜੇ ਪਾਈ, ਜਟਾਂ ਵਧਾਈ, ਸਾਧਾਂ ਨਾਲ ਰਲਿਆ, ਪਿੰਡ ਗਜਾਂ ਲਈ ਫਿਰਦਾ ਦਿਸਿਆ। ਤੂੰ ਚੱਲ ਤਾਈ ਘਰ ਨੂੰ, ਰੋਟੀ ਰੱਖ ਜਾ, ਬਚਨੇ ਨੇ ਰੱਖੀ ਨੂੰ ਆਖਿਆ। ਅੱਜ ਜੀਤੋ ਘਰ ਨਹੀਂ ਸੀ ਨਾਥ, ਪਿੰਡ ਦੀਆਂ ਤੀਵੀਆਂ ਨਾਲ ਮਲੌਦੋਂ ਬੜੀਆਂ ਦੇ ਮਸਾਲੇ ਲੈਣ ਗਈ ਹੋਈ ਹੈ। ਉਹ ਲਾਂਘੇ ਕੋਲ ਜਾਂਦੀ ਰੱਖੀ ਦੇ ਦਿਆਲ ਵੱਲ ਤੱਕ ਕੇ ਬੋਲਿਆ, ਤੇ ਮੈਂ ਬੋਤਲ ਲਿਆਇਆ। ਖੂਹੀ ਤੋਂ ਪਾਣੀ ਦਾ ਕਰਮੰਡਲ ਭਰ ਟੋਭੇ ਦੇ ਪਰਲੇ ਪਾਸੇ ਮੜੀਆਂ ਵੱਲ ਪਿੱਪਲ ਹੇਠ ਉਹ ਜਾ ਬੈਠੇ। ਅੱਧੀ ਕੁ ਬੋਤਲ ਜਦੋਂ ਪੀ ਬੈਠੇ, ਨਾਥ ਜਿਹੜਾ ਅਕਸਰ ਚੁੱਪ ਹੀ ਰਹਿੰਦਾ ਸੀ, ਗੱਲਾਂ ਕਰਨ ਲੱਗ ਪਿਆ। ਬਚਨਿਆ, ਜਾਣੀ ਚਿੱਤ ਜਾਣੀ ਕਿਧਰੇ ਲੱਗਦਾ। ਚੱਲ 1000-1500 ਦੇ ਕੇ ਆਪਾਂ ਸਾਕ ਹੋਰ ਲੈ ਆਉਂਦੇ ਹਾਂ, ਬਸ ਹਾੜੀ ਆ ਲੈਣ ਦੇ। ਤੂੰ ਤਾਂ ਕਮਲਾ ਹੈ, ਮੈਂ ਕੋਈ ਵਿਆਹ ਕਰਾਉਣ ਨੂੰ ਕਹਿਣਾ? ਮੇਰੇ ਤਾਂ ਜਾਣੀ ਉਹੀ ਅੱਖਾਂ ਮੂਹਰੇ ਫਿਰੀ ਜਾਂਦੀ ਆ। ਉਹ ਛੱਡ ਵੀ ਹੁਣ ਇਹ ਝੇੜ, ਮੈਂ ਆਖਦਾ ਉਦੋਂ ਚੰਗੀ ਲਿਆਵਾਂਗੇ। ਨਾਥ ਕੌੜ ਕੇ ਬਚਨੇ ਵੱਲ ਝਾਕਿਆ ਤੇ ਸ਼ਰਾਬ ਵਾਲਾ ਗਲਾਸ ਟੋਭੇ 'ਚ ਵਗਾ ਮਾਰਿਆ। ਮੜੀਆਂ ਵੱਲ ਹੱਥ ਕਰਕੇ ਬੋਲਿਆ, ਹੁਣ ਤਾਂ ਚਿੱਤ ਕਰਦਾ ਆਪਾਂ ਵੀ ਉਹਨਾਂ 'ਚ ਜਾ ਵਸੀਏ। ਉਹ ਨਾ ਮਰੇ ਨੂੰ ਮਾਰ ਵੈਰੀਆ। ਬਚਨਾ ਟੋਭੇ ਵਿੱਚੋਂ ਗਲਾਸ ਕੱਢ ਕੇ ਲਿਆਉਂਦਾ ਬੜਬੜਾਇਆ। ਇਉਂ ਨਹੀਂ ਓਏ ਉਦਰੀ ਦਾ, ਮੁੜ ਨਹੀਂ ਥਿਆਉਂਦੀ ਬੰਦੇ ਦੀ ਜੂਨ।
ਸਾਂਭ ਲਿਓ ਆਪਣੀ ਇਹ ਬੰਦੇ ਦੀ ਜੂਨ, ਆਪਾਂ ਨੂੰ ਨਹੀਂ ਲੋੜ। ਕੀ ਖੱਟਿਆ ਬੰਦੇ ਦੀ ਜੂਨ 'ਚ ਆ ਕੇ? ਕੰਜਰ ਦੇ ਰੱਬ ਨੇ ਕੋਈ ਪਿਛਲੇ ਜਨਮ ਦਾ ਵੈਰ ਕੱਢਿਆ। ਤੂੰ ਆਪ ਦੱਸ, ਮੈਂ ਕਿਹੜੇ ਪਾਪ ਕੀਤੇ ਆ? ਤੂੰ ਸੱਚਾ ਨਾਥ, ਲੋਕ ਆਖਿਆ ਕਰਨ ਨੈਣ ਪਰੀ ਅਰਗੀ ਹੈ। ਮੈਂ ਸਹੁਰੀ ਦੇ ਕਦੇ ਸਵਾਰ ਕੇ ਮੂੰਹ ਕੰਨੀ ਵੀ ਨਾ ਝਾਕਿਆ ਵੀ ਆਪਣੇ ਨਾਥ ਦੀ ਬਹੂ ਹੀ ਹੈ। ਬਚਨਿਆਂ ਜੇ ਇੰਨਾ ਹੀ ਪਤਾ ਲੱਗ ਜੇ ਵੀ ਮਰ ਗਈ ਤਾਂ ਵੀ ਜੀ ਨੂੰ ਸਬਰ ਆ ਜਾਏ। ਜੇ ਕਿਤੇ ਧੀ ਦੇਣੇ ਦਾ ਰੱਬ ਟੱਕਰ ਜੇ, ਗਲ 'ਚ ਸਾਫਾ ਪਾ ਕੇ ਪੁੱਛਾਂ ਵੀ ਇਹੋ ਹੀ ਆ ਤੇਰਾ ਇਨਸਾਫ। ਪਰ ਜੇ ਜਿਉਂਦੀ ਹੁੰਦੀ ਕਦੇ ਨਾ ਕਦੇ ਤਾਂ ਕੋਈ ਸੌ ਪਹੁੰਚਦੀ। 2 ਮਹੀਨੇ ਹੋਣ ਲੱਗੇ ਨੇ, ਕੋਈ ਉੱਗ ਸੁੱਗ ਹੀ ਨਹੀਂ ਨਿਕਲੀ। ਪਰ ਬਚਨਿਆ ਮੇਰਾ ਚਿੱਤ ਕਹਿੰਦਾ ਹੈ ਉਹ ਮਰੀ ਨਹੀਂ। ਮਰ ਗਏ ਤਾਂ ਚਿਰ ਪਾ ਕੇ ਯਾਦ ਆਉਣੋਂ ਹਟ ਜਾਂਦੇ ਨੇ। ਨਾਥ, ਤੈਨੂੰ ਕਦੇ ਇਉਂ ਨਹੀਂ ਲੱਗਦਾ ਬਈ ਜਿਵੇਂ ਸਿਆਣੇ ਆਖਦੇ ਹੁੰਦੇ ਨੇ, ਤੀਵੀਂ ਦੇ ਗਿੱਚੀ ਪਿੱਛੇ ਮੱਤ ਹੁੰਦੀ ਹੈ? ਕਿਤੇ ਉਹ ਬਚਣਾ ਗੱਲ ਕਰਦਾ ਕਰਦਾ ਝੱਕ ਗਿਆ। ਨਹੀਂ ਓਏ ਬਚਨਿਆ, ਇਉਂ ਨਾ ਆਖ। ਮੈਂ ਸੀਤਾ ਨੂੰ ਜਾਣਦਾ। ਉਹਦੇ ਤਾਂ ਵਸੋਂ ਬਾਹਰ ਹੀ ਹੋਇਆ ਜੋ ਕੁਛ ਹੋਇਆ। ਪਰ ਉਹ ਹਾਲ ਦੁਹਾਈ ਤਾਂ ਪਾਉਂਦੀ। ਖਬਰੇ ਅਗਲਿਆਂ ਮੂੰਹ 'ਚ ਕੱਪੜਾ ਦੇ ਦਿੱਤਾ, ਜਾਂ ਗਾਲੀ ਘੁੱਟਤਾ, ਜਾਂ ਊਈਂ ਕੁਛ ਸੁੰਘਾ ਕੇ ਹੀ ਚੱਕ ਕੇ ਲੈ ਗਏ। ਅਸਲ ਗੱਲ ਤਾਂ ਰੱਬ ਹੀ ਜਾਣਦਾ। ਮੈਨੂੰ ਲੱਗਦਾ ਉਦਣ ਜੈਲਦਾਰਾਂ ਦੇ ਕੋਠੇ 'ਚ ਕੋਈ ਸੀ। ਬਚਨਾ ਚੁੱਪ ਜਿਹਾ ਕਰ ਗਿਆ। ਫਿਰ ਗੱਲ ਬਦਲਣ ਦੇ ਖਿਆਲ ਨਾਲ ਬੋਲਿਆ, ਕੱਲ੍ਹ ਮੇਘ ਆਇਆ ਸੀ, ਕੀ ਆਖਦਾ ਸੀ? ਆਖਦਾ ਸੀ ਜੀਜਾ ਕੇਰਾ ਨਾਂ ਦੱਸ ਦੇ, ਮੈਂ ਆਪੇ ਸਮਝ ਲੂੰ। ਸੋਚਿਆ ਇਹ ਕਿਸੇ ਨੂੰ ਮਾਰ ਦੂ ਤੇ ਆਪ ਮਰ ਜੂ, ਇਉਂ ਕਿਹੜਾ ਮੁੜ ਆਊਗੀ। ਸੋਚਿਆ ਆਪੇ ਰੱਬ ਹੀ ਲਊ ਬਦਲੇ। ਰੱਬ ਕੰਜਰ ਤੋਂ ਕੀ ਹੋਣਾ ਹੈ? ਜੇ ਉਹ ਕੁਛ ਕਰਨ ਜੋਗਾ ਹੋਵੇ ਤਾਂ ਦੁਨੀਆ 'ਤੇ ਇਉਂ ਨੇਰ ਵਰਤੇ। ਮੇਘ ਤੋਂ ਮੈਨੂੰ ਡਰ ਲੱਗਦਾ, ਉਹਨੇ ਕੋਈ ਕਾਰਾ ਕਰ ਬੈਠਣਾ। ਬਚਨਿਆ, ਉਹ ਇੱਕ ਗੱਲ ਵੀ ਠੀਕ ਹੈ, ਉਹ ਕੋਈ ਜਿਉਂਦਾ ਫਿਰਦਾ। ਹੁਣ ਮੈਂ ਵੀ ਤਾਂ ਜਿਉਂਦਾ ਫਿਰਦਾ। ਤੂੰ ਕੀ ਸੁਆਹ ਜਿਉਂਦਾ ਫਿਰਦਾ? ਸੌਖਾ ਪੀ ਕੇ ਪਿਆ ਰਹਿਣਾ। ਕੁਛ ਕਰਨ ਨੂੰ ਬਚਨਿਆ ਜਿਵੇਂ ਚਿੱਤ ਜਾਈ ਨਹੀਂ ਮੰਨਦਾ। ਆਪਣਾ ਤਾਂ ਜੱਗ 'ਚੋਂ ਜਿਵੇਂ ਸੀਰ ਜਾਈ ਮੁੱਕ ਗਿਆ। ਛੱਡ ਪਰੇ, ਤੀਵੀਂ ਪਿੱਛੇ ਵੀ ਇਉਂ ਕਰੀਦਾ, ਤਕੜਾ ਬਣ। ਬਚਨੇ ਨੇ ਨਾਥ ਦੇ ਗਲਾਸ ਵਿੱਚ ਬਚਦੀ ਸਾਰੀ ਸ਼ਰਾਬ ਉਲਟਾ ਕੇ ਬੋਤਲ 'ਚ ਫੂਕ ਮਾਰ ਕੇ ਟੋਭੇ 'ਚ ਸੁੱਟਦਿਆਂ ਕਿਹਾ, ਬਚਨਿਆ, ਮੈਂ ਬਥੇਰਾ ਸਮਝਾਉਣਾ ਮਨ ਨੂੰ ਵੀ ਇੰਨਾ ਹੀ ਸੰਸਕਾਰ ਸੀ ਉਹਦਾ ਮੇਰਾ, ਪਰ ਜਾਣੀ ਅੱਖਾਂ ਮੂਹਰੇ ਆ ਖੜਦੀ ਹੈ ਉਦਰੀ ਜੀ। ਪਰ ਕੀ ਹੁਣ ਦਿਸੂਗੀ ਉਹ ਹੀ ਨਹੀਂ ਕਦੇ ਮੁੜ ਕੇ। ਘਰ ਉਹਦੇ ਸੰਦੂਕ ਕੰਨੀ ਝਾਕਦਾ ਤਾਂ ਲੱਗਦਾ ਕਿ ਖੋਲੂਗੀ ਉਹ ਹੀ ਨਹੀਂ ਮੁੜ ਕੇ। ਖਬਰ ਨਹੀਂ ਕਿੱਧਰ ਨੂੰ ਛਾਈ ਮਾਈ ਹੋ ਗਈ। ਆਖਦੀ ਹੁੰਦੀ ਸੀ ਕੋਟਲੇ ਚੱਲਾਂਗੇ ਫੋਟੋ ਲੁਹਾਣ। ਸਹੁਰਾ ਜਾਣ ਹੀ ਨਾ ਹੋਇਆ। ਹੁਣ ਮੂੰਹ ਦੇਖਣ ਨੂੰ ਵੀ ਚਿੱਤ ਤਰਸ ਗਿਆ। ਰੋਜ਼ ਯਾਦ ਕਰਕੇ ਸੌਂਦਾ ਵੀ ਸੁਪਨੇ 'ਚ ਹੀ ਦਿਸ ਜੇ। ਸਾਰੀ ਰਾਤ ਸੁਰਤੀ ਭਟਕਦੀ ਰਹਿੰਦੀ ਹੈ। ਤੜਕੇ ਨੂੰ ਸਾਰਾ ਸਰੀਰ ਝੂਠਾ ਹੋਇਆ ਪਿਆ ਹੁੰਦਾ, ਜਿਵੇਂ 20-30 ਕੋਹ ਤੁਰ ਕੇ ਆਇਆ ਹੋਵਾਂ। ਕੀ ਕਰਾਂ ਬਚਨਿਆ, ਚਿੱਤ ਕਿਵੇਂ ਖੜਦਾ ਹੀ ਨਹੀਂ। ਨਾਥ ਆਪ ਮੁਹਾਰਾ ਗੱਲਾਂ ਕਰੀ ਗਿਆ। ਬਚਨਾ ਸੋਚਾਂ ਜਿਹੀਆਂ 'ਚ ਪਿਆ ਬੜਵਾਏ ਉੱਠਿਆ। ਇਹਨਾਂ ਦੀ ਮਾਂ ਦੀ ਧੀ ਦੀ ਸਾਲੇ ਕੰਜਰ ਹਰਾਮ ਦੇ ਗਾਲਾਂ ਦਿੰਦਾ ਰਿਹਾ। ਕੀ ਹੋ ਗਿਆ? ਨਾਥ ਨੇ ਅੱਖਾਂ ਉਘੇੜ ਕੇ ਪੁੱਛਿਆ। ਕੱਲ੍ਹ ਮੈਂ ਇੱਥੇ ਨਹੀਂ ਸੀ, ਸਾਲਾ ਭਾਨਸਿਓ ਸਾਡੇ ਦਰਾਂ ਮੂਹਰੇ ਦੀ ਬਿਨਾਂ ਕਿਸੇ ਦਾ ਨਾਂ ਲਏ ਗਾਲਾਂ ਕੱਢਦਾ ਲੰਘਿਆ। ਆਖਦੇ ਨੇ ਕੀੜੇ ਨੇ ਜਦੋਂ ਮਰਨਾ ਹੁੰਦਾ ਉਹਦੇ ਫੰਗ ਨਿਕਲ ਆਉਂਦੇ ਨੇ। ਜੈਲਦਾਰਾਂ ਦੇ ਦੀ ਗੱਲ ਕਰਦਾ? ਆਹੋ, ਨਾਲੇ ਤਾਂ ਸਾਰੇ ਪਿੰਡ ਦੀ ਸਾਂਝੀ ਸ਼ਾਮਲਾਟ ਰੋਕ ਲਈ। ਪਿੰਡ ਹੀ ਕੰਜਰ ਦਾ ਕੁਛ ਕਰਨ ਜੋਗਰਾ ਨਹੀਂ ਤਾਂ। ਜੀਤੋ ਭਾਬੀ ਰਾਜੀ ਹੈ? ਨਾਥ ਨੇ ਉਹਦੀ ਗੱਲ ਵੱਲ ਧਿਆਨ ਨਾ ਦੇ ਕੇ ਪੁੱਛਿਆ। ਆਹੋ, ਤੇਰਾ ਫਿਕਰ ਕਰਦੀ ਸੀ। ਸੱਚੀਓ ਚਿੱਤ ਕਰਦਾ ਬਚਨਿਆ ਜਾਣੀ ਸਾਧ ਬਣ ਜਾ, ਦੇਸ ਪਰਦੇਸ ਲੰਘ ਜਾ। ਮਖਾਂ ਬਹੁਤਾ ਨਹੀਂ ਭੌਂਕੀਦਾ, ਸਾਡੇ ਸਾਰਿਆਂ ਦੇ ਪਹਿਲਾਂ ਗਲ ਗੁੱਠਾ ਦੇ ਦੇ, ਫਿਰ ਬਣ ਜੀ ਸਾਧ। ਆਖਦਾ ਬਚਨਾ ਉੱਠ ਖੜਾ ਹੋਇਆ। ਨਾਥ ਵੀ ਉੱਠਿਆ ਪਰ ਮੁੜ ਉੱਥੇ ਹੀ ਬੈਠ ਗਿਆ। ਚੰਗਾ ਚੱਲਦਾ, ਆਖ ਬਚਨਾ ਡੇਰੇ ਦਾ ਫਾਹ ਲੰਘ ਕੇ ਡੰਡੀ ਪੈ ਗਿਆ। ਨਸ਼ੇ ਦੇ ਲੋਰ 'ਚ ਗਾਉਣ ਲੱਗਿਆ, ਜੱਗ ਤੇ ਜਿਉਣਾ ਕੂੜ ਉਹਨਾਂ ਦਾ, ਤੇ ਅੱਗੇ ਉਹ ਭੁੱਲ ਗਿਆ ਕਿ ਕਿਹਨਾਂ ਦਾ। ਫਿਰ ਨਾ ਜਾਣੇ ਕਿਹਨੂੰ ਉਹਨੇ ਇੱਕ ਮੋਟੀ ਸਾਰੀ ਗਾਲ ਕੱਢੀ। ਹਨੇਰੇ ਜਿਹੇ 'ਚ ਉਹਨੇ ਦੇਖਿਆ 2 ਬੰਦੇ ਪਰਾਂ ਖੇਤ 'ਚੋਂ ਨਿਕਲ ਕੇ ਡੰਡੀ 'ਤੇ ਆ ਗਏ। ਭਾਵੇਂ ਉਹਨਾਂ ਨੇ ਮੂੰਹ ਬੰਨੇ ਸੀ, ਫਿਰ ਵੀ ਸਰਦਾਰ ਬਲਦੇਵ ਸਿੰਘ ਨੂੰ ਉਹਨੇ ਪਹਿਚਾਣ ਲਿਆ। ਬਚਨਾ ਚੱਕਵੇਂ ਪੈਰੀ ਉੱਥੋਂ ਲੰਘ ਚੱਲਿਆ ਸੀ ਜਦੋਂ ਬਲਦੇਵ ਸਿੰਘ ਨੇ ਖੰਘੂਰਾ ਮਾਰਿਆ। ਬਚਨਾ ਚੌਂਕਿਆ।
ਸੁਣਾਓ ਸਰਦਾਰ ਬਚਨ ਸਿੰਘ ਜੀ, ਕੀ ਹਾਲ ਚਾਲ ਹੈ? ਉਹਨੇ ਮੂਹਰੇ ਹੁੰਦੇ ਕਿਹਾ। ਬਚਨਾ ਕੁਛ ਨਾ ਬੋਲਿਆ। ਮੈਂ ਕਿਹਾ, ਮੈਂ ਪੁੱਛਦਾ, ਨੈਣ ਤੇਰੀ ਮਾਂ ਲੱਗਦੀ ਸੀ ਓਏ? ਸਰਦਾਰ ਬਲਦੇਵ ਸਿੰਘ ਨੇ ਉਹਦਾ ਰਾਹ ਰੋਕ ਕੇ ਖੜੋਂਦਿਆਂ ਕਿਹਾ। ਮੇਰੀ ਕੁਛ ਨਾ ਸੀ, ਪਿੰਡ ਦੀ ਨੂੰਹ ਤਾਂ ਸੀ। ਬਚਨਾ ਹਰਕ ਕੇ ਪਿਆ। ਬਾਕੀ ਪਿੰਡ 'ਚੋਂ ਹੋਰ ਤਾਂ ਕੋਈ ਨਾ ਕੁਸਕਿਆ। ਤੂੰ ਹੀ ਕਦੇ ਠਾਣੇ ਜਾਂਦਾ ਨਾਈਆਂ ਦੇ ਨਾਲ, ਕਦੇ ਸੂਹਾਂ ਕੱਢਦਾ ਫਿਰਦਾ ਹੈ। ਕੀ ਮਤਲਬ ਹੈ ਤੇਰਾ? ਹੁਣ ਟੋਲ ਭਾਲ ਵੀ ਨਾ ਕਰੀਏ? ਬਚਨਾ ਨਸ਼ੇ ਦੇ ਲੋਰ ਵਿੱਚ ਉੱਚੀ ਦੇ ਕੇ ਬੋਲਿਆ। ਟੋਲ ਭਾਲ ਕਰ ਲਓ, ਪਰ ਇਉਂ ਕਿਉਂ ਆਖਦੇ ਹੋ ਵੀ ਉਹਦੇ ਕਢਵਾਉਣ 'ਚ ਸਾਡਾ ਹੱਥ ਹੈ? ਮੈਂ ਕੀ, ਸਾਰਾ ਪਿੰਡ ਆਖਦਾ। ਸਾਰਾ ਪਿੰਡ ਆਪਣੀ ਮਾਂ ਲਾ ਲਵੇ ਜ਼ੋਰ। ਆਹੋ ਅਸੀਂ ਕਢਵਾਈ ਹੈ। ਆਖ ਕੀ ਆਖਦਾ? ਕਰ ਕੀ ਕਰਦਾ? ਬਲਦੇਵ ਸਿੰਘ ਨੇ ਅੱਖਾਂ ਕੱਢ ਕੇ ਕਿਹਾ। ਪਰਾਂ ਹੋ ਜਾ, ਮੈਥੋਂ ਕੁਛ ਹੋਰ ਲਵੇਂਗਾ ਸਾਲਾ ਮੇਰਾ। ਆਖਦਾ ਅਸੀਂ ਕਢਵਾਈ ਹੈ। ਬਚਨਾ ਉਹਨੂੰ ਧੱਕ ਅਗਾਂਹ ਲੰਘਦਾ ਆਪੇ ਤੋਂ ਬਾਹਰ ਹੋ ਕੇ ਬੋਲਿਆ। ਉਸੇ ਵੇਲੇ ਦੂਜਾ ਬੰਦਾ ਬਚਨੇ ਉੱਤੇ ਲੱਪ ਗਿਆ। ਬਚਨੇ ਨੇ ਉਹਨੂੰ ਧੌਣ ਭਰਨੇ ਮਾਰਿਆ ਤੇ ਉਹ ਆਪਣੀ ਡਿੱਗੀ ਪੱਗ ਚੁੱਕ ਹੀ ਰਿਹਾ ਸੀ ਜਦੋਂ ਸਰਦਾਰ ਬਲਦੇਵ ਸਿੰਘ ਨੇ ਪਿਸਤੌਲ ਦੇ 2-3 ਸਿੱਧੇ ਫਾਇਰ ਕੀਤੇ। ਗੋਲੀਆਂ ਬਚਨੇ ਦੇ ਲੱਗੀਆਂ ਤੇ ਉਹ ਡਿੱਗ ਪਿਆ। ਇੱਕ ਗੋਲੀ ਸਰਦਾਰ ਬਲਦੇਵ ਸਿੰਘ ਨੇ ਉਹਦੇ ਡਿੱਗੇ ਪਏ ਦੀ ਪੁੜਪੁੜੀ 'ਚ ਮਾਰੀ ਤਾਂ ਜੋ ਬਿਆਨ ਦੇਣ ਜੋਗਾ ਨਾ ਰਹਿ ਜਾਏ। ਸਾਲਾ ਮੇਰਾ ਕੁੜੀ ਦਾ ਯਾਰ ਅਰਜ਼ੀਆਂ ਦਵਾਉਂਦਾ ਫਿਰਦਾ ਸ਼ਾਮਲਾਟ ਖਾਤਰ, ਆਖਦਾ ਸਰਦਾਰ ਬਲਦੇਵ ਸਿੰਘ ਕਾਹਲੀ ਕਾਹਲੀ ਇੱਧਰ ਉੱਧਰ ਝਾਕਦਾ ਫਸਲਾਂ 'ਚ ਖੋ ਗਿਆ। ਦੂਜਾ ਬੰਦਾ ਪਰਛਾਵੇਂ ਵਾਂਗ ਉਹਦੇ ਮਗਰ ਮਗਰ ਸੀ। ਬੜੀ ਰਾਤ ਗਈ। ਖਾਓ ਪੀਓ ਤੋਂ ਪਿੱਛੋਂ ਲੋਕ ਨਿੱਘੀਆਂ ਰਜਾਈਆਂ 'ਚ ਸੁੱਤੇ ਪਏ ਸਨ। ਬਚਨਾ ਗਿਆਨਦਾਸ ਦੇ ਡੇਰੇ ਨੂੰ ਜਾਣ ਵਾਲੀ ਡੰਡੀ ਉੱਤੇ ਠੰਡਾ ਹੋਇਆ ਪਿਆ ਸੀ। ਜੀਤੋ ਬਿੜਕਾਂ ਲੈਂਦੀ, ਦੀਵਾ ਡੰਗੀ, ਚਰਖਾ ਕੱਤਦੀ ਬਚਨੇ ਨੂੰ ਉਡੀਕ ਰਹੀ ਸੀ। ਹਰਦੁਆਰ ਦਾ ਪਾਕ ਪਵਿੱਤਰ ਸ਼ਹਿਰ, ਗੰਗਾ ਦਾ ਕਿਨਾਰਾ, ਕਿਨਾਰੇ ਕਿਨਾਰੇ ਤੁਰਦਿਆਂ ਸ਼ਹਿਰੋਂ ਪਾਰ 7 ਧਾਰਾਂ ਦੇ ਕੋਲ ਸਾਧੂ ਦੀ ਕੁਟੀਆ, ਕੁਟੀਆ ਦੁਆਲੇ ਬਗੀਚਾ। ਬਗੀਚੇ ਵਿੱਚ ਬਹੁਤ ਵੱਡਾ ਇੱਕ ਬੋਹੜ ਜਿਸ ਦੀ ਦਾੜੀ ਵੱਧ ਵੱਧ ਕੇ ਧਰਤੀ ਨੂੰ ਆ ਲੱਗੀ ਸੀ। ਬੋਹੜ ਹੇਠ ਧੂਣੀ ਜਮਾਈ ਸਾਧੂ ਬਾਬਾ ਬੈਠਦਾ। ਆਲੇ ਦੁਆਲੇ ਆਏ ਗਏ ਸਾਧੂਆਂ ਦੀਆਂ ਜਮਾਤਾਂ। ਗੰਗਾ ਇਸ਼ਨਾਨ ਪਿੱਛੋਂ ਬ੍ਰਹਮ ਕੁੰਡ, ਮਨਸਾ ਦੇਵੀ, ਚੰਡੀ ਦੇਵੀ, ਭੀਮ ਗੋਡਾ ਅਤੇ 7 ਧਾਰਾਂ ਹੁੰਦੇ ਯਾਤਰੀ ਸਾਧੂ ਬਾਬੇ ਦੇ ਦਰਸ਼ਨਾਂ ਨੂੰ ਆ ਜਾਂਦੇ। ਪਰਮਾਰਥ ਦੀਆਂ 2 ਗੱਲਾਂ ਸੁਣਦੇ ਤੇ ਤਿਲ ਫੁੱਲ ਭੇਟਾ ਕਰਕੇ ਆਪਣਾ ਰਾਹ ਲੈਂਦੇ। ਆਮ ਜਿਹਾ ਦਿਨ, ਘਟਾ ਕੋਪ ਬੱਦਲ, ਦੂਰ ਕਿਧਰੇ ਡੂੰਘਾ ਜਿਹਾ ਬੱਦਲ ਘੋਰਿਆ। ਆਪਣੇ ਧਿਆਨ ਸਾਧੂ ਬਾਬਾ ਦੱਸ ਰਿਹਾ ਸੀ। ये संसार तो एक सराय है और हम सब यात्री यहाँ की किसी भी वस्तु को साथ ले जा नहीं सकते। हमेशा के लिए हम यहाँ रह नहीं सकते। फिर ये मोह ममता कैसी? कणी डिग्गी, आसमान वाल चुके हथ ते आ पई। ਅੱਖਾਂ ਉਘੇੜ ਕੇ ਸਾਧੂ ਬਾਬੇ ਨੇ ਸਾਹਮਣੇ ਵੇਖਿਆ। ਇੱਕ ਲੜਕੀ ਮੈਲੇ ਕੁਚੈਲੇ ਕੱਪੜੇ, ਅਣਵਾਏ ਵਾਲ, ਉਮਰ 25-26 ਸਾਲ, ਪੈਰੋਂ ਨੰਗੀ, ਚੁੰਨੀ ਪਾਟੀ ਹੋਈ, ਇੱਕ ਟੱਕ ਉਸ ਵੱਲ ਵੇਖ ਰਹੀ ਸੀ। ਪਲ ਦੇ ਪਲ ਲਈ ਸਾਧੂ ਬਾਬੇ ਨੇ ਅੱਖਾਂ ਮੂੰਦ ਲਈਆਂ। ਆਪਣੀ ਲੰਮੀ ਚਿੱਟੀ ਦਾੜੀ ਉੱਤੇ ਹੱਥ ਫੇਰਿਆ ਤੇ ਉੱਚੀ ਸਾਰੀ ਆਖਿਆ, ਹਰੀ ਓਮ, ਹਰੀ ਓਮ। ਪਰ ਮੁੰਦੀਆਂ ਅੱਖਾਂ ਦੇ ਸਾਹਮਣੇ ਵੀ ਉਸ ਲੜਕੀ ਦੀ ਸ਼ਕਲ ਫਿਰਦੀ ਰਹੀ। ਪੀਲਾ ਉਦਾਸ ਮੂੰਹ, ਮੋਟੀਆਂ ਕਾਲੀਆਂ ਅੱਖਾਂ, ਨਾ ਯਾਤਰੀਆਂ ਵਿੱਚੋਂ ਲੱਗਦੀ ਸੀ ਨਾ ਹੀ ਮੰਗਤਿਆਂ ਵਿੱਚੋਂ। ਸਾਧੂ ਬਾਬੇ ਨੇ ਸਿਰ ਖੁਰਕਿਆ, ਮੂੰਹ ਉੱਤੇ ਹੱਥ ਫੇਰਿਆ, ਅਸਮਾਨ ਵੱਲ ਵੇਖ ਕੇ ਫਿਰ ਅੱਖਾਂ ਮੂੰਦ ਲਈਆਂ ਤੇ ਹਰੀ ਓਮ ਆਖਦਾ ਅੰਤਰ ਧਿਆਨ ਹੋ ਗਿਆ। ਸਾਧੂ ਬਾਬੇ ਨੂੰ ਅੰਤਰ ਧਿਆਨ ਹੋਇਆ ਦੇਖ ਯਾਤਰੀ ਪ੍ਰਣਾਮ ਕਰ ਕਰ ਜਾਣ ਲੱਗੇ ਕਿ ਸ਼ਾਇਦ ਅੱਜ ਦਾ ਵਿਖਿਆਨ ਖਤਮ ਹੋ ਗਿਆ ਤੇ ਹੁਣ ਸਾਧੂ ਬਾਬਾ ਕੁਟੀਆ 'ਚ ਆਰਾਮ ਕਰਨਗੇ। ਭੰਡਾਰੇ ਦਾ ਵੇਲਾ ਹੋ ਗਿਆ। ਬਹੁਤ ਸਾਰੇ ਸਾਧੂ ਵੀ ਉੱਠ ਕੇ ਚਲੇ ਗਏ। ਸਿਰਫ 5-7 ਉਹੀ ਸਾਧੂ ਬੈਠੇ ਰਹਿ ਗਏ ਜਿਹੜੇ ਭੋਜਨ ਸਿਰਫ ਇੱਕੋ ਵੇਲੇ ਹੀ ਕਰਦੇ ਸਨ। ਸਾਧੂ ਬਾਬੇ ਨੇ ਜਦੋਂ ਅੱਖਾਂ ਖੋਲ੍ਹੀਆਂ, ਉਹ ਲੜਕੀ ਅਜੇ ਵੀ ਉੱਥੇ ਹੀ ਬੈਠੀ ਸੀ। ਬੇਟੀ ਇੱਧਰ ਆਓ, ਸਾਧੂ ਬਾਬੇ ਨੇ ਹੱਥ ਦਾ ਇਸ਼ਾਰਾ ਕਰਕੇ ਉਹਨੂੰ ਕਿਹਾ। ਉਹ ਹੌਲੀ ਹੌਲੀ ਤੁਰਦੀ ਬਾਬੇ ਦੇ ਨੇੜੇ ਗਈ, ਪ੍ਰਣਾਮ ਕਰਕੇ ਕੋਲ ਬੈਠ ਗਈ। ਕਿਆ ਨਾਮ ਹੈ ਤੁਮਾਰਾ? ਸਾਧੂ ਬਾਬੇ ਨੇ ਧਿਆਨ ਨਾਲ ਉਸ ਵੱਲ ਤੱਕਦਿਆਂ ਪੁੱਛਿਆ। ਲੜਕੀ ਨੇ ਕੋਈ ਉੱਤਰ ਨਾ ਦਿੱਤਾ। ਕਹਾਂ ਸੇ ਆਈ ਹੋ?
ਇਹ ਸਾਧੂ ਬਾਬੇ ਦਾ ਦੂਜਾ ਸਵਾਲ ਸੀ। फिर भी चुप रही। घर से भाग कर आई हो या पति ने निकाल दिया? ਉਸੇ ਤਰ੍ਹਾਂ ਸਿਰ ਨੀਵਾਂ ਕਰੀ ਨਹੁੰ ਨਾਲ ਜ਼ਮੀਨ ਉੱਤੇ ਲੀਕਾਂ ਵਾਉਂਦੀ ਰਹੀ, ਪਰ ਉੱਤਰ ਕੋਈ ਨਾ ਦਿੱਤਾ। ਜਿਸਕਾ ਕੋਈ ਨਹੀਂ ਉਸਕਾ ਭਗਵਾਨ ਹੈ, ਤੂੰ ਆਤਮ ਹੱਤਿਆ ਮਤ ਕਰਨਾ। ਸਾਧੂ ਬਾਬੇ ਨੇ ਜਦੋਂ ਆਖਿਆ, ਉਹਦੀ ਆਵਾਜ਼ ਵਿੱਚ ਬੇਮਾਲੂਮੀ ਜਿਹੀ ਉਦਾਸੀ ਸੀ। ਉਹ ਲੜਕੀ ਨੇ ਚੌਂਕ ਕੇ ਸਾਧੂ ਬਾਬੇ ਵੱਲ ਵੇਖਿਆ, ਉੱਠੀ, ਸਾਧੂ ਬਾਬੇ ਨੂੰ ਪ੍ਰਣਾਮ ਕਰਕੇ ਮੁੜਨ ਹੀ ਲੱਗੀ ਸੀ कि वो बोलिया, तेरा अगर कोई और ठिकाना नहीं तो आज से ये कुटिया तुम्हारी हुई। मैं बाहर सो लिया करूँगा, समझी बेटी? ते हथ चुक के आशीर्वाद दिता। आले दुआले बैठे साधुआं ने हैरान होकर साधु बाबे ਵੱਲ ਵੇਖਿਆ। ਸੀਤਾ ਦੇ ਉੱਥੋਂ ਰੌਣ ਪਿੱਛੋਂ ਸਾਧੂ ਬਾਬੇ ਨੂੰ ਲੱਗਿਆ ਨਾ ਜਾਣੇ ਅੱਜ ਕਿਹੋ ਜਿਹਾ ਦਿਨ ਸੀ कि ਉਹਨੂੰ ਭੁੱਲੀਆਂ ਵਿਸਰੀਆਂ ਪੁਰਾਣੀਆਂ ਗੱਲਾਂ याद आ रही सन। ये बात मैंने आज तक किसी से नहीं कही, पर आपसे कहूँगा। साधु बाबे ने साधुआं ਨੂੰ संबोधन करके कहा, आज कहने से मुझे लज्जा नहीं, लज्जा तो संसारी बात है। बहुत साल पहले, शायद 20-25 साल पहले, देश रटन के समय एक गांव में चल निकला। एक सेवक ने भोजन चखाया और आसरा दिया। खेत था, खेत में कोठा था, सामने कुआं था, कुएं के पास पीपल का पेड़ था। सोना पीपल पर चुड़ैल रहती थी। संतों के चरणों से वह भाग जाएगी, इसीलिए सेवक ने चाहा कि हम कुछ दिन वहां टिकें। एक रात आंख खुली तो खिड़की से देखा एक औरत कुएं के औलू में नंगी नहा रही थी। सोचा चुड़ैल होगी, राम का नाम लेता वहां गया, मगर वो तो सचमुच की औरत थी। चांदनी रात थी। एक साधु एक औरत को नंगी नहाती देख रहा था। सारी देह पानी पानी हो गया। कपड़ा ओढ़ते उसने बताया, ये बहुत पीटता था, भूत से डराया है। दूसरे दिन वहां से चलने को हुआ तो चल न पाया। तीसरे दिन भी मन कुछ और ही कहे। चौथे दिन चुपचाप निकल पड़ा, मगर रास्ता से पलट आया। आकर उस औरत से कहा, जब तक कुद्या निवृत्त न करोगे जा ना पाऊंगा, लौट कर आता रहूंगा, भजन बंदगी कर ना पाऊंगा, विघ्न पड़ता रहेगा और इसका पाप तुम्हारे सर होगा। वो औरत क्या समझी ये तो नहीं जानता, मगर उसने मेरी कुद्या निवृत्त की। अग्नि शांत हुई, तब उसके पैर छुए और अपना रास्ता से चल पड़ा। फिर कभी उस देश नहीं गया, मगर उस औरत ने रास्ता में भटक जाने से मुझे बचा लिया। मैं उसका कर्जदार हूँ, उसके कारण सभी औरतों का कर्जदार हूँ। साधु बाबा जदों दस रहा सी ਸਾਧੂ ਬਾਬਾ ਜਦੋਂ ਦੱਸ ਰਿਹਾ ਸੀ ਤਾਂ ਉਹਦੀਆਂ ਅੱਖਾਂ ਦੇ ਕੋਇਆਂ 'ਚ ਪਾਣੀ ਸਿਮ ਆਇਆ ਸੀ। ਉਹਨੇ ਮੂੰਹ 'ਤੇ ਹੱਥ ਫੇਰਿਆ ਤੇ ਅੱਖਾਂ ਮੀਟ ਕੇ ਕਿਹਾ, ਹਰੀ ਓਮ, ਜੈ ਸੀਤਾ ਰਾਮ, ਹਰੀ ਓਮ, ਜੈ ਭਗਵਾਨ। ਰਾਤ ਪਈ। ਉਸ ਰਾਤ ਸੱਚਮੁੱਚ ਹੀ ਸੀਤਾ ਸਾਧੂ ਦੀ ਕੁਟੀਆ 'ਚ ਸੁੱਤੀ ਤੇ ਸਾਧੂ ਬਾਬਾ ਧੂਣੀ ਕੋਲ ਬੋੜ ਹੇਠ। ਇਹ ਲੜਕੀ ਕੌਣ ਹੈ? ਸਾਧੂ ਬਾਬਾ ਰਾਤ ਦੇ ਹਨੇਰੇ 'ਚ ਅੱਖਾਂ ਖੋਲ੍ਹੀ ਸੋਚਦਾ ਰਿਹਾ। कोई तो इसकी माँ होगी, कोई तो इसका बाप होगा, कोई तो इसका भाई होगा, गांव होगा, घर होगा, पति होगा। वो सब के सब कहाँ चले गए? साधु बाबा सोचदा रहा ते ਉਹਦੇ ਕੋਲ ਦੀ ਤੇਜ਼ ਧਾਰਾ ਵਾਲੀ ਵਿਸ਼ਾਲ ਗੰਗਾ ਵਗਦੀ ਰਹੀ, ਜਿਸ ਉੱਤੇ ਕਦੀ ਸ਼ਤੀਰੀਆਂ, ਕਦੇ ਲਾਸ਼ਾਂ, ਕਦੀ ਪੂਜਾ ਦੇ ਫੁੱਲ ਤਰਦੇ ਰਹਿੰਦੇ, ਜਿਹਦੀ ਦੂਰ ਹੇਠਲੀ ਤਹਿ ਵਿੱਚ ਸੰਖ, ਸਿੱਪੀਆਂ, ਮੋਤੀ, ਮੱਛੀਆਂ ਤੇ ਸੱਪ ਵੀ ਦਸੀਂਦੇ ਸਨ, ਜਿਨ੍ਹਾਂ ਨੂੰ ਗੰਗਾ ਨਾ ਜਾਣੇ ਕਿੱਥੋਂ ਕਿੱਥੋਂ ਵਹਾ ਲਿਆਉਂਦੀ ਸੀ ਤੇ ਨਾ ਜਾਣੇ ਕਿੱਧਰ ਨੂੰ ਲਈ ਜਾਂਦੀ ਸੀ। ਇਸੇ ਗੰਗਾ 'ਚ ਲੋਕ ਆਪਣੇ ਮਰਿਆ ਮੁਖਿਆਂ ਦੇ ਫੁੱਲ ਪਾਉਣ ਆਉਂਦੇ। ਵਿਸ਼ਵਾਸ ਹੈ ਕਿ ਇੱਥੇ ਫੁੱਲ ਪਾਇਆ ਬੰਦਾ ਸਿੱਧਾ ਸਵਰਗ ਜਾਂਦਾ ਹੈ। ਕਥਾ ਇਉਂ ਤੁਰਦੀ ਹੈ ਕਿ ਰਾਜਾ ਭਾਗੀਰਥ 10,000 ਸਾਲ ਦੀ ਤਪੱਸਿਆ ਮਗਰੋਂ ਗੰਗਾ ਨੂੰ ਸਵਰਗ ਲੋਕ ਵਿੱਚੋਂ ਆਪਣੇ ਪਿਤਰਾਂ ਦੀ ਗੱਤ ਕਰਾਉਣ ਲਈ ਮਾਤ ਲੋਕ ਵਿੱਚ ਲੈ ਆਇਆ ਸੀ।
ਉਦੋਂ ਤੋਂ ਹੀ ਲੋਕ ਆਪਣੇ ਆਪਣੇ ਪਿੱਤਰਾਂ ਨੂੰ ਪ੍ਰੇਤ ਜੂਨ ਤੋਂ ਬਚਾਉਣ ਅਤੇ ਉਹਨਾਂ ਦੀ ਗੱਤ ਕਰਾਉਣ ਇੱਥੇ ਆਉਂਦੇ ਹਨ। ਇਸੇ ਕਾਰਨ ਨਿੱਤ ਸੀਤਾ ਹਰ ਕੀ ਪੌੜੀ ਵੱਲ ਜਾਂਦੀ ਕਿ ਸ਼ਾਇਦ ਕਦੇ ਸਾਡੇ ਪਿੰਡੋਂ ਵੀ ਕੋਈ ਆਇਆ ਹੋਵੇ। ਭਰੇ ਮਨ ਅਤੇ ਭਰੀਆਂ ਅੱਖਾਂ ਨਾਲ ਇੱਥੇ ਹਰ ਕੀ ਪੌੜੀ ਉੱਤੇ ਬੈਠ ਕੇ ਕੁਲ ਪੁਰੋਹਿਤ ਦੇ ਨਾਲ ਰੱਖੀ ਨੇ ਸੰਤੇ ਦੇ ਫੁੱਲ ਜਲ ਪ੍ਰਵਾਹ ਕੀਤੇ। ਪਿੱਛੋਂ ਪਿੰਡ ਭਰਾਏ, ਪੰਡਤ ਜੀ ਮਾਏ, ਇਸ਼ਨਾਨ ਕੀਤਾ, ਦਿਆਲ ਨੂੰ ਨਮਾਇਆ, ਗੰਗਾ ਜਲ ਦੀ ਕੁੱਪੀ ਭਰੀ, ਖਿੱਲਾਂ ਖਰੀਦੀਆਂ। ਦਿਆਲ ਇੱਕ ਬਾਜਾ ਲੈ ਕੇ ਦੇਣ ਲਈ ਆਖ ਰਿਹਾ ਸੀ। ਸਾਹਮਣੇ ਆਉਂਦੀ ਸੀਤਾ ਨੇ ਰੱਖੀ ਨੂੰ ਸਿਆਣ ਲਿਆ। ਉਹ ਧੰਦਕ ਕੇ ਖਲੋ ਗਈ। ਇੱਕ ਜੀ ਕੀਤਾ ਇੱਥੋਂ ਨੱਠ ਪਵੇ ਤੇ ਭੀੜ 'ਚ ਖੋ ਜਾਵੇ, ਪਰ ਉਹਦੇ ਪੈਰ ਜਿਵੇਂ ਮਣ ਦੇ ਭਾਰੇ ਹੋ ਗਏ ਸਨ। ਇੱਕ ਕਦਮ ਵੀ ਕਿਹੜਾ ਪੁੱਟਿਆ ਗਿਆ। ਉਹ ਬੁੱਤ ਬਣੀ ਖੜੀ ਸੀ। ਕੋਲ ਦੀ ਸਾਂ ਕਰਦੀ ਗੰਗਾ ਵਗ ਰਹੀ ਸੀ। ਦਿਆਲ ਨੂੰ ਬਾਜਾ ਲੈ ਕੇ ਦੇ। ਬਚਦੇ ਪੈਸੇ ਰੱਖੀ ਲੀਰ ਦੇ ਲੜੇ ਬੰਨ੍ਹ ਰਹੀ ਸੀ ਜਦੋਂ ਉਹਦੀ ਨਜ਼ਰ ਸੀਤਾ 'ਤੇ ਪਈ। ਪੈਸੇ ਲੀਰ ਦੇ ਲੜ ਬੰਨ੍ਹਣੋਂ ਭੁੱਲ ਉਹ ਇੱਕ ਟੱਕ ਉਸ ਵੱਲ ਵੇਖਦੀ ਰਹੀ, ਜਿਵੇਂ ਕੋਈ ਸੁਪਨਾ ਹੋਵੇ, ਪਰ ਨਹੀਂ, ਇਹ ਸੱਚ ਸੀ। ਸੀਤਾ ਉਹਦੇ ਸਾਹਮਣੇ ਖੜੀ ਸੀ ਤੇ ਉਸ ਵੱਲ ਵੇਖ ਰਹੀ ਸੀ। ਰੱਖੀ ਨੇ ਦਿਆਲ ਦਾ ਹੱਥ ਘੁੱਟ ਕੇ ਫੜ ਲਿਆ ਤੇ ਸੀਤਾ ਦੇ ਨੇੜੇ ਜਾ ਕੇ ਬੋਲੀ, ਕੁੜੇ ਸੀਤਾ, ਤੂੰ ਸੀਤਾ ਹੀ ਹੈ ਨਾ? ਹੈਂ? ਆਹੋ ਬੇਬੇ। ਆਖ ਸੀਤਾ ਨੇ ਉਹਦੇ ਪੈਰੀਂ ਹੱਥ ਲਾਇਆ ਤੇ ਸਿਰ ਦਾ ਲੀੜਾ ਠੀਕ ਕੀਤਾ ਤੇ ਉਹਨੂੰ ਆਪ ਮੁਹਾਰੇ ਰੋਣ ਆ ਗਿਆ। ਮੈਂ ਮੱਚ ਗਈ। ਇਹ ਤੂੰ ਕੀ ਹਾਲ ਬਣਾਇਆ? ਰੱਖੀ ਉਹਨੂੰ ਸਿਰ ਤੋਂ ਪੈਰਾਂ ਤੱਕ ਵੇਖਦੀ ਬੋਲੀ। ਮੈਂ ਬੇਬੇ, ਮੈਂ ਆਖਦੀ ਸੀਤਾ ਦਾ ਗੱਚ ਭਰ ਆਇਆ। ਚੁੰਨੀ ਨਾਲ ਅੱਖਾਂ ਪੂੰਝ ਡੂੰਘਾ ਸਾਹ ਭਰ ਕੇ ਬੋਲੀ, ਇਹ ਦਿਆਲ ਹੈ? ਮੈਂ ਮਰ ਗਈ, ਕਿੱਡਾ ਮਾੜਾ ਹੋ ਗਿਆ। ਆ ਜਾ ਤੈਨੂੰ ਗੋਦੀ ਚੱਕ ਲਾਂ, ਭੀੜ ਹੈ। ਆਖ ਸੀਤਾ ਦਿਆਲ ਵੱਲ ਵਧੀ। ਦਿਆਲ ਰੱਖੀ ਨੂੰ ਚੰਬੜ ਗਿਆ। ਉਹਦੇ ਭਾਣੇ ਮੰਗਤੀ ਜੀ ਖਬਰੇ ਕੌਣ ਸੀ? ਸੀਤਾ ਭਵੱਤਰ ਕੇ ਪਿਛਾਂਹ ਹੋ ਗਈ। ਤੈਨੂੰ ਪਛਾਣਿਆ ਨਹੀਂ, ਰੱਖੀ ਨੇ ਕਿਹਾ। ਹਾਂ ਪਛਾਣਿਆ ਨਹੀਂ ਹੋਣਾ, ਸੀਤਾ ਨੇ ਬੇਦਿਲ ਜੀ ਹੋ ਕੇ ਕਿਹਾ। ਹੋਰ ਤਾਂ ਸਭ ਸੁੱਖ ਸਾਂਦ ਹੈ ਬੇਬੇ, ਤੂੰ ਵੀ ਬਲਾਈ ਮਾੜੀ ਜੀ ਹੋਈ ਪਈ ਹੈ। ਤੇਰਾ ਬਾਬਾ ਜੀ ਪੂਰਾ ਹੋ ਗਿਆ, ਰੱਖੀ ਨੇ ਰੋ ਕੇ ਕਿਹਾ। ਹੈ ਮੈਂ ਮਰ ਜਾਂ, ਕੀ ਹੋ ਗਿਆ ਸੀ? ਹੋਣਾ ਕੀ ਸੀ? ਉਹਦਾ ਤਾਂ ਜਾਣੀ ਚਿੱਤ ਜਾਈ ਲੈ ਗਿਆ ਸੀ ਜਿਉਣ ਤੋਂ। ਨਾ ਬਾਹਰ ਅੰਦਰ ਜਾਵੇ, ਨਾ ਕੋਈ ਕੰਮ ਧੰਦਾ ਕਰੇ, ਬਸ ਹੱਟੀ 'ਚ ਭੁੰਜੇ ਬੋਰੀ ਸੁੱਟ ਕੇ ਚੁੱਪ ਕਰਕੇ ਪਿਆ ਰਹੇ। ਟੁੱਕ ਦਾ ਭੋਰਾ ਵੀ ਜੇ ਕਦੇ ਚਿੱਤ ਕਰੇ ਖਾਵੇ, ਨਹੀਂ ਉਵੇਂ ਪਿਆ ਰਹੇ। ਮੈਨੂੰ ਆਖੇ ਰੱਖੀ, ਹੁਣ ਨਹੀਂ ਮੇਰਾ ਇਸ ਨਗਰ 'ਚ ਚਿੱਤ ਲੱਗਦਾ। ਪਿੱਛੇ ਜੇ ਆ ਕੇ ਤਾਂ ਊਈਂ ਉੱਗਦੀਆਂ ਪਤਾਲ ਮਾਰਨ ਲੱਗ ਗਿਆ। ਅਖੇ ਰੱਖੀ ਲੀੜੇ ਸਮਾ ਰੱਖ, ਮੈਂ ਮੇਲੇ ਜਾਊਂਗਾ। ਰੱਖੀ ਬਾਹਰ ਅੜਾ ਲੈ, ਇੱਕ ਕਾਲਾ ਨਾਗ ਛੁੱਟਿਆ ਫਿਰਦਾ। ਕਦੇ ਕਹੇ ਯੁੱਗ ਬੀਤ ਗਿਆ। ਭਾਗਵੰਤੀ ਤੇਰੇ ਬਾਬਾ ਜੀ ਦੀ ਪਹਿਲੀ ਘਰ ਵਾਲੀ ਦਾ ਨਾਂ ਸੀ ਨਾ, ਪਰ ਮੈਨੂੰ ਲੱਗਦਾ ਉਹਨੂੰ ਤੇਰਾ ਹੌਕਾ ਮਾਰ ਗਿਆ। ਕੁਵੇਲੇ ਦੀ ਸੱਟ ਗੋਡੇ ਤੋੜ ਗਈ। ਤੂੰ ਆਪ ਸਿਆਣੀ ਹੈ, ਉਹਨੇ ਸਾਰੀ ਉਮਰ ਕਿਸੇ ਤੋਂ ਓਏ ਨਹੀਂ ਸੀ ਖਵਾਈ, ਤੇ ਹੁਣ ਇਹ ਗੱਲ ਕੋਈ ਛੋਟੀ ਹੁੰਦੀ ਹੈ? ਕਿੱਥੇ ਉਹਦੀ 7 ਪੁਸ਼ਤਾਂ ਤੋਂ ਸੁੱਚੀ ਕੁਲ, ਕਿੱਥੇ? ਇਹ ਤਾਂ ਬਹੁਤਾ ਹੀ ਲੋੜਾ ਕੀਤਾ ਰੱਬ ਨੇ ਸਾਡੇ ਨਾਲ, ਸੀਤਾ ਨੇ ਹੌਕਾ ਭਰ ਕੇ ਕਿਹਾ। ਆਹੋ, ਡਾਢੇ ਮੂਹਰੇ ਕਿਹਦਾ ਜ਼ੋਰ ਹੈ? ਤੇ ਤੇਰਾ ਪੁੱਤ ਬੇਬੇ? ਉਸ ਦਰਵੇਸ਼ ਦਾ ਅੱਡ ਬੁਰਾ ਹਾਲ ਹੈ। ਜਦੋਂ ਦੀ ਨੇ ਤੂੰ ਘਰੋਂ ਪੈਰ ਪੱਟਿਆ ਹੈ, ਉਹ ਤਾਂ ਜਾਣੀ ਪਹਿਲਾਂ ਵਾਲਾ ਨਾਥ ਹੀ ਨਹੀਂ ਰਿਹਾ। ਸੁੱਖਾਂ ਪੀ ਕੇ ਸਾਰਾ ਦਿਨ ਗਿਆਨਦਾਸ ਦੇ ਡੇਰੇ ਪਿਆ ਰਹਿੰਦਾ। ਬਥੇਰਾ ਰੋਈ ਪਿੱਟੀ ਵੀ ਘਰ ਚੱਲ, ਬੋਲਿਆ ਔਖਾ ਕਰੇਂਗੀ ਤਾਂ ਹੋਰ 20-30 ਕੋ ਗਾਹਾਂ ਲੰਘ ਜੂੰਗਾ। ਸੋਚਿਆ ਮਨਾ, ਚੱਲ ਉਹ ਜਾਣੇ, ਇੱਥੇ ਅੱਖਾਂ ਮੂਹਰੇ ਤਾਂ ਹੈ। ਦੂਜੇ ਚੌਥੇ ਦਿਨ ਜਦੋਂ ਜੀ ਉੱਠਦਾ ਦੇਖ ਤਾਂ ਜਾਂਦੀ ਹਾਂ। ਜਿੱਦਣ ਦਾ ਬਚਨਾ ਮਰਿਆ ਉਦਣ ਦਾ ਤਾਂ ਊਂ ਜਾਣੀ ਕਮਲਿਆਂ ਵਾਂਗੂ ਹੋ ਗਿਆ। ਹਰੇਕ ਦੇ ਮੂੰਹ ਕੰਨੀ ਬਿਟ ਝਾਕੀ ਜਾਂਦਾ, ਬੋਲਦਾ ਕੁਛ ਨਹੀਂ। ਬਚਨਾ ਮਰ ਗਿਆ? ਆ ਜਾ ਇੱਧਰ ਇੱਕ ਪਾਸੇ ਹੋ ਜਾਈਏ ਭੀੜ ਤੋਂ। ਗੰਗਾ ਦੇ ਕਿਨਾਰੇ ਵਿਹਲੇ ਜੇ ਪਾਸੇ ਵੱਲ ਤੁਰਦੀ ਰੱਖੀ ਨੇ ਦੱਸਣਾ ਸ਼ੁਰੂ ਕੀਤਾ। ਮਰ ਕਾਹਨੂੰ ਗਿਆ? ਮਾਰਤਾ ਕਿਸੇ ਨੇ। ਮੈਨੂੰ ਤਾਂ ਲੱਗਦਾ ਜੈਲਦਾਰ ਕਿਆ ਨੇ ਮਰਵਾਇਆ। ਸ਼ਾਮ ਲੱਟ ਦੱਬ ਲਈ ਸੀ ਨਾ, ਜਿੱਥੇ ਪਿੰਡ ਦਾ ਮਾਲ ਖੜਦਾ ਹੁੰਦਾ ਸੀ। ਬਚਨੇ ਨੇ ਲੋਕਾਂ ਨੂੰ ਆਖ ਕੇ ਅਰਜੀ ਪਵਾਤੀ। ਬਸ ਜਾਨੋਂ ਗਿਆ। ਕਿਸੇ ਦਾ ਕੀ ਗਿਆ? ਜੱਟ ਦੀ ਪੂਤਲੀ ਅਰਗੀ ਧੀ ਪੱਟ ਕੇ ਵਗਾਤੀ ਦੋਹਾਂ ਜਹਾਨਾਂ ਤੋਂ। ਵੈਣ ਪਾਉਂਦੀ ਹੈ, ਕੰਧਾਂ ਵੀ ਰੋਂਦੀਆਂ ਨੇ, ਪਰ ਉਹਨਾਂ ਜੈ ਖਾਣਿਆਂ ਦੀ ਵੀ ਦਫਾ ਉੱਠ ਗਈ। ਜਿਹੜਾ ਮਾੜੇ ਕੰਮ ਕਰੂ ਕਿਉਂ ਨਹੀਂ ਭਰੂ?
ਉੱਤੋਂ ਰੱਬ ਵੀ ਤਾਂ ਦੇਖਦਾ ਹੈ। ਕਾਸੇ ਦੇ ਤਾਂ ਬੰਨੇ ਹੋਏ ਖੜੇ ਹੀ ਹੈ ਜ਼ਮੀਨ ਅਸਮਾਨ। ਬਲਦੇਵ ਸਿਉਂ ਬਹੁਤ ਭੂਤਰਿਆ ਹੋਇਆ ਸੀ। ਰੱਬ ਜਮਾ ਹੀ ਨਹੀਂ ਸੀ ਯਾਦ ਰਿਹਾ। ਗਿੱਝਿਆ ਗਝਾਇਆ ਚਾਨਣ ਚੂੜੇ ਦੀ ਭੈਣ ਨੂੰ ਹੱਥ ਪਾ ਬੈਠਾ। ਰੋਟੀ ਲੈ ਕੇ ਆਈ ਸੀ ਭਾਈ ਦੀ। ਉਹ ਪਰਾਂ ਨੱਕੇ ਛੱਡਦਾ ਸੀ। ਇਹ ਕਿਤੇ ਖੂਹ 'ਤੇ ਬੈਠਾ ਸ਼ਰਾਬ ਪੀਂਦਾ ਸੀ। ਧੂ ਕੇ ਕੋਠੇ 'ਚ ਨੂੰ ਲਿਜਾਣ ਲੱਗਿਆ ਕੁੜੀ ਨੇ ਡੰਡ ਪਾਤੀ। ਚਾਨਣ ਨੇ ਹਾਲ ਨਾ ਕੀਤੀ ਹੁੱਜਤ ਕਹੀ ਸੀ ਹੱਥ 'ਚ, ਉਸੇ ਨਾਲ ਗਾਟਾ ਲਾਤਾ। ਆਪੇ ਜਾ ਕੇ ਥਾਣੇ ਦੱਸਤਾ ਵੀ ਮੈਂ ਮਾਰਿਆ, ਬਈ ਇਹੋ ਜਿਹੇ ਨਾਲ ਇਹੋ ਹੀ ਹੋਣੀ ਚਾਹੀਦੀ ਹੈ। ਚੱਲ ਛੱਡ ਪਰ ਇਹ ਕੀ ਨਾਂ ਲੈਣਾ ਇਹੋ ਜਿਹੇ ਕੁੱਲ ਡੋਬੂਆਂ ਦਾ। ਤੂੰ ਆਪਣੀ ਦੱਸ। ਮੈਂ ਆਪਣੀ ਕੀ ਦੱਸਾਂ ਬੇਬੇ? ਰੱਬ ਹੀ ਜਾਣਦਾ ਜੋ ਜੋ ਮੇਰੇ ਨਾਲ ਬੀਤੀਆਂ। ਕੀ ਨਹੀਂ ਮੇਰੇ ਨਾਲ ਹੋਇਆ। ਕਿੱਥੇ ਕਿੱਥੇ ਨਹੀਂ ਮੈਨੂੰ ਵੇਚਿਆ ਵਟਿਆ। ਕੀ ਨਹੀਂ ਮੇਰਾ ਬੁਰਾ ਹਾਲ ਕੀਤਾ। ਚੱਲ ਚੰਗੇ ਰੱਬ ਆਪ ਹੀ ਬਦਲੇ ਲੈਂਦਾ, ਸੀਤਾ ਨੇ ਰੋ ਰੋ ਕੇ ਦੱਸਿਆ। ਸੀਤਾ ਬੇਬੇ ਮੇਰੀ ਪੇਕੀ ਤਾਂ ਸੁੱਖ ਸਾਂਦ ਹੈ। ਸੀਤਾ ਨੇ ਅਚਾਨਕ ਕੁਝ ਯਾਦ ਕਰਕੇ ਪੁੱਛਿਆ। ਕਾਹਦੀ ਸੁੱਖ ਸਾਂਦ ਹੈ ਸੀਤਾ? ਮੇਘ ਤੇਰਾ ਭਰਾ ਘਰੋਂ ਚਲਿਆ ਗਿਆ। ਆਖਦੇ ਨੇ ਉਹਨਾਂ ਨਾਲ ਰਲ ਗਿਆ। ਕੀ ਭਲਾ ਜਾ ਨਾਉ ਹੈ ਉਹਨਾਂ ਦਾ ਜਿਹੜੇ ਅਮੀਰਾਂ ਨੂੰ ਮਾਰਦੇ ਆ। ਮੇਰੇ ਮੂੰਹ 'ਤੇ ਫਿਰਦਾ। ਆਹੋ ਹੈਗੇ ਨੇ ਨਕਸਲ ਬਾੜੀਏ। ਹੈ ਮੈਂ ਮਰ ਜਾ। ਉਹ ਪੜ੍ਹਨ ਤੋਂ ਹਟ ਗਿਆ। ਹੁਣ ਤਾਂ ਆਖਦੇ ਨੇ ਖਬਰ ਨਹੀਂ ਜਾ ਵੱਡੇ ਲੋਕ ਊਂ ਉਡਾਈ ਜਾਂਦੇ ਨੇ। ਆਖੇ ਨਵੇਂ ਪਿੰਡੀਏ ਜਗੀਰਦਾਰ ਦੇ ਕਤਲ 'ਚ ਮੇਘ ਨਾਲ ਸੀ। ਚੌਥੇ ਜਿਹੜਾ ਥਾਣੇਦਾਰ ਮਾਰਿਆ ਹੈ ਉਸੇ ਨੇ ਮਾਰਿਆ। ਜੇਠੂ ਕੇ ਡਾਕੇ ਵਿੱਚ ਵੀ ਸੀ। ਆਖਦੇ ਨੇ ਜੇ ਚਾਨਣ ਨਾ ਮਾਰਦਾ ਬਲਦੇਵ ਸਿਉਂ ਨੂੰ ਵੀ ਉਸੇ ਨੇ ਮਾਰ ਦੇਣਾ ਸੀ। ਕੋਈ ਤਾਂ ਆਖਦਾ ਚਾਨਣ ਨੇ ਵੀ ਉਹਨਾਂ ਦੀ ਸ਼ਹਿ 'ਤੇ ਹੀ ਮਾਰਿਆ। ਪਰ ਸੀਤਾ ਆਖਦੇ ਨੇ ਜਿੱਦਣ ਥਾਣੇ ਵਾਲਿਆਂ ਦੇ ਹੱਥ ਆ ਗਿਆ ਜਿਉਂਦਾ ਨਹੀਂ ਛੱਡਦੇ। ਸੀਤਾ ਨੂੰ ਜਿਵੇਂ ਚੱਕਰ ਜਿਹਾ ਆ ਗਿਆ। ਉੱਥੇ ਹੀ ਭੁੰਜੇ ਬੈਠ ਗਈ। ਰੱਖੀ ਨੇ ਕੁੱਪੀ ਵਿੱਚੋਂ ਗੰਗਾ ਜਲ ਉਹਨੂੰ ਪੀਣ ਨੂੰ ਦਿੱਤਾ ਤਾਂ ਕਿਤੇ ਜਾ ਕੇ ਉਹਦੀ ਸੁਰਤ ਜਿਹੀ ਮੁੜੀ। ਕੁੜੇ ਸੀਤਾ। ਰੱਖੀ ਕੁਝ ਆਖਣ ਹੀ ਲੱਗੀ ਸੀ ਕਿ ਸੀਤਾ ਵਿੱਚੋਂ ਹੀ ਟੋਕ ਕੇ ਬੋਲੀ, ਬੇਬੇ ਇੱਕ ਭਰਾ ਜੱਗੋਂ ਖੱਟਿਆ, ਉਹਦੀ ਸਹੁੰ, ਦਿਆਲ ਦੀ ਸਹੁੰ, ਭਾਵੇਂ ਆਪਦੇ ਪੁੱਤ ਦੀ ਸਹੁੰ ਖਵਾ ਲੈ। ਤੇ ਅੱਗੋਂ ਉਹਦਾ ਗੱਚ ਭਰ ਆਇਆ। ਰੱਖੀ ਬਿੱਟ ਬਿੱਟ ਉਹਦੇ ਮੂੰਹ ਵੱਲ ਤੱਕ ਰਹੀ ਸੀ। ਦਿਆਲ ਦਾ ਧਿਆਨ ਆਪਣੇ ਬਾਜੇ ਵੱਲ ਸੀ। ਬੇਬੇ ਮੈਨੂੰ ਨਾਲ ਲੈ ਚੱਲੇਂਗੀ? ਮੇਰਾ ਤੇਰੇ ਪੁੱਤ ਨੂੰ ਦੇਖਣ ਨੂੰ ਬਲਾ ਹੀ ਚਿੱਤ ਕਰਦਾ। ਲੋਕ ਪੁੱਛਣਗੇ ਇੰਨੇ ਚਿਰ ਮਗਰੋਂ ਕਿੱਥੋਂ ਆ ਗਈ, ਕੀ ਦੱਸੂਗੀ? ਰੱਖੀ ਹੌਕਾ ਭਰ ਕੇ ਬੋਲੇ। ਸੀਤਾ ਨੂੰ ਕੋਈ ਗੱਲ ਨਾ ਔੜੀ। ਪਰ ਤੂੰ ਹੁਣ ਤਾਈਂ ਸੀ ਕਿੱਥੇ? ਮੈਂ ਬੇਬੇ ਕਿਤੇ ਵੀ ਨਹੀਂ ਸੀ। ਸੀਤਾ ਨੇ ਰੋ ਕੇ ਕਿਹਾ। ਇੱਕ ਪਲ ਵਿੱਚ ਤੂਫਾਨ ਵਾਂਗ ਕਿੰਨਾ ਕੁਝ ਉਹਦੇ ਮਨ ਵਿੱਚ ਦੀ ਲੰਘਿਆ। ਘਰ ਨੂੰ ਮੁੜੀ ਆਉਂਦੀ, ਉੱਤੇ ਖੇਸ ਸੁੱਟ ਕੇ ਕਿਸੇ ਦਾ ਦਬੋਚ ਲੈਣਾ, ਮੂੰਹ 'ਚ ਲੀੜਾ ਦੇਣਾ, ਹੱਥੋਂ ਪਾਈ ਚੂੜੀਆਂ ਦਾ ਟੁੱਟਣਾ, ਚੁੰਨੀ ਦਾ ਪਾਟਣਾ, ਕੋਠੇ 'ਚ ਅੰਤਾਂ ਦੀ ਮਾਰ, ਬੇਹੋਸ਼ੀ, ਫਿਰ ਟਰਾਲੀ 'ਚ ਪਾ ਕੇ ਰਾਤੋਂ ਰਾਤ 20-30 ਕੋਹ ਦੂਰ ਕਿਸੇ ਹੋਰ ਪਿੰਡ ਲਿਜਾ ਸੁੱਟਣਾ, ਢਾਹ ਕੇ ਮੂੰਹ 'ਚ ਸ਼ਰਾਬ ਪਾਉਣੀ। ਤੇ ਸੋਚਦਿਆਂ ਉਹਦਾ ਜੀਅ ਬਕਬਕਾ ਹੋ ਗਿਆ। ਆਪਣੀ ਬੇਬੇ ਨੂੰ ਉਹ ਕੀ ਦੱਸੇ। ਅੱਖਾਂ ਡੁੱਬ ਡੁਬਾ ਆਈਆਂ। ਬੇਬੇ। ਸੀਤਾ ਦੀ ਜਿਵੇਂ ਭੁੱਬ ਨਿਕਲ ਗਈ। ਰੱਖੀ ਨੇ ਡੂੰਘਾ ਸਾਹ ਭਰਿਆ ਤੇ ਬੋਲੀ, ਤੂੰ ਇੱਕ ਵਾਰੀ ਪਤਾ ਹੀ ਉੱਪੜਦਾ ਕਰ ਦਿੰਦੀ। ਕਿਵੇਂ ਨਾ ਕਿਵੇਂ ਅਸੀਂ ਆਪਣੀ ਵਾਹ ਦਾਹ ਤਾਂ ਲਾ ਲੈਂਦੇ। ਡਰਦੀ ਸੀ ਵੀ ਖੂਨ ਹੋ ਜਾਣਗੇ, ਨਾਲੇ ਪਤਾ ਵੀ ਕੀ ਉੱਪੜਦਾ ਕਰਦੀ। ਹੁਣ ਕਿਹੜਾ ਨਹੀਂ ਹੋਣਗੇ ਖੂਨ। ਨਾਥ ਤਾਂ ਊਂ ਅੱਕਿਆ ਫਿਰਦਾ ਜਿਉਣ ਤੋਂ। ਭਰਾ ਤੇਰੇ ਨੂੰ ਕਿਹੜਾ ਪਤਾ ਲੱਗ ਜੇ ਸਹੀ। ਸੀਤਾ ਸੋਚੀ ਪੈ ਗਈ। ਉਹਦੇ ਮੱਥੇ ਦੀ ਨਾੜ ਉੱਭਰ ਆਈ। ਉਹਦੇ ਚਿਹਰੇ ਉੱਤੇ ਕਾਲਖ ਫਿਰ ਗਈ। ਚੰਗਾ ਬੇਬੇ ਆਪਣੇ ਪੁੱਤ ਨੂੰ ਆਖੀ ਮੇਰਾ ਬੋਲਿਆ ਚਾਲਿਆ ਮਾਫ਼ ਕਰ ਦੇਵੇ। ਆਖਦੀ ਸੀਤਾ ਉੱਠ ਖੜੀ ਹੋਈ। ਦਿਆਲ ਦਾ ਸਿਰ ਪਲੋਸਿਆ, ਪਰ ਦਿਆਲ ਨੇ ਪਰਾਂ ਨੂੰ ਮੂੰਹ ਕਰ ਲਿਆ। ਦਿਆਲ ਤੇਰੀ ਬੀਬੀ ਹੈ, ਰੱਖੀ ਨੇ ਕਿਹਾ। ਜਿਹੜੀ ਭੱਜ ਗਈ? ਦਿਆਲ ਨੇ ਭੋਲੇ ਭਾਅ ਪੁੱਛਿਆ। ਸੀਤਾ ਠਠੰਬਰ ਗਈ। ਚੰਗਾ ਬੇਬੇ ਮੈਂ ਚੱਲਦੀ ਹਾਂ। ਆਖ ਉਹਨੇ ਰੱਖੀ ਦੇ ਪੈਰੀਂ ਹੱਥ ਲਾਏ ਤੇ ਬਿਨਾਂ ਜਵਾਬ ਉਡੀਕੇ ਗੰਗਾ ਦੇ ਕੰਢੇ ਕੰਢੇ ਇੱਕ ਪਾਸੇ ਨੂੰ ਤੁਰ ਪਈ। ਕੁਰਬਲ ਕਰਦੇ ਲੋਕਾਂ ਵਿੱਚ ਤੁਰੀ ਜਾਂਦੀ ਸੀਤਾ ਨੂੰ ਰੱਖੀ ਵੇਖਦੀ ਰਹੀ। ਕੋਲ ਸਾਂ ਕਰਦੀ ਗੰਗਾ ਵਗੀ ਜਾ ਰਹੀ ਸੀ। ਰੱਖੀ ਦਾ ਜੀਅ ਘਿਰਿਆ। ਉਹਦਾ ਮਨ ਕੀਤਾ ਸੀਤਾ ਨੂੰ ਹਾਕ ਮਾਰ ਲਏ। ਫਿਰ ਨਾ ਜਾਣੇ ਕੀ ਸੁੱਝੀ। ਉਹ ਕਾਹਲੀ ਨਾਲ ਉੱਠੀ, ਦਿਆਲ ਦਾ ਹੱਥ ਫੜਿਆ ਤੇ ਦੂਰ ਜਾਂਦੀ ਸੀਤਾ ਦੇ ਮਗਰ ਹੋਲੀ। ਤੁਰਦੀ ਸੀਤਾ ਭੀੜ ਨੂੰ ਪਛਾਣ ਛੱਡ ਗਈ। ਗੰਗਾ ਦੇ ਕੰਢੇ ਕੰਢੇ ਤੁਰਦੀ ਦੂਰ ਨਿਕਲ ਆਈ। ਉਹਨੂੰ ਨਹੀਂ ਸੀ ਪਤਾ ਉਹ ਕਿੱਧਰ ਨੂੰ ਜਾ ਰਹੀ ਹੈ।
ਰੱਖੀ ਦੇ ਕਾਹਲੀ ਤੁਰਨ ਦੀ ਕੋਸ਼ਿਸ਼ ਕੀਤੀ, ਪਰ ਗੋਡਿਆਂ ਤੋਂ ਤੁਰਿਆ ਨਾ ਗਿਆ। ਇੱਕ ਥਾਂ ਜਾ ਕੇ ਸੀਤਾ ਖੜੋ ਗਈ। ਆਲੇ ਦੁਆਲੇ ਵੇਖਿਆ, ਕੋਈ ਨਹੀਂ ਸੀ। ਸਾਂ ਕਰਦੀ ਗੰਗਾ ਵਗ ਰਹੀ ਸੀ, ਜਿਸ ਨੂੰ ਆਪਣੇ ਬਜ਼ੁਰਗਾਂ ਦੇ ਕਲਿਆਣ ਲਈ ਭਾਗੀਰਥੀ ਸਵਰਗ ਤੋਂ ਲੈ ਕੇ ਆਇਆ ਸੀ। ਸੀਤਾ ਨੇ ਗੰਗਾ ਵਿੱਚ ਛਾਲ ਮਾਰ ਦਿੱਤੀ। ਹੈ ਵੇ, ਆਖ ਰੱਖੀ ਨੇ ਘਬਰਾ ਕੇ ਦਿਆਲ ਦਾ ਹੱਥ ਘੁੱਟ ਕੇ ਫੜ ਲਿਆ। 2 ਵਾਰੀ ਸੀਤਾ ਪਾਣੀ ਤੇ ਉਤਾਂ ਉਛਲੀ ਤੇ ਫਿਰ ਉਹ ਗੰਗਾ ਦੇ ਵਿੱਚ ਸਮਾ ਗਈ। ਗੰਗਾ ਉਹਨੂੰ ਆਪਣੇ ਨਾਲ ਵਹਾ ਕੇ ਲੈ ਗਈ। ਹੈ ਨਹੀਂ ਮੇਰੀ ਇਹ ਸੀਤਾ, ਤੂੰ ਕਿਹੜੇ ਤੱਤੇ ਥੋਂ ਦੀ ਮਿੱਟੀ ਲੈ ਕੇ ਜੰਮੀ ਸੀ। ਕੁੜੇ ਹਾਏ, ਤੂੰ ਮੇਰੀਆਂ ਲੱਕੜਾਂ ਨਾ ਸਾਂਭੀ ਨੀ ਮੇਰੀਏ ਰਾਣੀਏ ਧੀਏ। ਮੈਂ ਤੇਰੇ ਜਣ ਦੇ ਸਿਹੇੜਦਿਆਂ ਨੂੰ ਜਾ ਕੇ ਕੀ ਦੱਸੂੰ ਨੀ, ਭੁੱਲ ਗਏ ਜੇ ਚੇਤੇ ਵਾਲੀਏ। ਗੰਗਾ ਦੇ ਕੰਢੇ ਬੈਠੀ ਰੱਖੀ ਹੌਲੀ ਹੌਲੀ ਵੈਣ ਪਾ ਰਹੀ ਸੀ। ਦਿਆਲ ਭਵਤਰਿਆ ਜਿਹਾ ਪਤਾ ਖੜਾ ਸੀ, ਕੋਲ ਹਮੇਸ਼ਾ ਵਾਂਗ ਸਾਂ ਕਰਦੀ ਗੰਗਾ ਵਗਦੀ ਜਾ ਰਹੀ ਸੀ। ਧੰਨਵਾਦ।